ਸਾਨੂੰ ਸਾਡੇ ਇਲਮ ਚ ਇਜ਼ਾਫਾ ਕਰੋ, ਸਾਡੇ ਹਾਲ ਤੇ ਰਹਿਮ ਕਰੋ। ਐਵੇਂ ਗੱਪਾਂ ਛੱਡੀ ਆਉਂਦੇ ਹੋ। ਮੁਫਤੀ ਸਾਹਿਬ ਆ ਗਏ ਨੇ, ਮੁਫਤੀ ਸਾਹਿਬ ਮਰਜ਼ਈਆਂ ਹੁੰਦੇ ਨੇ, ਐਵੇਂ ਗੱਪਾਂ ਮਾਰੀ ਆਣ ਡੇ। ਆ ਜਾਓ मुफ्ती साहब। वो आपने नजीर है नहीं देखा था? नजीर है आके मिर्जा साहब को हर जनाब बुजुर्ग के पता नहीं क्या कदम बोसी करा के निकल गया अपनी तरफ से। जवाब में उसने सुना ही कुछ नहीं। जी कहते हैं। अस्सलाम वालेकुम हुजूर। मुफ्ती साहब। वालेकुम सलाम व रहमतुल्लाह। जी भाई ये फोटो लाना जरा वड्डी स्क्रीन ते तुहानू कीता ते इन्हां दा पता करना है। मेरा ख्याल है मिडल ईस्ट च रहिंदे ने या दुबई या सऊदीया। इन्हां दा नाम ही मेरे ज़हन से पर निकल गया है सोशल मीडिया ते ना। ਕਿਤੇ ਇਹਨਾਂ ਦੀ ਦੇਖੀ ਨਾ। ਫਜ਼ਲ ਭਾਈ ਦੇ ਥਰੂ ਮੈਨੂੰ ਹਜੇ ਹੁਣ ਪਤਾ ਚੱਲਿਆ ਕਿ ਸੀਰਤੁਲ ਮਦੀ ਇਹਨਾਂ ਨੇ ਗਾਇਬ ਕਰ ਦਿੱਤੀ ਏ, ਤੇ ਮੈਂ ਹਜੇ ਹੁਣ ਵੈਬਸਾਈਟ ਮੇਰੇ ਸਾਹਮਣੇ ਖੁੱਲੀ ਏ तो मैं तो हैरान ही हो गया। वो वाकई भाई सीरतुल मदी गायब हो गई है, उड़ गई है साहब। जिस दिन एक गूं वाला रेफरेंस नहीं असी पेश कीता कि मिर्जा हाँ जी जी उसे दिन ही इन्होंने सीरतुल महदी उत्थों उड़ा दी है। हो नहीं, लेकिन ਇਹ ਤੇ ਸੀ ਕੰਪਿਊਟਰਾਈਜ਼ਡ ਐਡੀਸ਼ਨ ਸੀ ਤੇ ਉਹ ਤੇ 올ਡ ਐਡੀਸ਼ਨ ਚੋਂ ਅਸੀਂ ਕੱਢ ਕੇ ਪੇਸ਼ ਕੀਤੀ ਸੀ। ਸ਼ਾਹ ਸਾਹਿਬ ਅਸੀਂ ਕੰਪੈਰੀਜ਼ਨ ਇਹਨਾਂ ਨੂੰ ਕਹਿ ਰਹੇ ਸੀ ਨਾ, ਅਸੀਂ ਹਰ ਇੱਕ ਨੂੰ ਕਹਿ ਰਹੇ ਸੀ ਨਾ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖੋ, ਇਹ ਪੁਰਾਣਾ ਪੇਜ ਤੇ ਨਵੀਂ ਕਿਤਾਬ ਹੋਣੀ ਇਹਨਾਂ ਦੀ ਵੈਬਸਾਈਟ ਉੱਤੇ ਕੀ ਉਹਦੇ ਚੋਂ ਇਹ ਵੀ ਤਾਰੀਫ ਇੰਤਜ਼ਾਮ ਵੀ ਆਪਣੇ ਕੋਲ ਹੋ ਰਿਹਾ ਹੈ। ਮਿਰਜ਼ਾ ਸਾਹਿਬ ਡਿੱਗਦੇ ਲੇਟ ਵੀ ਰਹੇ ਨੇ। ਨੁਸਰਤ ਜਹਾਨ ਆਪਾਂ ਹੀ ਆਪਣੀ ਮਰਜ਼ੀ ਤੋਂ ਵਿੱਚ ਰਿਵਾਇਤ ਦੇ ਵਿੱਚ ਵੜ ਕੇ ਇੰਤਜ਼ਾਮ ਕਰ ਰਹੀ ਹੈ। ਮਿਰਜ਼ਾ ਉੱਥੇ ਟੱਟੀ ਮੰਜੀ ਤੇ ਬਹਿ ਕੇ ਕਰਦਾ ਪਿਆ ਤੇ ਉਹ ਜ਼ਬਰਦਸਤੀ ਇੰਤਜ਼ਾਮ ਕਰਾ ਰਹੀ ਹੈ। ਇਹ ਸਾਰੀਆਂ ਚੀਜ਼ਾਂ ਦੋਸਤਾਂ ਨੇ ਕੀਤੀਆਂ ਸਨ ਤੇ ਉਸ ਤੋਂ ਬਾਅਦ ਉਹ ਮੈਨੂੰ ਕਿਸੇ ਨੇ ਦੱਸਿਆ ਸੀ ਗਾਇਬ ਹੈ, ਲੇਕਿਨ ਰਾਤੀ ਜਦੋਂ ਗੱਲਬਾਤ ਹੋ ਰਹੀ ਸੀ ਨਾ ਅਸੀਂ ਕੱਢਣ ਗਏ ਸੀਰਤੁਲ ਮਹਿਦੀ ਦਾ ਰੈਫਰੈਂਸ ਆਮਰ ਭਾਈ ਨੂੰ ਚਾਹੀਦਾ ਸੀ ਤੇ ਉਹ ਸਾਰਿਆਂ ਨੂੰ ਉੱਥੇ ਪਤਾ ਲੱਗਾ ਯਾਰ ਇਹ ਤੇ ਗਾਇਬ ਹੈ। ਫਿਰ ਉਹ ਸਾਰਿਆਂ ਨੇ ਆਪਣੀਆਂ ਦੌੜਾਂ ਪੁਰਾਣੀਆਂ ਕੰਪਿਊਟਰ ਖੋਲੇ, ਕਿਸੇ ਨੇ ਲੈਪਟਾਪ ਖੋਲੇ। ਮੌਲਾਨਾ ਦਾ ਦੱਸੋ ਇਹਨਾਂ ਦਾ ਕੀ ਨਾਂ ਹੈ ਤੇ ਕਿੱਥੇ ਹੁੰਦੇ ਨੇ ਇਹ ਮੌਲਾਨਾ ਵੀ ਨੇ ਤੇ ਕੁਝ ਹੋਰ ਵੀ ਮੌਲਾਨਾ ਨੇ ਤੇ ਦਾੜੀਆਂ ਰੱਖੀਆਂ ਨੇ ਤੇ ਪੱਗਾਂ ਬੰਨੀਆਂ ਨੇ, ਰੋਲੇ ਵਿੱਚ ਐ ਨੇ। ਅਜੀਬੋ ਗਰੀਬ ਕਿਸਮ ਦੇ ਮੌਲਵੀ ਵੀ ਆ ਰਹੇ ਨੇ ਮਾਰਕੀਟ 'ਚ, ਕੋਈ ਸਮਝੋ ਬਾਹਰ ਜਿਹਾ ਕੰਮ ਹੋ ਗਿਆ, ਜਿਨ੍ਹਾਂ ਨੂੰ ਕੋਈ ਜਾਣਦਾ ਕੋ ਨਹੀਂ, ਪਹਿਚਾਣਦਾ ਕੋ ਨਹੀਂ, ਜਿਨ੍ਹਾਂ ਦੀ ਕੋਈ ਜਾਣ ਪਹਿਚਾਣ ਨਹੀਂ। ਜਿਹੜੇ ਆ ਸਾਡੇ ਮੁਕਾਤਬੇ ਫਿਕਰ ਦੇ ਉਲਮਾ ਨੇ ਉਹ ਉਹਨਾਂ ਨੂੰ ਆਨ ਹੀ ਨਹੀਂ ਕਰਦੇ, ਉਹ ਉਹਨਾਂ ਨੂੰ ਜਾਣਦੇ ਹੀ ਕੋਈ ਨਹੀਂ। ਹਾਂਜੀ, ਹੁਣ ਇਹ ਵਜ਼ਾ ਕਤਾ ਤੋਂ ਦਿਓਬੰਦ ਮਕਤਬੇ ਫਿਕਰ ਨਾਲ ਤਲਕ ਰੱਖਣ ਵਾਲੇ ਮੌਲਾਨਾ ਸਾਹਿਬ ਨੇ, ਇਹਨਾਂ ਦੀਆਂ ਪਹਿਲੇ ਵੀ ਬੜੀਆਂ ਕਰਤੂਤਾਂ ਜਿਹੜੀਆਂ ਨੇ ਸਾਡੇ ਸਾਹਮਣੇ ਨੇ ਤੇ ਹੋਰ ਵੀ ਕੁਝ ਦੋ ਤਿੰਨ ਹੈ ਨੇ। ਉਹ ਰਾਤੀ ਇੱਕ ਮੈਂ ਮੁਨਾਜ਼ਰਾ ਸੁਣਦਾ ਸਾਜੇ ਪਿਆ ਤੇ ਉਹ ਬੈਠੇ ਨੇ, ਮੁਨਾਜ਼ਰਾ ਇਸ ਮੌਜੂ ਤੇ ਹੋ ਰਿਹਾ ਜੀ। ਹਜ਼ਰਤ ਈਸਾ अलैहिस्सलाम ਜ਼ਿੰਦਾ ਨੇ ਤੇ ਇੱਕ ਤਰਫੋਂ ਇਹ ਹਜ਼ਰਤ ਈਸਾ अलैहिस्सलाम ਫੌਤ ਹੋ ਗਏ ਨੇ ਤੇ ਉਹ ਵਜ਼ਾ ਕਤਾ ਤੂੰ ਤੇ ਦਿਓਬੰਦ ਮਕਤਬੇ ਫਿਕਰ ਦੇ ਲੱਗ ਰਹੇ। ਮੈਂ ਕਿਹਾ ਨਹੀਂ, ਇਹ ਹੋ ਹੀ ਨਹੀਂ ਸਕਦਾ। ਦਿਓਬੰਦ ਮਕਤਬੇ ਫਿਕਰ ਕੀ ਚਾਰੋਂ ਮੁਕਾਤਬੇ ਫਿਕਰ ਜਿਹੜੇ ਵੱਡੇ ਵੱਡੇ ਨੇ, ਕੋਈ ਇੱਕ ਵੀ ਜਿਹੜਾ ਵੇ ਉਹਦਾ ਅਕੀਦਾ ਅੱਜ ਤੱਕ ਮੈਂ ਨਹੀਂ ਪੜਿਆ। ਮੈਂ ਕਿਹਾ ਬੰਦੇ ਕਿੱਥੋਂ ਆਏ ਨੇ, ਕੌਣ ਨੇ ਯਾਰ? ਉਹ ਪਰਵੇਜ਼ੀ ਨੇ, ਪਰਵੇਜ਼ੀ ਉਹ ਜਿਹੜੇ ਪੇ ਕਹਿੰਦੇ ਹਨ ਈਸਾ अलैहिस्सलाम। अच्छा परवेजी। लेकिन परवेजी अपने की ना है आमिर भाई, मैं हिसाब लाया क्योंकि वो गुलाम अहमद परवेज खुद क्लीन शेव्ड सी, दाढ़ी मुंड सी ਤੇ ਉਹ ਇੱਕ ਫਾਸਿਕੋ ਫਾਜਰ ਆਦਮੀ ਸੀ ਤੇ ਉਹਦੇ ਮੰਨਣ ਵਾਲੇ ਵੀ ਫਾਸਿਕੋ ਫਾਜਰ ਹੀ ਨੇ, ਸਾਰੇ ਤਕਰੀਬਨ ਕਲੀਨ ਸ਼ੇਵਡ ਹੀ ਹੁੰਦੇ ਨੇ। ਤੇ ਕੋਈ ਦਾੜੀ ਪੱਗ ਵਾਲਾ ਤੇ ਕੋਈ ਮਦਰਸੇ ਵਾਲਾ ਮੈਂ ਅੱਜ ਤੱਕ ਵੇਖਿਆ ਨਹੀਂ ਹੈ ਪਰਵੇਜ਼ੀ। ਅਸਲ ਦੇ ਵਿੱਚ ਇਹਨਾਂ ਦੇ ਵਿੱਚ ਮੁਫਤੀ ਸਾਹਿਬ ਕਈ ਆਪਣੇ ਆਪ ਨੂੰ ਪਰਵੇਜ਼ੀ ਖਵਾਉਂਦੇ ਹੋਣਗੇ ਕਿ ਨਹੀਂ ਖਵਾਉਂਦੇ ਹੋਣਗੇ, ਆਪਣਾ ਨਾਂ ਤੇ ਇਹ ਨਹੀਂ ਨਾ ਦੱਸਦੇ। ਤੇ ਇਹਨਾਂ ਨੂੰ ਤੇ ਲੋਕਾਂ ਨੇ ਹੀ ਆਖਿਆ ਨਾ, ਕਿਉਂਕਿ ਗੁਲਾਮ ਅਹਿਮਦ ਪਰਵੇਜ਼ ਦੇ ਆਈਡੀਆਜ਼ ਨਾਲ ਮੁਤਫਿਕ ਨੇ ਤੇ ਕਿਸੇ ਨੇ ਪਰਵੇਜ਼ੀ ਕਹਿਤਾ ਹੋਏਗਾ। ਹਕੀਕਤ ਦੇ ਵਿੱਚ ਪਰਵੇਜ਼ੀ ਸ਼ਰਵੇਜ਼ੀ ਇਹ ਨਹੀਂ, ਇਹ ਨੇ ਮੁਨਕਰੀਨੇ ਹਦੀਸ। ਤੇ ਜਿਹੜੇ ਮੁਨਕਰੀਨੇ ਹਦੀਸ ਨੇ ਨਾ, ਉਹਨਾਂ ਦੇ ਵਿੱਚ ਕਈ ਕੈਟੇਗਰੀਆਂ ਪਾਈਆਂ ਜਾਂਦੀਆਂ ਨੇ। ਉਹਨਾਂ ਦੀ ਇੱਕ ਕੈਟੇਗਰੀ ਇਹ ਜਿਹੜੀ ਹੈ ਇੱਥੇ ਟਿਕਟਾਕ ਤੇ ਨਹੀਂ, ਉਹ ਬਨੀ ਇਸਰਾਈਲ ਤੇ ਦੂਜੇ ਬੈਠੇ ਬਿਨਤੇ ਮਰੀਮ ਵਾਲੇ। ਹੁਣ ਇਹ ਕੁਰਾਨਿਸਟ ਜਾਂ ਮੁਨਕਰੀਨੇ ਹਦੀਸ ਨਹੀਂ ਹੈ, ਤੇ ਮੁਲਹਿਦ ਨੇ, ਇਹ ਤੇ ਯਹੂਦੀ ਨੇ। ਇਹ ਮੁਹੰਮਦ ਸ਼ੇਖ ਦੇ ਫਾਲੋਅਰ ਜੀ, ਮੁਲਹਿਦੀਨ ਜੀ। एक सेकंड में आया जी, बस गल करो मैं थक जी। ते की मौलाना दी कोई चलानी जे वीडियो चलानी जे?
ਜ਼ਿਆ ਰਸੂਲ ਕਿ ਤਸਵੀਰ ਸਿਰਫ ਬਹਾਨੀ ਸੀ? ਬਸ ਤਸਵੀਰ ਹੀ ਵਿਖਾਣੀ ਸੀ। ਉਹ ਐਵੇਂ ਹੀ ਹੈ ਬਸ, ਫਾਰਗ ਆਦਮੀ ਹੈ। ਨਾਮ ਪੁੱਛਣਾ ਚਾਹ ਰਹੇ ਸਨ ਅਹਿਮਦ ਸਾਹਿਬ ਸਲਾਮ ਵਾਲੇਕੁਮ, ਕੀ ਹਾਲ ਹੈ? ਠੀਕ ਠਾਕ ਹੋ? ਮੈਂ ਅਹਿਮਦ ਅਲੀ ਬੋਲ ਰਿਹਾ ਦੂਸਰੀ ਆਈਡੀ ਤੋਂ। ਜ਼ਰਾ ਨਾ ਮੇਰਾ ਦੂਸਰਾ ਮੋਬਾਈਲ ਖਰਾਬ ਹੋਇਆ ਨਾ। ਇਹਨੇ ਵੀ ਮਿਰਜ਼ੇ ਦੇ ਬਾਰੇ ਕੋਈ ਨਾ ਕੋਈ ਜਿਹੜਾ ਨਾ ਬੌਂਗੀ ਮਾਰੀ ਆ ਤੇ ਉਹਦੀ ਵਜ੍ਹਾ ਤੋਂ ਵੀ ਇਹਦੇ ਕੋਲ ਜਿਹੜਾ ਨਾ ਵਾਹ ਹੀ ਮਾਰੀਆਂ ਨੇ ਬੋਂਗੀਆਂ, ਤੇ ਇਹਨਾਂ ਦੀਆਂ ਸਾਰੇ ਕੱਚੇ ਛੱਠੇ ਫੋਲਡਰਾਂ ਦੇ ਵਿੱਚ ਮੌਜੂਦ ਨੇ। ਇਹ ਮੁਖਤਲਿਫ ਸ਼ੋਸ਼ੇ ਜਿਹੜੇ ਮੁਖਤਲਿਫ ਮੌਲਵੀਆਂ ਨੇ ਛੱਡੇ ਨੇ। ਪਤਾ ਨਹੀਂ ਇਹਨਾਂ ਨੂੰ ਜਾਣਦਾ ਜੁੰਦਾ ਹੈ ਕੋਈ ਨਹੀਂ, ਪਤਾ ਨਹੀਂ ਕਿੱਥੋਂ ਉੱਠ ਕੇ ਆ ਜਾਂਦੇ ਨਹੀਂ। ਹਰ ਦੂਜੇ ਦਿਨ ਕੋਈ ਨਾ ਕੋਈ ਵੜਿਆ ਹੁੰਦਾ ਹੈ। ਉਹ ਤੁਹਾਨੂੰ ਪਤਾ ਵੀ ਇੱਕ ਮੌਲਵੀ ਕੀ ਨਾਂ ਸੀ ਯਾਰ, ਇਹ ਮੁਫਤੀ ਕੀ ਨਾਂ ਸੀ ਯਾਰ, ਉਹ ਹਰੀਮ ਸ਼ਾਹ ਦੇ ਨਾਲ ਤੇ ਕੁੜੀਆਂ ਦੇ ਨਾਲ ਉਹਦੀ ਆਏ ਦਿਨ ਸਕੈਂਡਲ ਕੋਈ ਹੁੰਦੇ ਸਨ। ਮੁਫਤੀ ਕਵੀ ਹੁਣ ਮੁਫਤੀ ਕਵੀ ਵਜ਼ਾਕਤਾ ਤੋਂ ਦਿਓਬੰਦ ਮਕਤਬੇ ਫਿਕਰ ਦਾ ਲੱਗਦਾ ਹੈ, ਲੇਕਿਨ ਬੜੇ ਮੇਰੇ ਵੱਡੇ ਵੱਡੇ ਦਿਓਬੰਦ ਮਕਤਬੇ ਫਿਕਰ ਦੇ ਉਲਮਾ ਮੇਰੇ ਬੜੇ ਅੱਛੇ ਦੋਸਤ ਨੇ। ਤੇ ਮੈਂ ਉਹਨਾਂ ਨੂੰ ਮੈਂ ਕਿਹਾ ਕੌਣ ਹੈ ਜੀ? ਆਂਦੇ ਅਸੀਂ ਤੇ ਨਹੀਂ ਇਹਨੂੰ ਜਾਣਦੇ ਕੌਣ ਹੈ। ਉਹ ਮਤਲਬ ਹੈ ਵੇ ਇੰਜ ਦੇ ਜਿਹੜੇ ਹੁੰਦੇ ਨੇ ਨਾ ਜਰਾਸੀਮ, ਹਰ ਦੂਜੇ ਦਿਨ ਕੋਈ ਮੰਜ਼ਰੇ ਆਮ ਤੇ ਆਉਂਦਾ ਵੇ ਜਿਹਨੂੰ ਕੋਈ ਜਾਣਦਾ ਪਹਿਚਾਣਦਾ ਹੀ ਕੋਈ ਨਹੀਂ, ਜਿਹਦੀ ਕੋਈ ਮਤਲਬ, ਤੇ ਉਹ ਆ ਜਾਂਦੇ ਨੇ ਬਸ ਮੰਜ਼ਰੇ ਆਮ ਤੇ ਇੱਕਦਮ ਹੀ। ਮੁਫਤੀ ਸਾਹਿਬ ਉਸ ਬੇਸ਼ਰਮ ਨੂੰ ਤੇ ਮੁਫਤੀ ਕਹਿਣਾ ਹੀ ਮੁਫਤੀ ਦੀ ਤੋਹੀਨ ਹੈ, ਮੁਫਤੀ ਲਫ਼ਜ਼ ਦੀ ਸਟੇਟਸ ਨਹੀਂ ਦੀ। ਮੈਂ ਗੱਲ ਕਰ ਉਹ ਗੱਲ ਫੈਜ਼ ਭਾਈ ਗੱਲ ਕਰ ਰਿਹਾ ਕਿ ਇੰਜ ਦੇ ਲੋਕ ਹੁੰਦੇ ਨੇ। ਮੈਂ ਇੱਕ ਮਿਸਾਲ ਦੇ ਦਿੱਤੀ ਏ, ਮੈਂ ਕਿ ਇੰਜ ਦੇ ਲੋਕ ਹੁੰਦੇ ਨੇ ਕਿ ਦਾੜੀ ਪੱਗ ਕੋਈ ਦਲੀਲ ਨਹੀਂ ਹੈ ਇਸ ਚੀਜ਼ ਦੀ ਕਿ ਬੰਦੇ ਦਾ ਕੀਦਾ ਠੀਕ ਹੋਏਗਾ। ਤੇ ਅੱਛਾ ਫੈਜ਼, ਮੈਨੂੰ ਤੁਹਾਡਾ ਅੱਜ ਤੱਕ ਨਾਂ ਨਹੀਂ ਸਮਝ ਆਇਆ, ਤੁਹਾਡਾ ਨਾਮ ਕੀ ਹੈ? ਅੱਛਾ ਫੈਸਲ ਹੈ ਮੇਰੀ ਪਾਲਟੈਕ ਦੀ ਆਈਡੀ ਹੁੰਦੀ ਸੀ ਫੈਸਲ ਡਾਰ। ਪਹਿਲੇ ਮੈਂ ਉੱਥੇ ਡਿਫੈਂਡਰ ਰੂਮ ਖੋਲ ਕੇ ਕੰਮ ਕਰਨਾ ਸਾਂ। ਅੱਛਾ ਸਹੀ ਪਾਲਟਾਕ ਤੇ ਅੱਛਾ ਸਹੀ ਹੈ। ਇਹ ਜਿਹੜੇ ਮੌਲਵੀ ਸਾਹਿਬ ਨੇ ਨਾ, ਇਹਨਾਂ ਨੇ ਵੀ ਬੜੀ ਇੱਕ ਐਸੀ ਵੀਡੀਓ ਦੇ ਵਿੱਚ ਕਲਾਮ ਫਰਮਾਇਆ ਕਿ ਉਹ ਲਈ ਫਿਰਦੇ ਨੇ ਮਰਦਾਈ ਤੇ ਆਂਦੇ ਨੇ, ਔਰ ਵਾਕਿਆਤਾਂ ਉਹਦੇ ਚੋਂ ਗਲਤ ਗੱਲਾਂ ਨੇ ਨਾ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ। ਇੱਕ ਤੇ ਤੌਹੀਦ ਦੇ ਬਾਰੇ, ਚਲੋ ਤੌਹੀਦ ਦੇ ਬਾਰੇ ਵੀ ਇਹਨਾਂ ਨੂੰ ਪੁੱਛਣ ਵਾਲੀ ਗੱਲ ਹੈ ਕਿ ਸ਼ਾਹ ਅਹਿਮਦ ਰਜ਼ਾ ਫਾਜ਼ਿਲ ਬਰੇਲਵੀ ਦੇ ਸ਼ਾਗਿਰਦ ਸਨ ਗਾਲਬਨ, ਉਹਨਾਂ ਦੇ ਬਾਰੇ ਇਹਨਾਂ ਨੇ ਕੋਈ ਗੱਲ ਕੀਤੀ ਹੈ। ਉਹ ਦਰਿਆਬਾਦੀ ਕੀ ਨਾਮ ਉਹਨਾਂ ਦਾ ਪੂਰਾ ਹੈ, ਉਹ ਤੌਹੀਦ ਤੂੰ ਮਿਰਜ਼ਾ ਕਾਦੀਆਨੀ ਦਾ ਪੜ੍ਹ ਕੇ ਲਿਟਰੇਚਰ ਤੇ ਆਂਦੇ ਨੇ ਮੈਂ ਮੁਲਹਿਦ ਹੋ ਗਿਆ ਸਾਂ ਤੇ ਮੈਂ ਉਹਦੀ ਤੌਹੀਦ ਦਾ ਲਿਟਰੇਚਰ ਪੜ੍ਹਿਆ। ਇੱਕ ਤਾਂ ਉਹਦਾ ਰੈਫਰੈਂਸ ਵੀ ਇਹਨਾਂ ਕੋਲ ਲੈਣਾ ਵੀ ਉਹ ਕਿੱਥੇ ਉਹਨਾਂ ਨੇ ਲਿਖਿਆ ਹੈ ਦਰਿਆਬਾਦੀ ਸਾਹਿਬ। ਉਹ ਲੱਭਣਗੇ ਤੁਹਾਨੂੰ ਤੇ ਤੁਸੀਂ ਰੈਫਰੈਂਸ ਲਵੋਗੇ ਨਾ, ਜਦੋਂ ਬੰਦਾ ਹੀ ਨਹੀਂ ਲੱਭਣਾ, ਪਤਾ ਨਹੀਂ ਕਿਹੜੀ ਖੁੱਡ 'ਚ ਬੈਠਾ ਹੈ, ਕੀ ਤੁਸੀਂ ਲੱਭੋਗੇ? ਫੋਟੋ ਤਾਂ ਹੀ ਲਾਈ ਨਾ ਤਲਾਸ਼। ਕੁਝ ਨਹੀਂ ਬਾਬਾ ਜੀ, ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ ਹਿਸਾਬ ਕਿਤਾਬ ਤੁਹਾਨੂੰ ਦੱਸਿਆ। ਉਹ ਵੇਖੋ ਅੱਜ ਕੱਲ ਇੱਕ ਉਹ ਵਿਚਾਰਾ ਚਰਸੀਆ ਇੱਕ ਆਇਆ ਜੇ ਮਾਰਕੀਟ 'ਚ, ਕਾਸਮ ਆਪਣਾ ਨਾਮ ਦੱਸਦਾ ਜੇ, ਉਹ ਜੀ ਆਂਦਾ ਜੀ ਮੈਂ ਪਾਕਿਸਤਾਨੀ ਆ, ਪਾਕਿਸਤਾਨ 'ਚ ਉਹਨੂੰ ਕੋਈ ਜਾਣਦਾ ਹੀ ਕੋਈ ਨਹੀਂ, ਕਿੱਥੇ ਦਾ ਉਹਦਾ ਕੀ ਪਤਾ ਹੈ, ਕੀ ਅਤਾ ਪਤਾ ਹੈ, ਕਿੱਥੇ ਉਹਦਾ ਡੇਰਾ ਹੈ, ਕਿੱਥੇ ਉਹਦਾ ਆਸਤਾਨਾ ਹੈ। ਉਹਦੇ ਹੱਥ ਤੇ ਬੈਤ ਲੋਕ ਕਰਨਾ ਚਾਹੁੰਦੇ ਨੇ ਤੇ ਕਿੰਜ ਕਰਨ, ਕੁਝ ਵੀ ਨਹੀਂ। ਮਤਲਬ ਇੰਜ ਦੇ ਉਹ ਲੋਕ ਨੇ ਜਿਹੜੇ ਲੁਕੇ ਨੇ, ਮਤਲਬ ਇਹਨਾਂ ਦੇ ਕੋਈ ਅਤੇ ਪਤੇ ਨਹੀਂ ਹੁੰਦੇ। ਹਾਂ ਤੇ ਉਹ ਲੱਭੇਗਾ ਤੁਹਾਨੂੰ ਤੇ ਫਿਰ ਤੁਸੀਂ ਪਤਾ ਕਰੋਗੇ ਨਾ। ਯਾਰ ਸੁਲੇ ਜਰਾ ਸਕਰੀਨ ਵੱਡੀ ਕਰਿਓ ਤੇ ਇਹ ਜਰਾ ਰਿਕਾਰਡਿੰਗ ਤੇ ਚੁੰਕੇ ਆ ਜੇ। ਇਹ ਕਾਦੀਆਨੀਆਂ ਦੀ ਵੈਬਸਾਈਟ ਮੇਰੇ ਸਾਹਮਣੇ ਭਾਈ ਖੁੱਲੀ ਜੇ alislam.org, ਤੇ ਇਹ ਵੇਖੋ ਕੁਤਬ ਹਜ਼ਰਤ ਮਿਰਜ਼ਾ ਛੋਟਾ ਬਸ਼ੀਰਾ MA ਤੇ ਉਹਦੀਆਂ ਕਿਤਾਬਾਂ ਦੇ ਵਿੱਚੋਂ ਸੀਰਤੁਲ ਮਹਿਦੀ ਜਿਹੜੀ ਗਾਇਬ ਕਰ ਛੜੀ ਹੈ, ਸੀਰਤ ਤੈਬਾ ਤੇ ਪਈ ਹੈ। ਤੇ ਇਹ ਮੈਂ ਪੜ੍ਹ ਕੇ ਤਰਤੀਬ ਤੁਹਾਨੂੰ ਮੈਂ ਪੜ੍ਹ ਕੇ ਸੁਣਾ ਦੇਣਾ। ਅੱਜ ਡੇਟ ਹੈ ਜਨਾਬ 30 ਦਸੰਬਰ 2023, ਯਾਨੀ ਸਾਲ ਦਾ ਬਿਲਕੁਲ ਆਖਰੀ ਦਿਨ ਹੈ ਅੱਜ। ਤੇ ਇਹ ਜਿਹੜੀਆਂ ਕਿਤਾਬਾਂ ਨੇ 1 2 3 4 ਤੀਏ 12 ਤੇ 12 ਕਿਤਾਬਾਂ ਟੋਟਲ ਪਈਆਂ ਜੇ, ਇਹ ਨੋਟ ਕਰ ਲਓ। पहली किताब पे ये 40 जवाहर पारे सीरत ख़ातमुन नबीयीन, सीरत तैबा, हमारा खुदा, सिलसिला अहमदिया, अल हुज्जतुल बालिगा, तबलीग हिदायत, कलमतुल फसल, ख़त्म नबूवत की हकीकत, मज़ामीन बशीर, विरसा में लड़कियों का हिस्सा, अच्छी माएँ। इन्हां किताबां दे विचों जिहड़ी यह किताब है ना कलमातुल फसल, सब तो ज़्यादा मोहतारिज़ा दी किताब है। तो जिवें इन्हां ने सीरतुल मद नूं इत्थों उड़ा दिता है, इस किताब नूं इन्हां ने
ਇਹ ਹੋ ਸਕਦਾ ਕਿ ਉਡਾ ਦੇਣ। ਇਹ ਨੋਟ ਕਰ ਲਓ ਜਨਾਬ। ਡੇਟ ਵੀ ਤੁਹਾਨੂੰ ਅਸੀਂ ਅੱਜ ਦੱਸ ਛੜੀਏ ਤੇ ਇਹ ਓਰੀਜਨਲ ਇਹਨਾਂ ਦੀ ਵੈਬਸਾਈਟ ਜੇ ਹੈ ਵੇਖੋ, ਇਹ ਪਤਾ ਵੀ ਨੋਟ ਕਰ ਲਓ, ਇਹ alislam.org। ਸਮਝ ਆਈ ਕਿ ਨਹੀਂ? ਤੇ ਇਹ ਜੇ ਇਹਦਾ ਪਿਛਲਾ ਸਫਾ ਸੀ, ਇਹ ਜਿੱਥੇ ਕੁਤਬੇ ਸਿਲਸਿਲਾ, ਇਹਦੇ ਵਿੱਚ ਇਹ ਕੁਤਬੇ ਹਜ਼ਰਤ ਮਿਰਜ਼ਾ ਬਸ਼ੀਰ, ਠੀਕ ਹੈ। ਤੇ ਇਹ ਸਾਰਾ ਰਿਕਾਰਡਿੰਗ ਤੇ ਲੈ ਆਓ। ਅੱਛਾ, ਇੱਥੇ ਦੱਸਣਾ ਆਇਆ ਸੀ ਕਿ ਇਹ ਕੁਤਬੇ ਮਿਰਜ਼ੇ ਕਾਦੀਆਨੀ ਮਸੀਹ ਮੂਤਰ ਅਲੈਹ ਸ਼ਲਵਾਰ ਦੀਆਂ ਕਿਤਾਬਾਂ ਦੇ ਵਿੱਚੋਂ ਇਹ ਜਿਹੜੀ ਰੂਹਾਨੀ ਖਜ਼ਾਇਨ ਆਈ ਹੈ ਨਾ, ਇਹਦੇ ਵਿੱਚ ਵੀ ਇਹਨਾਂ ਨੇ ਤਬਦੀਲੀਆਂ ਕਰ ਦਿੱਤੀਆਂ ਨੇ। ਇਹ ਨਵੀਂ ਆਈ ਹੈ, ਠੀਕ ਹੈ, ਤੇ ਇਹਦੇ ਵਿੱਚ ਵੀ ਤਬਦੀਲੀਆਂ ਇਹਨਾਂ ਨੇ ਕਰ ਦਿੱਤੀਆਂ ਨੇ। ਤੇ ਤਜ਼ਕਰਾ ਦਾ ਵੀ ਕੰਪਿਊਟਰਾਈਜ਼ਡ ਐਡੀਸ਼ਨ ਆ ਚੁੱਕਿਆ ਹੈ। ਇਹ ਵੀ ਇੱਕ ਵਾਰੀ ਪੜ੍ਹਨਾ ਪਏਗਾ ਕਿ ਔਰ ਪੁਰਾਣੇ ਐਡੀਸ਼ਨ ਦੇ ਨਾਲ ਇਹਦਾ ਤਕਾਬੁਲ ਕਰਨਾ ਪਏਗਾ। ਤੇ ਇਹ ਤੇ ਬੜੀਆਂ ਜਿਹੜੀਆਂ ਨੇ ਫਿਰ ਹੁਣ ਸਾਰੀਆਂ ਕਿਤਾਬਾਂ ਪੜ੍ਹੀਆਂ ਵੀ ਇਲਾਮ ਅੱਗੇ ਪਿੱਛੇ ਕੀਤੇ ਨੇ ਸਾਰੇ ਜਿਹੜੇ ਜੀ। ਤੇ 300 ਨੰਬਰ ਦੇ ਪੇਜ ਦੇ ਉੱਤੇ ਇਲਾਮ ਨੇ ਉਹ ਚਾਹ ਕੇ ਸਾਰੇ 700 ਤੇ ਚਲੇ ਗਏ ਨੇ, 600 ਵਾਲੇ 200 ਤੇ ਆ ਗਏ ਨੇ। ਕੰਚਨ ਬੀਵੀ ਇਮਾਮਦੀਨ ਦੀ ਮੋਦੀ ਹੋਈ ਡਿੱਗੀ ਹੋਈ ਸੀ, ਉਹ ਪਹਿਲੇ ਕੱਢ ਦਿੱਤੀ ਸੀ, ਉਹ ਵੀ ਵਾਪਸ ਆ ਗਈ ਹੈ। 20 ਜਨਵਰੀ 1906 ਦਾ ਇਲਾਮ, ਤੇ ਹੋਰ ਵੀ ਪਤਾ ਨਹੀਂ ਕਿਹੜੇ ਕਿਹੜੇ ਇਲਾਮ ਵਾਪਸ ਵੀ ਆਏ ਨੇ। ਕੁਝ ਵਾਪਸ ਆਏ, ਕੁਝ ਗਏ, ਵਿੱਚੋਂ ਹਜ਼ਫ ਵੀ ਕੀਤੇ ਨੇ। ਉਹ ਪੂਰਾ ਮੈਨੂੰ ਸਾਹਿਲ ਕਾਲੂ ਇੱਕ ਦਿਨ ਇੱਕ ਹਵਾਲਾ ਦੇ ਰਿਹਾ ਸੀ, ਇਸ ਨਵੇਂ ਐਡੀਸ਼ਨ 'ਚ ਉਹ ਪੂਰਾ ਵਾਕਈ ਗਾਇਬ ਕਰ ਛੜਿਆ। ਹਾਂ ਪੁੱਤਰ, ਇਹਨਾਂ ਨੂੰ ਤੁਹਾਨੂੰ ਸਾਰੀਆਂ ਕਿਤਾਬਾਂ ਨੂੰ ਸਾੜਨਾ ਪੈਣਾ। ਕਾਦੀਆਨੀਓ, ਸਾੜ ਦਿਓ ਇਹਨਾਂ ਨੂੰ, ਕਿਤਾਬਾਂ ਨੂੰ ਸਾੜ ਦਿਓ। ਕਿੰਨੀਆਂ ਕੁ ਤਬਦੀਲ ਕਰੋਗੇ? ਅਪਡੇਟ ਕਰਦੇ, ਜਿੰਨਾ ਮਰਜ਼ੀ ਅਪਡੇਟ ਕਰਦੇ। ਜਿਹੜੇ ਆਲੇ ਦੇ 99 ਦੇ ਐਡੀਸ਼ਨ ਉੱਤੇ ਚੜਾ ਬੈਠੇ ਨੇ ਨਾ, ਦੁਨੀਆ ਨੇ ਡਾਊਨਲੋਡ ਕੀਤੇ ਨੇ। ਤੁਸੀਂ ਕਰੋ, ਲੋਕਾਂ ਕੋਲ ਮੌਜੂਦ ਨੇ। ਅੱਛਾ, ਫਿਰ ਇੱਕ ਹੋਰ ਗੱਲ, ਚਲੋ ਇੱਥੇ ਸਰੇ ਦਸਤ ਮੈਂ ਸਕਰੀਨ ਸ਼ੇਅਰ ਕਰਕੇ ਵਿਖਾ ਦਿਆਂ। ਇਹਨਾਂ ਨੇ ਜਿਹੜਾ ਵੇ ਨਾ ਅਲ ਫਜ਼ਲ ਅਖਬਾਰ ਦੇ ਨਾਲ ਜੋ ਸਲੂਕ ਕੀਤਾ ਵੇ ਉਹ ਜ਼ਰਾ ਮੁਲਾਹਜ਼ਾ ਕਰੋ ਜੀ। ਇਹ ਵੇਖੋ, ਅਲ ਫਜ਼ਲ ਅਖਬਾਰ ਦੇ ਇਹ ਗੁਜ਼ਸ਼ਤਾ ਸ਼ੁਮਾਰੇ, ਇਹਦੇ ਉੱਤੇ ਅਸੀਂ ਜਾਂਦੇ ਹਾਂ ਤੇ ਇਹ ਵੇਖਿਆ ਜੇ ਇਹ 2016 ਦੇ ਗੁਜ਼ਸ਼ਤਾ ਸ਼ੁਮਾਰੇ ਰੱਖੇ ਜੇ। 2017, 18, 19, 20, 21, 22, 23 ਉਹ ਤਾਂ ਨਹੀਂ ਇੱਥੇ ਮਿਲਦੇ। ਅਗਲੀ ਗੱਲ, ਇੱਥੇ ਪਿੱਛੇ ਟੁਰ ਜਾਓ ਤੇ ਜ਼ਰਾ ਗੌਰ ਕਰਿਆ ਜੇ। ਇੱਥੇ ਵੀ ਤੁਹਾਨੂੰ ਥੋੜਾ ਜਿਹਾ ਵਹਾਣਾ ਚਾਹੁੰਦਾ ਵਾਂ। ਇਹ ਵੇਖੋ, ਇਹ ਛਲੰਗਾਂ ਵੇਖੋ, ਵੱਡੀਆਂ ਵੱਡੀਆਂ ਛਲੰਗਾਂ ਜਿਹੜੀਆਂ ਮਾਰੀਆਂ ਨੇ। ਇਹ 2099 ਤੋਂ ਥੱਲੇ ਆ ਗਿਆ 94, 70। ਇਹ ਵੇਲ ਕਈ ਸਾਲ ਹੀ ਖਾ ਗਏ ਨੇ। ਅੱਛਾ, ਇੱਥੇ 66 ਆ ਗਿਆ ਜੇ। ਇਹ ਲੋ ਜੀ 65, 63, 61, 58, 56, 55, 51, 50, ਇਹ 50 ਤੇ 49 ਤੇ 48। ਇੱਥੋਂ ਇਹ ਲੋ 1947 ਦੇ ਸਾਰੇ ਹੀ ਖਾ ਗਏ ਨੇ। ਅਸਲ ਦੇ ਵਿੱਚ ਉਹਦੇ ਵਿੱਚ ਇਹਨਾਂ ਦੇ ਬੜੇ ਇਸਲਾਮ ਪਾਕਿਸਤਾਨ ਦੇ ਖਿਲਾਫ ਜਿਹੜੀ ਬਕਵਾਸੀਅਤ ਕੀਤੀਆਂ ਸਨ ਨਾ ਇਹਨਾਂ ਨੇ, ਉਹਨਾਂ ਸ਼ੁਮਾਰਿਆਂ ਦੇ ਵਿੱਚ ਤੁਹਾਨੂੰ ਲੱਭਣਾ ਸੀ, ਉਹ ਸਾਰੇ ਹੀ ਖਾ ਗਏ ਨੇ ਵਿੱਚੋਂ। ਫਿਰ ਅੱਗੇ ਇੰਝ ਤੁਸੀਂ ਪਿੱਛੇ ਜਾਈ ਜਾਓ ਤੇ ਬਹਰਹਾਲ ਇੰਝ ਹੀ ਇਹਨਾਂ ਦਾ ਹਿਸਾਬ ਤਾਂ ਵੇਖੋ ਤੁਸੀਂ। ਇਹਨਾਂ ਦੀਆਂ ਸਾਰੀਆਂ ਤਰਤੀਬਾਤ ਵੇਖ ਲਿਆ ਜੇ। ਤੇ ਪੂਰੇ ਸ਼ੁਮਾਰੇ ਪੂਰੇ ਕਈ ਸਾਲਾਂ ਦੇ ਹੀ ਖਾ ਗਏ ਨੇ। 74 ਤੋਂ ਬਾਅਦ ਵੀ ਗਾਇਬ ਹੈਗੇ ਜੀ। ਹਾਂਜੀ ਬਾਬਾ ਜੀ, ਵਿੱਚੋਂ ਬੜੀ ਇਹਨਾਂ ਨੇ ਕੀਤਾ ਹੈ। ਤੇ ਅਸਲ ਕੌਮ ਜਿਹੜੀ ਹੈ ਨਾ, ਕੌਮ ਨੂੰ ਉਹ ਇਹ ਦੱਸਣਾ ਚਾਹੁੰਦੇ ਨੇ ਪਏ ਕਿ ਪਹਿਲੇ ਤੇ ਇਹ ਆਂਦੇ ਨੇ ਸਾਡੀ ਅਲ ਇਸਲਾਮ, ਪਹਿਲੇ ਤੇ ਮੰਨਦੇ ਹੀ ਕੋਨੀ ਕਿ ਅਸੀਂ ਇਸ ਵੈਬਸਾਈਟ ਨੂੰ ਮੰਨਦੇ ਹੀ ਕੋਨੀ। ਕੁਝ ਕਾਦੀਆਨੀ ਹੁੰਦੇ ਨੇ ਸਿਰ ਫਿਰੇ, ਉਹ ਕਹਿੰਦੇ ਨੇ ਨਹੀਂ, ਜਿਹੜੀ ਅਲ ਇਸਲਾਮ ਤੇ ਜੋ ਕੁਝ ਪਿਆ ਸੀ ਉਹਨੂੰ ਕਬੂਲ ਕਰਨੇ। ਹੁਣ ਅਲ ਇਸਲਾਮ ਤੇ ਜਦੋਂ ਆਵਾਂਗੇ ਅਸੀਂ, ਜਦੋਂ ਹਵਾਲਾ ਦੇਣਾ 1947 ਦੇ ਕਿਸੇ ਅਖਬਾਰ ਦਾ, ਉਹ ਇੱਥੇ ਹੋਇਆ ਹੀ ਕੋਨੀ। ਫਿਰ ਕਾਦੀਆਨੀ ਕਹਿੰਦਾ ਵੇਖੀ ਸਾਡਾ ਤੇ ਹੈ ਹੀ ਕੋਨੀ ਸੀ, ਤੁਸੀਂ ਆਪੇ ਬਣਾਇਆ, ਆਪਣੇ ਕੋਲੋਂ ਬਣਾਇਆ। ਇਹ ਡਰਾਮੇਬਾਜ਼ੀ ਇਹਨਾਂ ਨੇ ਕੀਤੀਆਂ ਨੇ। ਹਾਂ ਅੱਛਾ ਮੁਫਤੀ ਸਾਹਿਬ, ਇਹ ਤੁਸੀਂ ਜੇ ਖੋਲੀ ਇਹ ਤੇ ਦੇਖਣਾ ਅਲ ਫਜ਼ਲ 1938 ਦਾ ਉਡਾਤਾ ਨੇ ਕਿ 1938 ਦਾ ਬਾਕੀ ਹੈ ਹੁਣੇ? ਜੀ ਇੱਕ ਮਿੰਟ ਜੀ, 1938 ਨਹੀਂ ਜੀ, 1938 ਹਾਂਜੀ 1938 ਦੀ ਕਿਹੜਾ 31 ਅਗਸਤ ਹਾਂਜੀ ਹੈ ਜੀ, ਬਿਲਕੁਲ ਹੈ। ਇਹਦੇ ਚ ਹੁਣੇ ਉਹ ਹੈ ਵੇ ਉਹ ਮੁਹੰਮਦ ਅਲੀ ਲਾਹੌਰੀ ਦੇ ਮੁਰੀਦ ਦਾ ਖਤ
ਬਸ਼ੀਰੁਦੀਨ ਮਹਿਮੂਦ ਨੂੰ ਕਿ ਜਿਹੜੇ ਕਾਦੀਆਨੀ ਮਸੀਹ ਸੀ ਉਹ ਬਹੁਤ ਕਦੀ ਜ਼ਿਨਾ ਕਰਦਾ ਸੀ, ਸਾਡਾ ਇਤਰਾਜ਼ ਉਹਦੇ ਉੱਤੇ ਨਹੀਂ ਹੈਗਾ। ਹਾਂਜੀ ਹਾਂਜੀ ਉਹ ਤੇ ਹਾਂ ਬਿਲਕੁਲ ਬਿਲਕੁਲ ਉਹ ਹੈ ਵੇ, ਉਹਦਾ ਪ੍ਰਿੰਟ ਆਊਟ ਵੀ ਮੈਂ ਕੱਢ ਕੇ ਰੱਖ ਲਿਆ ਵੇ। ਇਹ ਬਿਲਕੁਲ ਹੈ, ਵੇਖੋ ਇਹ ਮੈਂ ਓਪਨ ਕਰ ਰਿਹਾ ਵਾਂ, ਬਹਰਹਾਲ ਹੁਣੇ ਥੋੜੀ ਦੇਰ ਤੱਕ ਓਪਨ ਹੋ ਜਾਂਦੀ ਹੈ। ਤੇ ਜਿਹੜੇ ਮਖਸੂਸ ਸ਼ੁਮਾਰੇ ਸਨ ਨਾ ਜਿਨ੍ਹਾਂ ਦੇ ਹਵਾਲਾਜਾਤ ਅਸੀਂ ਪੇਸ਼ ਕਰਨੇ ਆ, ਉਹਨਾਂ ਦੇ ਪ੍ਰਿੰਟ ਆਊਟ ਵੀ ਕੱਢ ਕੇ ਨਾ ਮੈਂ ਉਹਨਾਂ ਦੀ ਅਲੱਗ ਮੁਜੱਲਦ ਉਹਨੂੰ ਕਰ ਲਏ, ਤੇ ਉਹ ਤੇ ਹੈ ਵੇ। ਹਾਂਜੀ ਨੱਸ ਨਹੀਂ ਸਕਦੇ ਤੇ ਇਹ ਜਾ ਕੇ ਧੱਕੇ ਤੇ ਅੱਗੇ ਅਲ ਫਜ਼ਲ ਚੋਂ ਨਿਕਲੇ ਨਾ, ਮੈਂ ਇਸ ਕਰਕੇ ਤੁਹਾਡੇ ਤੋਂ ਮੈਂ ਕਿਹਾ ਤੁਸੀਂ ਖੋਲੀਏ ਤੇ ਚੈੱਕ ਹੀ ਕਰ ਲਈਏ। ਚਲੋ ਇੱਕ ਵਾਰੀ ਇੱਥੇ ਵੀ ਆ ਓਪਨ ਹੋ ਰਹੀ ਹੈ ਤੇ ਬਹਾਨੇ ਵੀ ਆ। ਥੱਲੇ ਮਲਕ ਇਮਰਾਨ ਆਪਣਾ ਹੀ ਚੋਕਲਾਂ ਦੀ ਰਿਕੁਐਸਟ ਪਾਈ ਸੂ ਜ਼ਿਆ ਭਾਈ। ਓਏ ਆਪਣਾ ਹੋਏ ਗੈਰ ਹੋਏ ਚੁੱਕੀ ਦਾ ਤੇ ਹੁੰਦਾ ਨਾ ਕਾਲ ਤੇ, ਉਹ ਤੇ ਜਦੋਂ ਬੰਦਾ ਸਾਹਮਣੇ ਆਏ ਤੇ ਫਿਰ ਪਤਾ ਚੱਲਦਾ ਹੈ ਬੰਦਾ ਕੌਣ ਹੈ। ਅਲੀ ਅਹਿਮਦ ਭਾਈ ਮੁਫਤੀ ਸਾਹਿਬ ਦੀ ਮੌਜੂਦਗੀ 'ਚ ਨਾ ਹਿੰਮਤ ਘੱਟ ਹੀ ਹੁੰਦੀ, ਉਹਨਾਂ ਦੇ ਵਿੱਚੋਂ ਕਿਸੇ ਆਂਦੀ ਆਪਣਾ ਹੀ ਕੋਈ ਭਰਾ ਹੋਣਾ, ਮੇਰਾ ਆਪਣਾ ਖਿਆਲ ਹੈ। ਜਿਹੜੇ ਵੀ ਹੋਣ ਸਾਹਮਣੇ ਆਣਗੇ ਤੇ ਬੋਲਣਗੇ ਤੇ ਆਪੇ ਪਤਾ ਚੱਲ ਜਾਏਗਾ ਬੰਦਾ ਕੀ ਹੈ, ਕੀ ਚਾਹੁੰਦਾ ਕੀ ਹੈ ਪਿਆ। ਜਵੇਦ ਸਾਹਿਬ ਮੌਜੂਦ ਹੋ ਸਰ? ਰਾਜ ਸਾਹਿਬ ਬਿਜ਼ੀ ਹੋ, ਮੌਜੂਦ ਹੋ ਸਰ? ਸੁਣਨੇ ਆਪਣੇ ਹੋਰ ਗੱਲਾਂ ਜੋ ਇਹ ਆ ਗਿਆ ਜੀ 31 ਅਗਸਤ 1938 ਦਾ ਸ਼ੁਮਾਰਾ ਤੇ ਫੈਜ਼ ਭਾਈ ਹੈ, ਅਸੀਂ ਚੱਲੇ ਜੇ ਉਸੇ ਸਫੇ ਤੇ। जना कर लिया, कभी कभार जना कर लिया तो इसमें हर्ज क्या है जो। ये जरा पढ़ के सुना दियो दोस्तों को। हाँ जी हाँ जी। अच्छा जी, हजरत मसीह मऊद वली अल्लाह थे और वलीउल्लाह भी कभी कभार जना कर लिया करते हैं। अगर इन्होंने कभी कभार जना कर लिया तो इसमें हर्ज क्या हुआ। फिर लिखा है कि हमें हजरत मसीह मऊद पर एतराज़ नहीं क्योंकि वो कभी कभी जना करते थे। हमें एतराज़ मौजूदा खलीफा पर है क्योंकि वो हर वक्त जना करता रहता है। अच्छा, खत लिखन वाला कौन है? वो खत लिखन वाला ਜਿਹੜਾ ਪਿਗਾਮੀ ਹੈ ਇਹ ਲੋ, ਠੀਕ ਹੈ ਜੀ, ਯਾਨੀ ਲੋਰੀ ਜਮਾਤ ਦਾ। ਹੁਣ ਇਹ ਵੀ ਨਹੀਂ ਕਹਿ ਸਕਦੇ ਕਿ ਇਹ ਕੋਈ ਮਿਰਜ਼ੇ ਕਾਦੀਆਨੀ ਦੇ ਉੱਤੇ ਲਾਨਤ ਕਰਨ ਵਾਲਾ ਬੰਦਾ ਸੀ। ਉਹ ਤੇ ਮਿਰਜ਼ੇ ਨੂੰ ਮੰਨਣ ਵਾਲਾ ਬੰਦਾ ਸੀ ਜਿਹਨੇ ਖਤ ਲਿਖਿਆ। ਉਹ ਲਿਖਦਾ ਪਿਆ ਕਿ ਮਿਰਜ਼ਾ ਕਾਦੀਆਨੀ ਵਲੀ ਅੱਲਾ ਸੀ ਤੇ ਕਦੀ ਕਦੀ ਜ਼ਨਾ ਕਰਦਾ ਹੁੰਦਾ ਸੀ। ਇਹ ਸਫਾ ਨੰਬਰ ਜੇ ਜਨਾਬ 6 ਨੰਬਰ ਸਫਾ। ਹੋ ਗਿਆ ਚੀਜ਼ ਬਾਕੀ ਹੈ ਨਾ, ਹੁਣ ਇਹ ਵੀ ਕੱਢ ਦੇਣਗੇ ਇਹਨਾਂ ਨੇ। ਹੁਣ ਇਹ ਚੀਜ਼ ਖੁਤਬਾ ਵਿੱਚ ਵੀ ਕੱਢਣੀ ਹੈ ਇਹਨਾਂ ਨੇ, ਖੁਤਬਾ ਦਾ ਮੂੰਹ ਚ ਵੀ ਛਾਪਿਆ ਇਹੀ ਖਤ ਜਿਹੜਾ। ਹਾਂਜੀ ਹਾਂਜੀ, ਖਤ ਛਾਪੇ ਹੈ। ਹਾਂਜੀ ਹਾਂਜੀ ਹਾਂ, ਇਹਨਾਂ ਨੇ ਉਹ ਉੱਥੋਂ ਵੀ ਕੱਢਣਾ ਜੇ ਦੇਖ ਲੈਣਾ, ਉਹਦਾ ਵੀ ਜਦੋਂ ਵੀ ਐਡੀਸ਼ਨ ਹੋਇਆ ਇਹਨਾਂ ਨੇ ਕਹਿਣਾ ਕੱਢੋ ਯਾਰ, ਇਹ ਤੇ ਬਹੁਤ ਜ਼ਿਆਦਾ ਆਪਣੀ ਜਮਾਤ ਹੀ ਸਾਫ਼ ਸਾਨੂੰ ਪਤਾ ਲੱਗ ਰਿਹਾ ਕਿ ਜਮਾਤ ਦੇ ਲੋਕਾਂ ਨੂੰ ਪਤਾ ਸੀ ਜ਼ਾਨੀਆਂ ਦੀ ਜਮਾਤ, ਇਹਦੇ ਤੇ ਚਿੱਤਰ ਹੀ ਬਹੁਤ ਪੈਂਦੇ ਨੇ। ਅੱਛਾ ਯਾਰ, ਹੁਣ ਨਾ ਮੈਨੂੰ ਇੱਕ ਗੱਲ ਜ਼ੇਨ ਚਾਹੀਏ। ਇਹ ਜਿੰਨੇ ਮੈਂ ਕੈਮਰਾ ਆਨ ਕਰਕੇ ਇਹ ਕਿਤਾਬਾਂ ਓਰੀਜਨਲ ਇਹਨਾਂ ਦੀ ਵੈਬਸਾਈਟ ਤੋਂ ਵਿਖਾ ਰਿਹਾ, ਤੇ ਸਾਰੇ ਦੋਸਤ ਇਹ ਕੰਮ ਕਰੋ, ਰਿਕਾਰਡ ਦਾ ਇਹਨੂੰ ਹਿੱਸਾ ਬਣਾਓ ਤੇ ਉਹ ਨਾ ਓਰੀਜਨਲ ਵੈਬਸਾਈਟ ਤੋਂ ਇਹ ਕਿਤਾਬਾਂ ਵਿਖਾਓ ਤਾਂ ਕਿ ਉਹ ਇੱਕ ਰਿਕਾਰਡ ਦਾ ਹਿੱਸਾ ਬਣ ਜਾਏ ਤੇ ਉਹਦੀ ਫਿਰ ਰਿਕਾਰਡਿੰਗ ਵੀ ਕਰੋ। ਇਹਨਾਂ ਨੇ ਜੇ ਅਗਲੇ 2-4-5 ਸਾਲਾਂ ਦੇ ਵਿੱਚ ਬੜਾ ਕੁਝ ਕਰਨਾ ਹੈ ਤਾਂ ਕਿ ਉਹ ਅੱਜ ਦਾ ਰਿਕਾਰਡ ਬਣਿਆ ਹੋਇਆ ਅਗਲੀ ਕੌਮ ਨੂੰ ਫਾਇਦਾ ਦੇਵੇ। ਇਹ ਜ਼ਿਆਦਾ ਗੰਦੇ ਹੋਣਗੇ। ਮਿਸਾਲ ਅੱਜ ਦੀ ਇਹ ਵੀਡੀਓ ਰਿਕਾਰਡ ਹੋ ਰਹੀ ਹੈ, ਅਗਰ 5 ਸਾਲ ਬਾਅਦ ਇਹਨਾਂ ਨੇ ਕੁਝ ਕਤਾਬੁਰੀਦ ਕੀਤੀ, ਖੁਰਦਬੁਰਦ ਕੀਤਾ ਤੇ ਅਗਲੀਆਂ ਨਸਲਾਂ ਸਾਡੀਆਂ ਵੀਡੀਓਜ਼ ਨੂੰ ਪੇਸ਼ ਕਰਕੇ ਹਵਾਲਾ ਦੇਣਗੇ, ਕਹਿ ਲੋ ਇਹ ਹਵਾਲਾ ਮੌਜੂਦ ਹੈ, ਤੁਸੀਂ ਉਹ ਕਿੱਧਰ ਕੀਤਾ ਜੇ। ਜਿਹੜੀਆਂ ਡਿਬੇਟ ਫੋਰਮ ਨਹੀਂ ਗਏ ਫੇਸਬੁੱਕ ਦੇ ਦੂਸਰੇ ਬਲੌਗਾਂ ਦੇ, ਉੱਥੇ ਕਈ ਭਾਈ ਦੀਆਂ ਵੀਡੀਓਜ਼ ਲਿੰਕ ਹੋਈਆਂ ਹੀ ਆ ਪੁਰਾਣੀਆਂ, ਤੁਹਾਡੀਆਂ ਲਿੰਕ ਹੋਏ ਨੇ ਬਿਆਨ ਲੋਕੀ ਕਰਦੇ ਨੇ ਤੁਹਾਡੀ ਵੀਡੀਓਜ਼ ਨੂੰ ਲਿੰਕ ਅਪ। ਉਹੀ ਗੱਲਾਂ ਨੇ ਨਾ ਜੀ,
ਗੱਲ ਹੈ ਜੇ ਕਿ ਹੁਣ ਫੇਸਬੁੱਕ ਅਸਲ 'ਚ ਰੌਲਾ ਵਿੱਚ ਹੈ ਵੇ ਕਿ ਫੇਸਬੁੱਕ ਦੀ ਪਾਲਿਸੀਜ਼ ਕੁਝ ਅਜੀਬੋ ਗਰੀਬ ਜਿਹੀਆਂ ਨੇ। ਫੇਸਬੁੱਕ ਤੇ ਫਲਾਪ ਹੋ ਚੁੱਕੇ ਹੈ, ਉਹ ਬੜੀ ਦੇਰ ਦਾ ਸੀ ਉਹਨੂੰ ਆਪਣੇ ਖਾਤੇ 'ਚੋਂ ਕੱਢ ਦਿੱਤਾ ਹੋਇਆ ਹੈ। ਹੁਣ ਜਿਹੜਾ ਸਟਰੋਂਗ ਮੀਡੀਆ ਚੱਲ ਰਿਹਾ ਵੇ ਨਾ, ਉਹ ਵੇ ਚੱਲ ਰਿਹਾ ਜਾਂ ਤੇ ਟਿਕਟਾਕ ਜੇ ਤੇ ਜਾਂ YouTube ਹੈ। WhatsApp ਵੀ ਜਿਹੜਾ ਵੇ ਉਹ ਵੀ ਬਸ ਖਿਸਕ ਗਿਆ। ਤੇ ਅੱਜ ਜਿਹੜੇ ਪੀਪ ਤੇ ਜਾ ਰਹੇ ਨੇ ਨਾ, ਇਹ ਦੋ ਨੇ। ਤੇ ਜਾਂ ਮਤਲਬ ਟਵਿੱਟਰ ਵੀ ਥੋੜਾ ਜਿਹਾ ਕਦਰੇ ਥੋੜਾ ਜਿਹਾ ਹੈ ਵੇ, ਉਹਦੇ 'ਚ ਇੰਨੀਆਂ ਸਹੂਲਤਾਂ ਨਹੀਂ ਹੈ। ਉਹਦੀ ਸਪੇਸ ਦੇ ਉੱਤੇ ਜਿਵੇਂ ਖੁੱਲ ਕੇ ਅਸੀਂ ਕੰਮ ਟਿਕਟਾਕ ਤੇ ਜਾਂ YouTube ਤੇ ਕਰ ਸਕਨੇ ਆ, ਤੇ ਉਨੀਆਂ ਸਹੂਲਤਾਂ ਉੱਥੇ ਸਪੇਸ ਤੇ ਨਹੀਂ ਹੁੰਦੀਆਂ। ਤੇ ਬਹਰਹਾਲ ਇਹ ਵੇ ਕਿ ਆਪਣੇ ਆਪਣੇ ਤਾਈਂ ਹਰ ਇੱਕ ਬੰਦਾ ਦਾ ਇਹ ਕਿਰਦਾਰ ਆਪਣਾ ਅਦਾ ਕਰੇ। ਹੁਣ ਵੇਖੋ ਮੇਰੇ ਨਾਲ ਮਸਾਇਲ ਇਹ ਨੇ ਕਿ ਮੈਂ ਵੀਡੀਓ ਆਪਣੇ ਟਿਕਟਾਕ ਤੋਂ ਕੋਈ ਅਪਲੋਡ ਕਰਨਾ, ਉਸੇ ਟਾਈਮ ਉਹ ਬੈਨ ਹੋ ਜਾਂਦੀ ਹੈ ਤੇ ਉਹ ਮੈਂ ਨਹੀਂ ਕਰ ਸਕਦਾ। ਇਹ ਕੰਮ ਤੁਸੀਂ ਕਰ ਸਕਦੇ ਹੋ। ਹੁਣ ਤੁਸੀਂ ਜਿਹੜੀ ਕੰਟਰੀ 'ਚ ਰਹਿੰਦੇ ਹੋ, ਜਿਹੜੇ ਮੁੰਡੇ ਰਹਿੰਦੇ ਨੇ, ਹੋ ਸਕਦਾ ਉੱਥੋਂ ਦੀ ਪਾਲਿਸੀ ਕੁਝ ਹੋਰ ਹੋਏ, ਤੇ ਇਹ ਛੋਟੇ ਛੋਟੇ ਹਵਾਲਿਆਂ ਦੀਆਂ ਵੀਡੀਓ ਬਣਾ ਕੇ ਅਪਲੋਡ ਕਰਿਆ ਕਰੋ, ਉਹ ਬੜੀਆਂ ਫਾਇਦੇਮੰਦ ਨੇ। ਉਹ ਸਾਡਾ ਇੱਥੇ ਮੁੰਡਾ ਸੀ ਇੱਕ ਅਸਦ, ਉਹ ਪਤਾ ਨਹੀਂ ਅੱਲਾ ਉਹਨੂੰ ਗਰੀਕੇ ਰਹਿਮਤ ਕਰੇ, ਕਿੱਥੇ ਫੌਤ ਹੋ ਗਿਆ ਅੱਜ ਕੱਲ੍ਹ। ਉਹਨੇ ਬੜੀ ਵੀਡੀਓ ਬਣਾਈ ਹੈ ਨਾ, ਛੋਟੇ ਛੋਟੇ ਇੱਕ ਇੱਕ ਹਵਾਲਾ ਲੈ ਕੇ ਉਹਨੇ ਵੀਡੀਓ ਬਣਾ ਕੇ ਟਿਕਟਾਕ ਤੇ ਅਪਲੋਡ ਕੀਤੀਆਂ। ਤੇ ਇੰਝ ਦੇ ਕੰਮ ਕਰੋ ਤਾਂ ਕਿ ਜਿਹੜਾ ਵੇ ਨਾ ਅਵੇਅਰਨੈਸ ਆਉਂਦੀ ਹੈ ਕੌਮ ਨੂੰ, ਔਰ ਚੀਜ਼ਾਂ ਉੱਥੋਂ ਫਿਰ ਸ਼ੇਅਰ ਹੁੰਦੀਆਂ ਨੇ, ਸ਼ੇਅਰ ਦਰ ਸ਼ੇਅਰ ਹੁੰਦੀਆਂ ਰਹਿੰਦੀਆਂ। ਤੇ ਇਹ ਕੰਮ ਕਰਿਆ ਕਰੋ, ਛੋਟੇ ਛੋਟੇ ਹਵਾਲਾ ਜਾਤ ਲੈ ਕੇ ਉਹਦੇ ਤੇ ਵੀਡੀਓਜ਼ ਬਣਾਇਆ ਕਰੋ। ਤੇ ਸਾਡੇ ਨਾਲ ਜਿਹੜਾ ਕੰਮ ਅਸੀਂ ਨਹੀਂ ਕਰ ਸਕਦੇ, ਕੰਮ ਤੁਸੀਂ ਕਰਦੇ ਹੋ ਜੀ। ਕੋਈ ਕਾਲਰ ਦੇ ਨਾਲ ਸਾਡੇ ਹਮਜ਼ਾ ਸਾਹਿਬ ਕੋਈ ਗੱਲ ਕਰਨਾ ਚਾਹੁੰਦੇ ਹੋ ਤੇ ਮਾਈਕ ਓਪਨ ਕਰ ਲਓ, ਤੁਹਾਡਾ ਮਾਈਕ ਨਹੀਂ ਤੇ ਹਮਜ਼ਾ ਸ਼ਹਿਰੋਜ਼ ਸਾਹਿਬ। ਵਾਲੇਕੁਮ ਭਾਈਜਾਨ, ਠੀਕ ਠਾਕ ਹੋ ਸਾਰੇ? ਵਾਲੇਕੁਮ ਸਲਾਮ ਜੀ, ਅੱਲਾਹ ਦਾ ਕਰਮ। ਉਹ ਭਾਈਜਾਨ ਤੁਹਾਡੀਆਂ ਗੱਲਾਂ ਸੁਣ ਰਹੇ ਸੀਗੇ, ਬਸ ਗੱਲਾਂ ਹੀ ਸੁਣ ਰਿਹਾ। ਮੈਂ 2 ਦਿਨ ਗਿਆ ਸੀਗਾ ਉੱਥੇ, ਨਵਾਂ ਟਿਕਟੋਕ ਬਣਾਇਆ ਤੇ ਉਹਦੇ 'ਚ ਕਾਦੀਆਨੀ ਦਾ ਚੱਲਣ ਡਿਆ ਸੀ, ਤੇ ਮੈਂ 2 ਦਿਨ ਉੱਥੇ ਪਾਰਟੀਸਪੇਟ ਕੀਤਾ ਤੇ ਉਹਨਾਂ ਦੀ ਤੇ ਗੱਲਾਂ ਹੀ ਹੋਰ ਸਨ। ਤੇ ਮੈਂ ਉੱਥੇ ਵੀ ਖਾਮੋਸ਼ੀ ਦੇ ਨਾਲ ਸੁਣਦਾ ਰਿਹਾ, ਤੇ ਇੱਥੇ ਆਇਆ ਵਾਂ ਤੇ ਇੱਥੇ ਵੀ ਖਾਮੋਸ਼ੀ ਦੇ ਨਾਲ ਸੁਣਨ ਡਿਆ ਵਾਂ। ਦੋਵੇਂ ਪਾਸੇ ਖਾਮੋਸ਼ ਹੋ ਗਏ, ਉੱਧਰ ਵੀ ਖਾਮੋਸ਼ ਤੇ ਇੱਧਰ ਵੀ ਖਾਮੋਸ਼। ਉਹ ਜ਼ਾਹਰੀ ਗੱਲ ਹੈ, ਜਦੋਂ ਲੈਕ ਆਫ ਕਮਿਊਨੀਕੇਸ਼ਨ ਹੋਵੇ, ਕੋਈ ਇਲਮ ਦਾ ਇਨਸਾਨ ਨੂੰ ਨਾ ਪਤਾ ਹੋਵੇ, ਤੇ ਫਿਰ ਖਾਮੋਸ਼ੀ ਦੇ ਨਾਲ ਸੁਣਨਾ ਹੀ ਚਾਹੀਦਾ ਹੈਗਾ। ਕਿੰਨੀ ਉਮਰ ਹੈ ਜਨਾਬ ਦੀ? ਮੇਰੀ 29 ਸਾਲ ਉਮਰ ਹੈ ਜੀ। ਪਾਕਿਸਤਾਨ ਚੋਂ ਕਿ ਬਾਹਰ? ਮੈਂ ਬਾਹਰ ਇੰਗਲੈਂਡ 'ਚ ਹੈਗਾ। ਇੰਗਲੈਂਡ ਚ? ਤੇ ਅੱਗੇ ਇੰਗਲੈਂਡ ਤੁਹਾਨੂੰ ਕਦੇ ਨਹੀਂ ਕੋਈ ਮਿਰਜ਼ਾਈ ਮਿਲਿਆ ਗਲੀ ਮੁਹੱਲੇ 'ਚ? ਇੰਗਲੈਂਡ ਤੋਂ ਨਾ ਮਿਰਜ਼ਾਈ ਜੀ ਨਾ, ਮੈਂ ਕਦੇ ਮੱਥੇ ਨਹੀਂ ਲੱਗਾ ਕਿਸੇ ਦੇ। ਪਾਕਿਸਤਾਨ ਦੇ ਬਥੇਰੇ ਲੱਗਦੇ ਸਨ, ਤੇ ਇੱਥੇ ਤੇ ਕਦੇ ਮੈਨੂੰ ਪਤਾ, ਇੱਥੇ ਕੋਈ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਕੌਣ ਹੈ ਕੌਣ ਨਹੀਂ ਹੈ। ਪਾਕਿਸਤਾਨ ਕਿਹੜੇ ਇਲਾਕੇ 'ਚ ਤਲਕ ਹੈ ਆਪਦਾ? ਮੋਸਟਲੀ ਸਾਡੇ ਬੰਦੇ ਜਿਹੜੇ ਨੇ ਫੈਸਲਾਬਾਦ ਤੋਂ। ਫੈਸਲਾਬਾਦ? ਅੱਛਾ, ਹਾਂ ਉੱਥੇ ਫੈਸਲਾਬਾਦ ਨਾਲ ਹੀ ਲੱਗਦਾ ਵੇ ਨਾ ਚਨਾਬ ਨਗਰ, ਰਬੂਆ, ਤੇ ਉੱਥੇ ਚਲੋ ਕਾਦੀਆਨੀ ਮੰਨੇ ਜਾਂਦੇ ਨੇ ਕਿ ਥੋੜੇ ਬਹੁਤ ਹੈ ਨੇ। ਠੀਕ ਹੈ ਜੀ। ਤੇ ਯੂਕੇ ਤੁਸੀਂ ਆਂਦੇ ਪਤਾ, ਯੂਕੇ ਤੇ ਇਹ ਆਂਦੇ ਨੇ ਅਸੀਂ ਪੂਰੀ ਦੁਨੀਆ ਜੀ, ਪਤਾ ਨਹੀਂ ਉਹ ਸਾਡੀ ਤਾਦਾਦ ਇੰਨੀ ਹੋ ਗਈ ਹੈ। ਤੇ ਮੈਂ ਉਹਨਾਂ ਕੋਲ ਸਵਾਲ ਕੀਤਾ ਸੀਗਾ ਉਸ ਦਿਨ, ਮੈਂ ਪੁੱਛਿਆ, ਮੈਂ ਕਿਹਾ ਜੀ ਜੇ ਤੁਹਾਡਾ ਜਿਹੜਾ ਮਸਲਕ ਹੈਗਾ ਇਹ 1880 ਤੋਂ ਤੁਸੀਂ ਕਹਿੰਦੇ ਚੱਲਦਾ ਪਿਆ, ਤੇ ਇਹ ਤੁਹਾਡੀ ਕਮਿਊਨਿਟੀ ਕਿੰਨੀ ਕੁ ਹੈਗੀ ਹੈ? ਤੇ ਉਹਨਾਂ ਮੈਨੂੰ ਦੱਸਿਆ ਕਿ ਪਤਾ ਨਹੀਂ 14 ਕਰੋੜ ਸਾਡੀ ਕਮਿਊਨਿਟੀ ਹੋ ਗਈ ਹੈ। ਉਹ ਨਹੀਂ, ਉਹ ਥੋੜਾ ਦੱਸਿਆ ਤੁਹਾਨੂੰ ਇਹਨਾਂ ਨੇ, ਉਹ 14 ਅਰਬ ਦੱਸਿਆ ਹੋਣਾ ਹੈ ਤੁਹਾਨੂੰ, ਸ਼ਾਇਦ ਸਮਝ ਨਹੀਂ। ਉਹ 8 ਕਰੋੜ ਤੇ ਉਹਨਾਂ ਨੇ 2000 ਦੇ ਵਿੱਚ ਕਾਦੀਆਨੀ ਕੀਤੇ ਨੇ, 4 ਕਰੋੜ ਤੇ ਉਹਨਾਂ ਨੇ 2001 ਦੇ ਵਿੱਚ ਕਾਦੀਆਨੀ ਕੀਤੇ ਨੇ। ਅੱਜ ਤੱਕ ਜਿਹੜੇ ਨੇ ਪੂਰੀ ਦੁਨੀਆ ਦੀ ਆਬਾਦੀ ਕਿੰਨੀ ਕੁ ਹੈ, ਕੋਈ ਪਤਾ ਹੈ ਕਿਸੇ ਨੂੰ? ਪੂਰੀ ਦੁਨੀਆ ਦੀ ਆਬਾਦੀ ਮੈਂ ਬੋਲਦੇ ਨੇ 8 ਅਰਬ। 8 ਅਰਬ। ਹਮਜ਼ਾ ਸਾਹਿਬ ਜਿਹੜਾ ਨਾ, ਉਹਨਾਂ ਨੇ ਫਿਰ 14 ਅਰਬ ਦੱਸਿਆ ਹੋਣਾ ਹੈ। ਉਹ ਹੈ ਨਾ, ਇਹ ਜਿਹੜੇ ਦੁਨੀਆ ਦੇ ਉੱਤੇ ਜਿਹੜੇ ਇਹ ਚੂਹੇ, ਸੂਰ, ਖੰਜ਼ੀਰ, ਬਾਂਦਰ, ਕੁੱਤੇ, ਇਹ ਸਾਰੇ ਵੀ ਪਾ ਕੇ ਨਾ ਉਹ ਕਾਊਂਟ ਕਰਕੇ ਆਪਣੀ ਤਾਦਾਦ ਦੱਸਦੇ ਹੁੰਦੇ ਨੇ।
ਹਾਂ ਸੱਚੀ ਗੱਲ, ਮੈਂ ਝੂਠ ਨਹੀਂ ਕਹਿ ਰਿਹਾ। ਅੰਦਾਜ਼ਾ ਮੁਫਤੀ ਸਾਹਿਬ ਇਹਨਾਂ ਦੀ ਜਹਾਲਤ ਦਾ ਅੰਦਾਜ਼ਾ ਇਸ ਤਰ੍ਹਾਂ ਲਾ ਲਓ ਕਿ ਦੁਨੀਆ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਅਸੈਂਬਲੀ ਦੇ ਵਿੱਚ 194 ਮੁਲਕ 95 ਮੁਲਕ ਰਜਿਸਟਰ ਨੇ। ਅਜੀ ਜੀ ਗੂਗਲ ਕਹਿੰਦੀ ਹੈ ਪਈ ਕਿ 95 ਮੁਲਕ ਨੇ, ਇੱਕ ਮੁਲਕ ਦੇ ਉੱਤੇ ਡਾਊਟ ਹੈ, ਯਾਨੀ ਟੋਟਲ 196 ਬੰਦੇ ਨੇ। ਹਾਂ ਤੇ ਅੱਛਾ ਜੀ, ਮੈਂ ਉਹਨਾਂ ਕੋਲੋਂ ਇੱਕ ਸਵਾਲ ਹੋਰ 225 ਪੁੱਛਿਆ। ਮੁਲਕਾਂ ਦੇ ਵਿੱਚ ਦਿਮਾਗ 225 ਮੁਲਕਾਂ 'ਚ ਪਹੁੰਚ ਗਏ। ਹਾਂ ਮੈਂ ਜੀ ਉਹਨਾਂ ਕੋਲ ਇੱਕ ਸਵਾਲ ਹੋਰ ਪੁੱਛਿਆ। ਮੈਂ ਉਹਨਾਂ ਨੂੰ ਪੁੱਛਿਆ ਕਿ ਜੀ ਆਪਣਾ ਤੁਸੀਂ ਇਹ ਗਰੁੱਪ ਬਣਾਇਆ ਵੇ ਤੇ ਇੱਥੇ ਸਾਡੇ ਜਿਹੜੇ ਕੋਈ ਜਜ਼ਬਾਤੀ ਮੁੰਡੇ ਨੇ ਜਿਨ੍ਹਾਂ ਨੂੰ ਕੋਈ ਇਲਮ ਦਾ ਨਹੀਂ ਪਤਾ, ਬੰਦੇ ਨੂੰ ਪਤਾ ਲੱਗ ਜਾਂਦਾ ਕਿ ਯਾਰ ਇਹ ਇੱਥੇ ਆ ਕੇ ਫਸ ਗਿਆ, ਫਜ਼ੂਲ ਇਹਨਾਂ ਦੀ ਗੱਲਾਂ 'ਚ ਆਣ ਡਿਆ। ਤੇ ਮੈਂ ਸਵਾਲ ਕੀਤਾ ਕਿ ਯਾਰ ਤੁਸੀਂ ਇੱਥੇ ਕਿਤੇ ਮੁਫਤੀ ਨੂੰ ਕਿਉਂ ਨਹੀਂ ਲੈਂਦੇ, ਇੱਥੇ ਕਿਸੇ ਆਲਮ ਨੂੰ ਕਿਉਂ ਨਹੀਂ ਲੈਂਦੇ, ਇੱਥੇ ਕਿਸੇ ਐਸੇ ਬੰਦੇ ਨੂੰ ਕਿਉਂ ਨਹੀਂ ਲੈਂਦੇ ਜਿਹਨੂੰ ਕੋਈ ਇਲਮ ਹੋਵੇ। ਉਹ ਆਂਦੇ ਨੇ, ਉਹ ਆਂਦੇ ਹੀ ਕੋਈ ਨਹੀਂ, ਗਾਲਾਂ ਕੱਢਦੇ ਨੇ ਸਾਨੂੰ। ਆ ਵੀ ਪੁੱਛਿਆ ਕਰੋ, ਨਾਲੇ ਉਸ ਮੁਫਤੀ ਦਾ ਵੀ ਨਾਮ ਪੁੱਛਿਆ ਜੇ ਕਿ ਕਿਹੜਾ ਮੁਫਤੀ ਨਾਲ ਕਦੀ ਤੁਹਾਡੀ ਗੱਲ ਹੋਈ ਹੋਏ ਤੇ ਉਹਦੀ ਕੋਈ ਗਾਲ ਸਾਨੂੰ ਵਹਾਓ, ਜਿਹੜੀ ਉਹਨੇ ਤੁਹਾਨੂੰ ਕੋਈ ਗਾਲ ਗੂਲ ਕੱਢੀ ਹੋਏ। ਤੇ ਨਾਲੇ ਇਹਦਾ ਇੱਕ ਹੋਰ ਵੀ ਜਵਾਬ ਹੈ। ਉਹ ਜਵਾਬ ਹੈ ਵੇ ਕਿ ਉਹ ਗਾਲ ਤੁਹਾਨੂੰ ਜਦੋਂ ਕੋਈ ਵਹਾ ਦੇਣ ਨਾ ਤੇ ਉਹਨਾਂ ਨੂੰ ਕਹਿਣਾ ਕਿ ਬਿਲ ਫਰਜ਼ ਗਾਲ ਵੀ ਕੱਢੀ ਹੈ, ਲੇਕਿਨ ਉਸ ਬੰਦੇ ਦਾ ਇੱਕ ਇਤਰਾਜ਼ ਵੇਖ ਤੇ ਉਹ ਇਤਰਾਜ਼ ਦਾ ਕੀ ਜਵਾਬ ਹੈ। ਚਲੋ ਉਹ ਤੇ ਉਹਨੇ ਗਾਲ ਕੱਢੀ, ਉਹਦਾ ਆਪਣਾ ਜ਼ਾਤੀ ਫੇਲ, ਉਹਨੂੰ ਅਸੀਂ ਬੁਰਾ ਕਹਿੰਦੇ ਆ, ਉਹਨੇ ਉਹ ਗਲਤ ਕੀਤਾ, ਚਲੋ ਠੀਕ ਹੈ, ਅਸੀਂ ਮੁਜ਼ੰਮਤ ਕਰਨੇ ਆ। ਗਾਲ ਕੱਢਣ ਦੇ ਮਾਮਲੇ 'ਚ ਅਸੀਂ ਤੁਹਾਡੇ ਨਾਲ ਖਲੋਤੇ ਆ, ਅਸੀਂ ਮੁਜ਼ੰਮਤ ਕਰਨੇ। ਲੇਕਿਨ ਸਵਾਲ ਹੈ ਵੇ ਕਿ ਉਹਨੇ ਜਿਹੜਾ ਸਵਾਲ ਕੀਤਾ ਸੀ ਉਹਦਾ ਜਵਾਬ ਕਿੱਥੇ ਜੀ? ਸਹੀ ਹੈ। ਹਮਜ਼ਾ ਸਾਹਿਬ ਕਿਹੜੇ ਸ਼ਹਿਰ ਵਿੱਚੋਂ? ਇੰਗਲੈਂਡ? ਲੂਟਨ ਵਿੱਚੋਂ। ਅੱਛਾ, ਲੂਟਨ ਹੋ ਤੁਸੀਂ। ਤੇ ਅਸਲ ਵਿੱਚ ਗੱਲ ਇਹ ਹੈ ਕਿ ਇਹ ਥੋੜੇ ਜਿਹੇ ਲੰਡਨ ਵਿੱਚ ਨੇ, ਇਹ ਇਤਨੇ ਹੈ ਹੀ ਨਹੀਂ ਇੰਗਲੈਂਡ ਵਿੱਚ। ਇਹ ਜੋ ਕੋਈ ਦੱਸਦੇ ਨਾ ਉਤਨਾ ਕੁਝ ਵੀ ਨਹੀਂ ਹੈ। ਇਹ ਮੈਨਚੈਸਟਰ ਤੀਸਰਾ ਵੱਡਾ ਸ਼ਹਿਰ ਹੈ ਇੰਗਲੈਂਡ ਦਾ, ਤੇ ਇਹਨਾਂ ਦੀ ਕੋਈ ਐਕਟੀਵਿਟੀ ਨਹੀਂ ਹੈ, ਕੁਝ ਨਹੀਂ ਹੈ। ਇੱਕ ਇਹਨਾਂ ਦੀ ਇਬਾਦਤ ਗਾਹ ਇੱਥੇ, ਤਾਂ ਉਹ ਕਦੇ ਵੀ ਉੱਥੇ 2 4 6 ਗੱਡੀਆਂ ਤੋਂ ਜ਼ਿਆਦਾ ਨਹੀਂ ਖਲਤੀਆਂ ਹੋਈਆਂ। ਉਹਨਾਂ ਦੀ ਬਰਾੜ ਦੇ ਉੱਤੇ ਤੇ 500-600 ਬੰਦਾ ਉਸ ਵੇਲੇ ਚਿਮੜਿਆ ਹੁੰਦਾ ਹੈ। ਪਤਾ ਨਹੀਂ ਸਾਡਾ ਹੀ ਹੁੰਦਾ ਜਿਹੜਾ ਵੇਖ ਰਿਹਾ ਹੁੰਦਾ। ਅੱਛਾ, ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ ਕਿ ਸਾਡੇ ਨਾ ਪਾਕਿਸਤਾਨ ਦੇ ਵਿੱਚ ਮਾਈਕ ਜ਼ਰਾ ਹਮਜ਼ਾ ਭਾਈ ਮਿਊਟ ਕਰਨਾ, ਤੁਹਾਡੀ ਤਰਫੋਂ ਸ਼ੋਰ ਆ ਰਿਹਾ। ਅੱਛਾ, ਉਹ ਨਾ ਪਾਕਿਸਤਾਨ 'ਚ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਕਰਾਚੀ ਅਸੀਂ ਪੜ੍ਹਨ ਜਾਣਾ ਤੇ ਟ੍ਰੇਨ ਦੇ ਉੱਤੇ ਸਫ਼ਰ ਹੁੰਦਾ ਸੀ ਤੇ ਕਦੀ ਕਦੀ ਬੱਸ ਦੇ ਉੱਤੇ ਵੀ ਅਸੀਂ ਬਾਈ ਰੋਡ ਬੱਸ ਤੇ ਵੀ ਜਾਂਦੇ ਸਾਂ। ਅੱਛਾ, ਉਹਨਾਂ ਇੱਕ ਇੱਥੇ ਗੁਜਰਾਂਵਾਲੇ ਦੇ ਵਿੱਚ ਹੀ ਇੱਕ ਛੋਟਾ ਜਿਹਾ ਪਿੰਡ ਹੈ ਵਨੀਆਂ, ਉੱਥੇ ਇੱਕ ਕੋਈ ਦਰਬਾਰ ਹੈ ਜਾਂ ਕੋਈ ਪਤਾ ਨਹੀਂ ਕੋਈ ਚਿੱਲਾ ਗਾ ਜਾਂ ਕੋਈ ਇੰਜ ਦਾ ਕੋਈ ਹੈ ਵੇ ਸਿਸਟਮ। ਉਹ ਨਾ ਸ਼ੱਬੇ ਵਜਦਾਨ ਦੇ ਨਾਮ ਤੇ ਉਹਨਾਂ ਨੇ ਸਾਲ ਬਾਅਦ ਨਾ ਚੈਕਿੰਗ ਕਰਵਾਉਣੀ ਹੁੰਦੀ ਸੀ। ਲੋ ਜੀ ਫਲਾਂ ਡੇਟ ਉਹਨਾਂ ਨੇ ਦੇ ਦੇਣੀ ਜੀ, ਸ਼ੱਬੇ ਵਿਜਦਾਨ ਹੋਏਗੀ, ਯਾਨੀ ਵਜਦ ਦੀ ਰਾਤ। ਅੱਛਾ ਜੀ, ਉਹ ਭਾਈ ਜੀ ਉਹ ਇੰਨੀ ਕੁ ਚੈਕਿੰਗ ਹੁੰਦੀ ਸੀ, ਅੱਲਾ ਦੀ ਕਸਮ, ਕਰਾਚੀ ਜਾਣਾ, ਕਰਾਚੀ ਦੀ ਵਾਰਾਂ ਦੇ ਉੱਤੇ ਉਹ ਯਾਨੀ ਉਹ ਕਰੋੜਾਂ ਰੁਪਈਆ ਉਸ ਚੈਕਿੰਗ ਤੇ ਲਾਉਂਦੇ ਹੁੰਦੇ ਸਾਜੇ, ਕਰੋੜਾਂ ਰੁਪਈਆ ਸਿਰਫ ਚੈਕਿੰਗ। ਤੇ ਇੰਨਾ ਕੁ ਰੌਲਾ ਪਾ ਦੇਣਾ ਉਹਨਾਂ ਨੇ, ਓਏ ਹੋਏ, ਇੰਜ ਲੱਗਣਾ ਜਿਵੇਂ ਪੂਰੀ ਦੁਨੀਆ, ਪੂਰੇ ਪਾਕਿਸਤਾਨ ਹੀ ਉਹਨਾਂ ਦਾ ਮੁਰੀਦ ਹੈ। ਤੇ ਅੱਛਾ ਜੀ, ਉਹ ਜਦੋਂ ਸ਼ੱਬੇ ਵਜਦਾਨ ਆ ਜਾਣੀ ਕਰਨੀ ਨਾ ਤੇ ਬੰਦੇ ਕਿੰਨੇ ਹੋਣੇ? ਕੋਈ 100 ਹੋਣਾ, 200 ਹੋਣਾ ਜਾਂ 150 ਹੋਣਾ। ਤੇ ਇਹ ਹੁੰਦਾ ਵੀ ਨਫਸਿਆਤੀ ਤੌਰ ਤੇ ਕੋਈ ਇੰਜ ਦੇ ਕੀਤੇ ਜਾਂਦੇ ਨੇ ਮਾਮਲਾਤ ਕਿ ਰੌਲਾ ਇੰਨਾ ਕੁ ਪਾ ਦਿਓ ਇੰਜ ਹੀ ਲੱਗੇ ਕਿ ਜਿਵੇਂ ਸਾਰੀ ਦੁਨੀਆ ਹੀ ਤੁਹਾਡੀ ਹੋ ਗਈ ਹੈ, ਸਾਰੀ ਦੁਨੀਆ ਹੀ ਕਾਦੀਆਨੀ ਹੋ ਚੁੱਕੀ ਹੈ। ਸਮਝ ਆਈ? ਕਿ ਬੰਦੇ ਕਿੰਨੇ ਨੇ ਪੂਰੀ ਦੁਨੀਆ, ਪੂਰੀ ਵਰਲਡ ਦੇ ਵਿੱਚ 3 ਲੱਖ ਤੋਂ ਘੱਟ ਤਾਦਾਦ ਹੈ ਇਹਨਾਂ ਦੀ, ਪੂਰੀ ਦੁਨੀਆ 'ਚ 3 ਲੱਖ ਤੋਂ ਘੱਟ ਤਾਦਾਦ ਹੈ। ਤੇ ਰੌਲਾ ਪਾਣਗੇ, ਇੰਨਾ ਰੌਲਾ, ਇੰਨੀ ਕੁ ਖੱਪ ਪਾਣਗੇ ਕਿ ਜਿਵੇਂ ਓਏ ਹੋਏ ਦੁਨੀਆ ਦੇ ਕਿਨਾਰਿਆਂ ਤੱਕ ਪਹੁੰਚ ਗਈ ਹੈ ਕਾਦੀਆਨੀਅਤ। ਲੈ ਯਾਰ, ਜ਼ਿਆਦਾ ਦੂਰ ਕੀ ਜਾਣਾ ਹੈ? ਇਹ ਅਰਬ ਮੁਮਾਲਕ ਦੀ ਵੇਖ ਲਓ। ਹਾਂਜੀ, ਇਹ ਤੁਹਾਡਾ ਕੀ ਇਹਦਾ ਨਾਮ ਹੈ, ਸਊਦੀ ਅਰੇਬੀਆ, ਕਿੰਨੇ ਕੁ ਨੇ ਉੱਥੇ ਕਾਦੀਆਨੀ? ਅੱਜ ਤੱਕ ਸਾਨੂੰ ਤੇ ਨਜ਼ਰ ਆਇਆ ਕੋਈ ਨਹੀਂ। ਹਾਂਜੀ, ਦੁਬਈ ਦੇ ਵਿੱਚ ਕਿੰਨਾ ਕੁ ਕਾਦੀਆਨੀ ਹੈ?
ਕੋਈ ਨਹੀਂ, ਕਦੀ ਵੀ ਨਹੀਂ। ਇੰਜ ਕਤਰ ਵੇ, ਅਮਾਨ ਹੈ, ਮਤਲਬ ਹੈ ਜਿਹੜੇ ਅਰਬ ਕੰਟਰੀਜ਼ ਨੇ, ਕਦੀ ਸਾਨੂੰ ਕਦੀ ਕੋਈ ਨਜ਼ਰ ਆਇਆ ਕੋਈ ਨਹੀਂ। ਯਕੀਨ ਜਾਣੋ ਅਸੀਂ ਵੀ ਆਉਂਦੇ ਜਾਂਦੇ ਹੀ ਰਹਿੰਦੇ ਹਾਂ। ਕੋਈ ਹੈ ਤੇ ਦੱਸੋ। ਅੱਛਾ ਜੀ, ਉਹ ਐਡੀਟਿੰਗ ਕਰਕੇ ਨਾ, ਐਡੀਟਿੰਗ ਤੇ ਲੋ ਜੀ ਇਹਿਰਾਮ ਬੰਨੇ ਅਨਸਰ ਰਜ਼ਾ ਕਾਦੀਆਨੀ ਮੁਰੱਬੀ ਨੇ, ਤੇ ਉਹ ਕਾਬਾਤੁੱਲਾ ਦੇ ਇੰਜ ਕਰਕੇ ਤਵਾਫ ਕਰ ਰਿਹਾ ਹੈ, ਤੇ ਉਹਦੀ ਨਹੀਂ ਤਵਾਫ ਦੀ ਵੀਡੀਓ ਨਹੀਂ, ਉਹਨੇ ਤਸਵੀਰਾਂ ਸ਼ੇਅਰ ਕੀਤੀਆਂ ਨਾ, ਤੇ ਸਾਨੂੰ ਇਹ ਬਾਵਰ ਕਰਵਾਇਆ ਜੀ ਵੇਖੋ ਜੀ ਮੈਂ ਉਮਰਾ ਕਰਕੇ ਆਇਆ ਜੀ। ਗੱਪਾਂ ਉਹ ਯਕੀਨ ਮੰਨਿਓ ਅੱਜ ਉਹ ਦੌਰ ਵੇ ਸੋਸ਼ਲ ਮੀਡੀਆ ਦਾ, ਤੇ ਬੰਦੇ ਨੂੰ ਬੰਦਾ ਇੱਥੇ ਗੁਜਰਾਂਵਾਲੇ ਚ ਬੈਠਾ ਜੇ, ਇਹ ਤਸਵੀਰ ਨਹੀਂ ਵੀਡੀਓ ਦੀ ਗੱਲ ਕਰਨਾ। ਵੀਡੀਓ ਮੇਰੇ ਜੈਸਾ ਇੱਕ ਛੋਟਾ ਜਿਹਾ ਐਡੀਟਰ, ਮੈਨੂੰ ਇੰਨਾ ਐਡੀਟਿੰਗ ਵਗੈਰਾ ਇਹ ਵੋ, ਤੇ ਮੇਰੇ ਜੈਸਾ ਇੰਨੀ ਕੋਈ ਐਡੀਟਿੰਗ ਕਰ ਸਕਦਾ ਹੈ ਕਿ ਮੈਂ ਭਾਵੇਂ ਉਹ ਐਫਲ ਟਾਵਰ ਦੇ ਕੋਲ ਖਲੋ ਕੇ ਵੀਡੀਓ ਬਣਾ ਲਾਂ, ਤੇ ਕਿਆ ਮੈਂ ਪੈਰਿਸ ਪਹੁੰਚ ਗਿਆ। ਉਹ ਯਾਰ ਇੰਜ ਦੇ ਲੋਕਾਂ ਨੂੰ ਫੁੱਦੂ ਬਣਾਉਣਗੇ ਕਿ ਜਿਵੇਂ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਹੈ, ਜੋ ਮਰਜ਼ੀ ਕਰੀ ਜਾਓ। ਹੈ ਅੱਛਾ ਮੁਫਤੀ ਸਾਹਿਬ, ਸਾਡੀ ਨਾ ਉਸ ਦਿਨ ਉਹ ਗੱਲ ਹੋਣ ਡਈ ਸੀ, ਤੇ ਉਸ ਗੱਲ ਚ ਕੋਈ ਸਾਡੀ ਕਿਤਾਬ ਦਾ ਹਵਾਲਾ ਦੇਣ ਡੇ ਸੀ, ਜਿਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਮੱਝ ਦੁੱਧ ਨਾ ਦੇਵੇ ਤੇ ਉਹਦੇ ਕੰਨ ਚ ਕਾਫਰ ਕਵੋ, ਪਤਾ ਨਹੀਂ ਉਹਨੂੰ ਕੀ ਭਾਬੀਆਂ ਨੂੰ, ਤੇ ਉਹ ਦੁੱਧ ਦੇਣਾ ਸ਼ੁਰੂ ਕਰ ਦਿੰਦੀ। ਇਹ ਸਾਡੀ ਬਾਕੀ ਕਿਤਾਬਾਂ 'ਚ ਲਿਖਿਆ ਜਾਂ ਇਹਨਾਂ ਨੇ ਲਿਖਿਆ? ਉਹ ਸਾਡੀ ਕਿਤਾਬਾਂ 'ਚ ਲਿਖਿਆ ਜਾਂ ਨਹੀਂ ਲਿਖਿਆ, ਸਵਾਲ ਤੇ ਇਹ ਵੇ ਕਿ ਜਦੋਂ ਬੰਦਾ ਮਰ ਜਾਏ ਤੇ ਕੁੜੀ ਉਹਦੀ ਚੁੰਮੀ ਲਵੇ ਤੇ ਉਹ ਜਾਗ ਜਾਏ। ਸਵਾਲ ਤੇ ਇਹ ਵੇ, ਇਹ ਕਿੱਥੇ ਲਿਖਿਆ ਹੈ? ਜਦੋਂ ਜਨਾਬ ਉਹ ਜਿਹੜਾ ਵੇ ਗਿਰਗਿਟ ਮਰ ਜਾਏ ਤੇ ਉਹਨੂੰ ਸੋਟੇ ਮਾਰੋ, ਤੇ ਮਾਰਨ ਤੋਂ ਬਾਅਦ ਗੋਬਰ 'ਚ ਉਹਨੂੰ ਦਫਨ ਕਰੋ, ਤੇ ਬਾਅਦ 'ਚੋਂ ਫਿਰ ਜ਼ਿੰਦਾ ਹੋ ਜਾਏਗਾ। ਸਵਾਲ ਇਹ ਵੇ ਇਹ ਕਿੱਥੇ ਲਿਖਿਆ ਹੈ? ਨਹੀਂ, ਉਹ ਵੀ ਇਸੇ ਗੱਲ ਤੋਂ ਸਵਾਲ ਤੋਂ ਜਵਾਬ ਦਿੰਦੇ ਨੇ ਨਾ, ਜਦੋਂ ਉਹਨਾਂ ਕੋਲ ਸਵਾਲ ਕੀਤਾ ਗਿਆ ਕਿ ਜੀ ਤੁਸੀਂ ਇਹ ਦੱਸੋ ਕਿ ਇਹ ਕਿੱਥੇ ਲਿਖਿਆ ਹੈ ਕਿ ਆਪਣਾ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਮਿਰਜ਼ਾ ਕਾਦੀਆਨੀ ਜਿਹੜਾ ਵੇ ਉਹਨੇ ਆਪਣਾ ਜਿਹੜਾ ਤੁਸੀਂ ਅੱਗੇ ਤਹਿਰੀਰ ਨਹੀਂ ਪੜ੍ਹ ਕੇ ਸੁਣਾਈ, ਜ਼ਨਾ ਕਰਦਾ ਕਰਿਆ, ਜ਼ਾਨੀ ਸੀਗਾ, ਜ਼ਾਨੀ ਸੀ। ਉਹ ਕਹਿੰਦਾ ਹੈ ਕਿ ਬਈ ਜੇ ਤੁਸੀਂ ਇਹ ਤਹਿਰੀਰ ਦੱਸਣ ਡਏ ਹੋ ਤੇ ਇਹ ਤੁਹਾਡੀਆਂ ਕਿਤਾਬਾਂ 'ਚ ਕੀ ਲਿਖਿਆ? ਉਹ ਠੀਕ ਹੈ, ਸਾਡੀ ਕਿਤਾਬਾਂ ਨੂੰ ਅਸੀਂ ਗਲਤ ਕਹਿੰਦੇ ਆ, ਜਿਹੜੀ ਇੰਜ ਦੀ ਕੋਈ ਚੀਜ਼ ਲਿਖੀ ਹੈ ਸ਼ਰੀਅਤ ਦੇ ਖਿਲਾਫ, ਉਹਨੂੰ ਅਸੀਂ ਗਲਤ ਕਹਿੰਦੇ ਆ। ਕੋਈ ਵੀ ਅਸੀਂ ਕਿਹੜਾਨ ਕਰਨੇ ਆ, ਅਸੀਂ ਕਿਹੜਾ ਕੋਈ ਉਹਨੂੰ ਉਹ ਮੁਹਰਰਿਰ ਨੂੰ ਮੁਸੰਨਿਫ ਨੂੰ ਅਸੀਂ ਮਸੀਹ ਮਊਦ ਮੰਨ ਲਿਆ, ਇਮਾਮ ਮੇਦੀ ਮੰਨ ਲਿਆ, ਅਸੀਂ ਕਿਹੜਾ ਮੰਨ ਲਿਆ? ਤੇ ਗੱਲ ਤੇ ਇੱਧਰ ਆਓ ਭਾਈ, ਇਹ ਵੇਖੋ ਇਹ ਲਿਖਿਆ ਵੇ, एक करशी ने खुद अपनी अड्डी में सुराख होकर फिर इस राह से मुद्दत तक बराज यानी पखाना आते रहना तहरीर की है। केड़ी किताब च तहरीर कीता सी जी? अड्डी दे विच पखाना आ रहा है। रूहानी खज़ाइन जिल्द 2 सफ़ा 99 ਦੇ ਉੱਤੇ ਗੱਲ ਲਿਖੀ ਜੇ। ਹਾਂਜੀ, ਉਹ ਗਲੈਰੀ ਜਿਹੜੀ ਸੀ ਉਹਨੂੰ ਪੱਥਰ ਮਾਰੋ ਤੇ ਉਹਨੂੰ, ਉਹ रूहानी खज़ाइन जिल्द 23 सफ़ा 171 ਤੇ ਲਿਖਿਆ ਜੇ, 171 ਤੇ 172 है। आंदा है हजारों अगर तुम मसलन दूध को जो बासी होकर सड़ने को है हाथ में लो और खूब उसे उस दूध पर नजर लगाए रखो तो तुम्हारे देखते देखते हजारों कीड़े बन जाएंगे। चलो, रूहानी खज़ाइन जिल्द 23 ते सफा 125 ते लिखिया आज। ए साइंस की साइंस है, जो बीमार हो जाओ तो मुर्गा जड़ा वे ओ सिर ते बन लो तो बुखार उतर जाएगा। चलो हाँ जी, ਅਮਜ਼ਾਦ ਸਾਹਿਬ ਲੁੱਟਣ ਵਿੱਚ ਮਤੀਨ ਸਾਹਿਬ ਨੇ ਖਤਮ ਨਬੂਵਤ ਤੇ ਬਹੁਤ ਅੱਛਾ ਕੰਮ ਕਰ ਰਹੇ ਨੇ ਤੁਸਾਂ ਦੇ ਸ਼ਹਿਰ ਵਿੱਚ। ਉਹਨਾਂ ਦੇ ਮਤੀਨ ਖਾਲਸਾ ਸਾਹਿਬ ਲੰਡਨ ਟੁਰ ਗਏ ਨੇ? ਨਹੀਂ, ਉਹ ਇੱਥੇ ਲੁੱਟਣ ਸ਼ੁਰੂ ਲੁੱਟਣ ਰਹਿੰਦੇ ਨੇ। ਉਹ ਨਹੀਂ ਉਹ ਤੇ ਲਾਹੌਰ ਰਹਿੰਦੇ ਨੇ। ਇੱਕ ਮਤੀਨ ਸਾਹਿਬ ਸਾਡੇ ਲੁੱਟਣ ਵਿੱਚ ਉਹ ਮਤੀਨ ਖਾ ਲੈਂਦੇ ਜਿਨ੍ਹਾਂ ਨੇ ਉਹ ਸਬੂਤ ਹਾਜ਼ਰ ਲਿਖੀ ਹੈ, ਜਿਨ੍ਹਾਂ ਨੇ ਬੇੜਾ ਗਰਕ। ਹਾਂਜੀ, ਉਹ ਤੇ ਲਾਹੌਰ ਹੁੰਦੇ ਨੇ। ਉਹ ਤੇ ਨਹੀਂ ਮੈਂ ਉਹਨਾਂ ਦੀ ਨਾ ਗੱਲ ਕਰਾਂ, ਇਹਨਾਂ ਦਾ ਪਹਿਲਾ ਨਾਮ ਮੇਰੇ ਜ਼ਿਹਨ ਵਿੱਚ ਨਿਕਲ ਗਿਆ। ਇਹ ਲੁੱਟਣ ਦੇ ਰਹਿਸ਼ੀ ਇੰਗਲੈਂਡ ਦੇ, ਮੈਂ ਜਿਨ੍ਹਾਂ ਦੀ ਗੱਲ ਕਰ ਰਿਹਾ। ਪਤਾ ਨਹੀਂ ਕਿਹੜੇ ਮਤੀਨ ਸਾਹਿਬ, ਮਤੀਨ ਖਾਲਸਾ ਸਾਹਿਬ ਨੇ ਜਿਹੜੇ, ਉਹ ਤੇ ਬੜੇ ਅੱਛੇ ਦੋਸਤ ਨੇ, ਤੇ ਮਤਲਬ ਲਾਹੌਰ ਹੁੰਦੇ ਨੇ। ਇਹ ਦਿਓਬੰਦ ਮਕਤਬ ਫਿਕਰ ਦੇ ਮੇਰਾ ਖਿਆਲ ਹੈ, ਤੇ ਇਹ ਲੁੱਟਣ ਵਿੱਚ ਰਹਿ ਰਹੇ।
ਇਹਨਾਂ ਦੇ ਕੁਝ ਫੈਮਿਲੀ ਦੇ ਬੰਦੇ ਵੀ ਬੈਠੇ ਨੇ, ਪੜ੍ਹੇ ਲਿਖੇ ਆਦਮੀ ਨੇ, ਤੇ ਮੈਂ ਥੋੜੇ ਜਿਹੇ ਫਿਗਰ ਕੋਟ ਕਰਨਾ ਚਾਹੁੰਦਾ ਸਾਂ ਇੱਥੇ ਯੂਰਪ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ ਦੇ ਤੇ ਇਹਨਾਂ ਦੇ ਕਲੇਮ ਦੇ ਹਿਸਾਬ ਨਾਲ। ਜੇ ਮੈਂ ਕੋਈ ਗਲਤ ਕਰਾਂ ਤੇ ਰਾਜਾ ਸਾਹਿਬ ਜਰਾ ਮੇਰੀ ਕਰੈਕਸ਼ਨ ਕਰ ਦੇਣਾ। ਮੁਫਤੀ ਸਾਹਿਬ ਗੌਰ ਨਾਲ ਸੁਣਿਆ ਜੇ ਹੁਣੇ ਆ ਤੇ ਬੈਠਾ ਹੈ ਕਾਦੀਆਨੀ, ਇਹਨੇ ਲਿਖਿਆ ਯੂਕੇ ਦੇ ਵਿੱਚ 10 ਲੱਖ ਕਾਦੀਆਨੀ ਨੇ, ਇਸੇ ਤਰ੍ਹਾਂ ਲਿਖਿਆ ਨਾ ਇਹਨੇ, ਇਹਨਾਂ ਦਾ ਦਾਵਾ ਹੈ ਯੂਕੇ ਦੇ 10 ਲੱਖ ਕਾਦੀਆਨੀ ਨੇ। ਯੂਕੇ ਦੀ ਟੋਟਲ ਆਬਾਦੀ 5 ਕੇ 5.5 ਕਰੋੜ ਹੈਗੀ ਹੈ ਮੁਫਤੀ ਸਾਹਿਬ, ਉਹਦੇ ਚੋਂ 39 ਕੇ 40 ਲੱਖ ਟੋਟਲ ਮੁਸਲਮਾਨ ਹੈ, ਸਾਰੇ ਅਰਬੀ, ਸਾਰੇ ਪਾਕਿਸਤਾਨੀ, ਇੰਡੀਅਨ, ਬੰਗਾਲੀ, ਵੀਅਤਨਾਮੀ, ਇੰਡੋਨੇਸ਼ੀਅਨ, ਮਲੇਸ਼ੀਅਨ, ਸਾਰੇ ਮੋਰਾਕੋ, ਹੋਰ ਦੂਸਰੇ ਮਿਡਲ ਈਸਟ, ਸਾਰਿਆਂ ਦੇ ਮੁਸਲਮਾਨ ਪਾ ਕੇ ਨਾ ਟੋਟਲ ਆਬਾਦੀ ਮੁਸਲਮਾਨਾਂ ਦੀ 39 ਲੱਖ ਹੈ। ਠੀਕ ਹੈ, ਸਾਰਿਆਂ ਦੀ। ਇਹਨਾਂ ਦਾ ਕਲੇਮ ਹੈ ਜੀ ਹੁਣ ਇਸ 39 ਲੱਖ ਦੇ ਵਿੱਚੋਂ 10 ਲੱਖ ਸਾਡੇ ਨੇ। ਠੀਕ ਹੈ ਮੁਫਤੀ ਸਾਹਿਬ, ਮੁਸਲਮਾਨਾਂ ਦਾ ਜੁਮਾ ਹੁੰਦਾ ਜੁਮੇ ਵਾਲੇ ਦਿਨ, ਕਿਸੇ ਛੋਟੀ ਤੇ ਛੋਟੀ ਮਸਜਿਦ 'ਚ ਵੀ ਚਲੇ ਜਾਓ ਨਾ ਯੂਕੇ ਦੀ, ਤੇ ਉੱਥੇ ਨਮਾਜ਼ ਪੜ੍ਹਨ ਦੀ ਜਗ੍ਹਾ ਨਹੀਂ ਮਿਲਦੀ। ਕਿਤੇ 1000 ਲੋਕੀ ਨਮਾਜ਼ ਪੜ੍ਹ ਰਹੇ ਹੁੰਦੇ ਨੇ, ਕਿਤੇ 2000 ਲੋਕੀ ਨਮਾਜ਼ ਪੜ੍ਹ ਰਹੇ ਹੁੰਦੇ ਨੇ, ਕਿਤੇ 1500। ਇਸ ਤੋਂ ਜ਼ਿਆਦਾ ਮਸਜਿਦ ਦੇ ਵਿੱਚ ਕਪੈਸਿਟੀ ਨਹੀਂ ਹੁੰਦੀ, ਮਸਜਿਦਾਂ ਛੋਟੀਆਂ ਹੈਗੀਆਂ ਇੱਥੇ। ਸਾਨੂੰ ਇੱਥੇ ਕਈ ਵਾਰੀ 2-2 ਜਮਾਤਾਂ ਕਰਾਉਣੀਆਂ ਪੈਂਦੀਆਂ, ਜਦੋਂ ਬੱਚਿਆਂ ਦੀਆਂ ਸਕੂਲ ਦੀਆਂ ਛੁੱਟੀਆਂ ਹੁੰਦੀਆਂ ਉਦੋਂ 3-3 ਵੀ ਜਮਾਤਾਂ ਕਰਾ ਦੇਣੀਆਂ ਪੈਂਦੀਆਂ, ਕਿਉਂਕਿ ਬੱਚੇ ਵੀ ਲੋਕੀ ਨਾਲ ਲਿਆਏ ਹੁੰਦੇ ਨੇ। ਉਹ 1000-1500 ਬੰਦੇ ਦੀ ਜੇ ਤੁਸੀਂ ਦੇਖੋ ਨਾ ਮੁਫਤੀ ਸਾਹਿਬ, ਕਾਰ ਪਾਰਕ ਜਾਂ ਸੱਜੇ ਖੱਬੇ ਜਿੱਥੇ ਵੀ ਉਹ ਮਸਜਿਦ ਹੁੰਦੀ ਹੈ, ਉੱਥੇ ਤੁਹਾਨੂੰ ਗੱਡੀਆਂ ਹੀ ਗੱਡੀਆਂ ਬਲੌਗ ਨਜ਼ਰ ਆ ਜਾਂਦੀ, ਤੁਹਾਨੂੰ ਸਟ੍ਰੇਟ ਵੇ ਪਤਾ ਲੱਗ ਜਾਂਦਾ ਇੱਥੇ ਕਿਧਰੇ ਮਸਜਿਦ ਹੈਗੀ ਜਿੱਥੇ ਲੋਕੀ ਜੁਮਾ ਪੜ੍ਹਦੇ ਪਏ ਨੇ। ਇਹ ਕਾਦੀਆਨੀਆਂ ਦਾ ਵੱਡਾ ਸੈਂਟਰ ਜਿਹੜਾ ਹੈਗਾ ਪਟਨੀ ਦੇ ਵਿੱਚ, ਉਹਦਾ ਕਾਰ ਪਾਰਕ ਦੇਖ ਲਓ ਤੁਸੀਂ ਜੁਮੇ ਵਾਲੇ ਦਿਨ, ਜਿੱਥੇ ਇਹਨਾਂ ਦਾ ਖਲੀਫਾ ਆਪ ਚੜ ਕੇ ਆਪਣਾ ਬਕਵਾਸ ਕਰ ਰਿਹਾ ਹੁੰਦਾ, ਕੁਫਰ ਬਕ ਰਿਹਾ ਹੁੰਦਾ। ਜਾਂ ਇਹਨਾਂ ਦਾ ਬਰਮਿੰਗਮ ਵਾਲਾ ਜਿਹੜਾ ਸੈਂਟਰ ਹੈਗਾ, ਜਿਹੜਾ ਬਲੂ ਗਰਾਊਂਡ ਫੁੱਟਬਾਲ ਗਰਾਊਂਡ ਦੇ ਨਾਲ ਹੈਗਾ, ਉਹਦਾ ਤੁਸੀਂ ਸੈਂਟਰ ਦੇਖ ਲਓ, ਉਹਦੇ ਕਾਰ 25 ਗੱਡੀਆਂ ਨਹੀਂ ਤੁਹਾਨੂੰ ਖਲੋਤੀਆਂ ਨਜ਼ਰ ਆਣਗੀਆਂ, 25 ਤੋਂ 30 ਗੱਡੀਆਂ। ਲੋਕੀ 100, 150, 200 ਬੰਦਾ ਸੈਂਟਰ ਦੇ ਅੰਦਰ ਜਾਂਦਾ, 150, 200 ਹੀ ਸੈਂਟਰ ਚੋਂ ਬਾਹਰ ਆਉਂਦਾ। ਕਿਸੇ ਵੀ ਜੁਮੇ ਵਾਲੇ ਦਿਨ ਤੁਸੀਂ ਜਾ ਕੇ ਦੇਖ ਲਓ। ਤੇ ਇਹਨਾਂ ਦਾ ਦਾਵਾ ਹੈਗਾ ਜਨਾਬ ਕਿ 10 ਲੱਖ ਤੋਂ ਜ਼ਿਆਦਾ ਸਾਡੀ ਆਬਾਦੀ ਹੈਗੀ ਹੈ ਯੂਕੇ ਦੀ, ਜਿਹਦਾ ਕਿ ਯੂਕੇ ਦੀ ਟੋਟਲ ਆਬਾਦੀ ਤੁਹਾਨੂੰ ਦੱਸਿਆ ਕਿ 5.5 ਕਰੋੜ ਹੈ, ਉਹਦੇ ਚੋਂ ਤਕਰੀਬਨ ਕੋਈ 40 ਲੱਖ 39 ਲੱਖ ਮੁਸਲਮਾਨ ਹੈਗੇ ਨੇ। ਅੱਗੇ ਟੁਰੀਏ ਅਸੀਂ ਕੀ ਨਾਂ ਹੈ ਆਪਣਾ ਕੈਨੇਡਾ ਵਾਲੇ ਪਾਸੇ। ਕੈਨੇਡਾ ਦੇ ਵਿੱਚ ਇਹਨਾਂ ਦਾ ਦਾਵਾ ਹੈਗਾ ਹੈ ਕਿ ਸਾਡੀ 5 ਲੱਖ ਕਾਦੀਆਨੀ ਜਮਾਤ ਉੱਥੇ ਮੌਜੂਦ ਹੈ। ਇਹ ਆਪਣੇ ਸਾਡੇ ਐਸੇ ਚੌਧਰੀ ਭਾਈ ਤੁਹਾਨੂੰ ਦੱਸ ਦੇਣਗੇ ਉੱਥੇ ਕਿੰਨੇ ਕੁ ਲੋਕ ਮੌਜੂਦ ਨੇ, ਜਾਂ ਹੋਰ ਕੋਈ ਕੈਨੇਡਾ ਵਾਲਾ ਜਿਹੜਾ ਜਾਣਨਾ ਹੋਏਗਾ। ਉੱਥੇ ਕੈਨੇਡਾ ਦੀ ਟੋਟਲ ਆਬਾਦੀ ਮੁਸਲਮਾਨਾਂ ਦੀ 17-18 ਲੱਖ ਹੈ। ਸਾਰੇ ਜਿਹੜੇ ਅਰਬੀ, ਬੰਗਾਲੀ, ਮੁਸਲਮਾਨ, ਮਲੇਸ਼ੀਆ, ਮੁਸਲਮਾਨਾਂ ਦੇ ਇਹੀ ਵੱਡੇ ਵੱਡੇ ਮੁਲਕ ਨੇ ਨਾ, ਇਹ ਸਾਰੇ ਮਿਲਾ ਕੇ ਟੋਟਲ ਆਬਾਦੀ ਕੈਨੇਡਾ ਦੀ 17 ਲੱਖ ਹੈ। ਤੇ ਇਹਨਾਂ ਦਾ ਦਾਵਾ ਇਹਨਾਂ ਦੇ ਵਿੱਚੋਂ 5 ਲੱਖ ਜਿਹੜੇ ਨੇ। ਜੀ ਇੱਕ ਮਿੰਟ ਤੁਸੀਂ ਯੂਕੇ ਤੇ ਰਹੋ ਇੱਕ ਮਿੰਟ ਵਾਸਤੇ। ਤੁਸੀਂ ਕੋਈ ਮੈਥਮੈਟੀਸ਼ੀਅਨ ਇੱਥੇ ਬੈਠਾ ਹੈ ਤੇ ਉਹ ਮੈਨੂੰ ਦੱਸਦਾ ਹੈ ਕਿ ਅਗਰ ਇਹਨਾਂ ਦੀ ਆਬਾਦੀ ਯੂਕੇ ਵਿੱਚ 10 ਲੱਖ ਹੈ ਤਾਂ ਇਹ ਪੋਪੂਲੇਸ਼ਨ ਦਾ ਪਰਸੈਂਟੇਜ ਕਿੰਨਾ ਬਣਦਾ? ਯੂਕੇ ਦੀ ਪੋਪੂਲੇਸ਼ਨ ਦਾ ਪਰਸੈਂਟੇਜ ਕੀ ਬਣਦਾ ਹੈ? ਨੀਅਰਲੀ ਵਿੱਚੋਂ 2% ਯੂਕੇ ਦੀ ਕਾਦੀਆਨੀ ਬਣ ਜਾਂਦੀ ਹੈ। ਕਿਤਨੀ? 40% ਬਣ ਗਿਆ ਨਾ, 40% ਬਣ ਗਿਆ। 5 ਕਰੋੜ ਆਬਾਦੀ ਹੈ ਵਿੱਚ, ਉੱਤੇ 2 ਤੁਸਾਂ ਦੀ ਆਵਾਜ਼ ਬ੍ਰੇਕ ਹੋ ਰਹੀ ਹੈ। ਆਬਾਦੀ ਹੋਵੇ ਵਿੱਚੋਂ 10 ਲੱਖ ਕਿਸੇ ਕਬੀਲੇ ਦੀ ਤੁਸੀਂ ਕੌਮ ਦੀ ਗੱਲ ਕਰ ਰਹੇ ਹੋ, ਤੇ ਉਹ 2% ਬਣਦਾ 5 ਕਰੋੜ ਦਾ। 10 ਲੱਖ 2% ਹੋ ਗਿਆ। 2% ਹੋ ਗਿਆ। ਇੱਕ ਮਿੰਟ ਮੈਂ ਤੁਹਾਨੂੰ ਦੱਸਦਾ, ਜਿਹੜਾ ਕਿ ਪੱਕਾ ਫਿਗਰ ਇਹ ਹੈ ਕਿ ਯੂਕੇ ਦੀ ਪੋਪੂਲੇਸ਼ਨ ਵਿੱਚ 8% ਨੇ ਨਾ ਜਿਹੜੇ ਟੋਟਲ ਗੈਰ ਮੁਲਕੀ ਨੇ, ਜਿਸ ਵਿੱਚ ਇੰਡੀਅਨ, ਪਾਕਿਸਤਾਨੀ, ਵੈਸਟ ਇੰਡੀਅਨ, ਅਫਰੀਕਨ ਸਾਰੇ ਟੋਟਲ ਆਉਂਦੇ ਨੇ। ਇਹ ਕਿੱਥੋਂ ਆ ਗਏ 10 ਲੱਖ? 10,000 ਹੋ ਸਕਦਾ, 10 ਲੱਖ ਨਹੀਂ ਹੋ ਸਕਦਾ। ਇਹਨਾਂ ਦੇ ਹੁਣੇ ਮੈਂ ਖਲੀਫੇ ਸਿਫਰ ਗਾਇਬ ਕਰ ਦਿੰਦੇ ਹੁੰਦੇ ਨੇ, ਜਦੋਂ ਮਰਜ਼ੀ ਸਿਫਰ ਵਧਾ ਵੀ ਦਿੰਦੇ ਨੇ ਤੇ ਗਾਇਬ ਕਰ ਦਿੰਦੇ ਨੇ। ਇਹ ਰਾਜ ਸਾਹਿਬ ਤੁਹਾਡੇ, ਮੈਂ ਹੁਣੇ ਤੁਹਾਨੂੰ ਇਹਨਾਂ ਦੇ ਖਲੀਫੇ ਦਾ ਬਿਆਨ ਸੁਣਾਣਾ ਹੈ। ਕੱਲ ਤੇ ਸੁਣਾਇਆ ਸੀ ਨਾ ਮੌਲਵੀ ਅਫਜ਼ਲ ਕੈਨੇਡਾ ਵਾਲੇ ਦਾ, ਉਹਨੇ ਦੱਸਿਆ ਪਿਛਲੇ ਸਾਲ 16 ਬੈਤਾਂ ਹੋਈਆਂ ਟੋਟਲ ਕੈਨੇਡਾ ਦੇ ਵਿੱਚ। 16 ਬੈਤਾਂ ਦੇ ਵਿੱਚੋਂ 14 ਫੈਜ਼ ਭਾਈ ਇਹ ਯਕੀਨ ਮੰਨਿਓ ਕਿ ਹਜੇ ਹੁਣ ਫੈਜ਼ ਭਾਈ ਹੀ ਦੱਸ ਰਹੇ ਨੇ ਕਿ ਉਹ ਮਿਰਜ਼ਾ ਮਸਰੂਰ ਜਿਹੜਾ ਹੈ, ਉਹ ਜਦੋਂ ਜੁਮੇ ਦਾ ਖੁਤਬਾ ਦਿੰਦਾ ਹੈ ਤੇ ਉਹ ਤੇ ਚੰਦ 100 ਬੰਦਾ ਹੁੰਦਾ ਹੈ। ਹਾਂਜੀ, ਚੰਦ ਗਾੜੀਆਂ ਖੜੀਆਂ ਹੁੰਦੀਆਂ ਨੇ,
ਤੇ ਇਹ ਜਿਹੜਾ ਤੁਸੀਂ ਰਾਜਾ ਸਾਹਿਬ 10,000 ਕੇ ਦਿਲ ਨਹੀਂ ਮੰਨਦਾ ਪਿਆ ਬਈ ਇਹ ਖਲੀਫਾ ਨੂੰ ਤੇ ਪਤਾ ਨਹੀਂ ਬੜੀ ਅਹਿਮੀਅਤ ਦਿੰਦੇ ਨੇ ਖਜੂਰ 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 ਤੇ ਇਹ ਤੇ ਕਿਧਰੇ ਹੋਰ ਜੁਮਾ ਪੜਨ ਹੀ ਨਾ ਇਹ ਤੇ ਭਾਵੇਂ ਮੁਲਕ ਦੇ ਦੂਜੇ ਕਿਨਾਰੇ ਤੇ ਵੀ ਇਹਨਾਂ ਨੂੰ ਜਾਣਾ ਪਵੇ ਜੁਮੇ ਵਾਸਤੇ ਤੇ ਪਤਾ ਚੱਲ ਜਾਏ ਕਿ ਭਾਈ ਉੱਥੇ ਸਾਡਾ ਖਲੀਫਾ ਨੇ ਜੁਮਾ ਪੜਾਉਣੇ ਤੇ ਉੱਥੇ ਹਾਜ਼ਰ ਹੋਣ ਤੇ ਇੰਜ ਮੈਨੂੰ ਨਹੀਂ ਲੱਗਦਾ ਦਿਲ ਨਹੀਂ ਕੋਈ ਮੰਨਦਾ ਪਿਆ ਕਿ 10,000 ਵੀ ਜਿਹੜੀ ਹੈ ਨਾ ਨਾਸਿਰ ਨੂੰ ਆਲਣ ਦਿਓ ਅੱਜ ਦੁਨੀਆ ਦੇ ਵਿੱਚ 2 ਅਰਬ ਮੁਸਲਮਾਨ ਨੇ ਤਕਰੀਬਨ ਠੀਕ ਹੈ ਦੁਨੀਆ ਦੇ ਵਿੱਚ 2 ਅਰਬ ਮੁਸਲਮਾਨ ਨੇ ਜਦੋਂ ਜੁਮੇ ਦਾ ਖੁਤਬਾ ਮੱਕੇ 'ਚ ਹੋ ਰਿਹਾ ਹੁੰਦਾ ਨਾ ਭਾਵੇਂ ਮੁਸਲਮਾਨਾਂ ਦੇ ਸਾਰਿਆਂ ਦੇ ਬਲੀਫ ਮੱਕੇ ਦੇ ਇਮਾਮ ਬਾਰੇ ਨਹੀਂ ਹੈਗੇ ਲੇਕਿਨ ਮੁਸਲਮਾਨ ਜਿਹੜੇ ਨੇ ਉਹ ਜੁਮੇ ਦਾ ਖੁਤਬਾ ਭਾਵੇਂ ਅਰਬੀ 'ਚ ਹੋ ਰਿਹਾ ਹੋਵੇ ਸੁਣ ਰਹੇ ਹੁੰਦੇ ਨੇ ਕੱਲ ਮੁਬਸ਼ਰ ਟੀਵੀ ਜਿਹੜਾ ਹੈਗਾ ਨਾ ਇਹਨਾਂ ਦਾ ਉਹ ਰਿਆਦ ਟੀਵੀ ਕੇ ਮੱਕਾ ਟੀਵੀ ਜੋ ਵੀ ਉਹਦਾ YouTube ਦੇ ਉੱਤੇ ਨਾ ਜਿੱਥੇ ਉਹ ਖਾਨਾ ਕਾਬਾ ਦਾ ਖੁਤਬਾ ਦਿੰਦੇ ਨੇ ਜਦੋਂ ਖਾਨਾ ਕਾਬਾ ਦਾ ਖੁਤਬਾ ਹੋ ਰਿਹਾ ਸੀ ਨਾ ਸਿਰਫ YouTube ਦੇ ਉੱਤੇ 25 ਲੱਖ ਲੋਕੀ ਸੁਣ ਰਹੇ ਸਨ ਉਹ ਲਾਈਵ ਦੁਨੀਆ ਦੇ ਵਿੱਚੋਂ ਮਤਲਬ 2 ਅਰਬ ਦੀ ਆਬਾਦੀ ਹੈ ਮੁਸਲਮਾਨਾਂ ਦੀ ਉਹਦੇ ਵਿੱਚੋਂ 25 ਲੱਖ ਜਿਹੜੇ ਨੇ ਉਹ ਸਿਰਫ YouTube ਦੇ ਉੱਤੇ ਦੁਨੀਆ ਦੇ ਵਿੱਚ ਸੁਣ ਰਹੇ ਸਨ ਇਹਨਾਂ ਦਾ ਦਾਵਾ ਹੈਗਾ ਸਾਡੇ 25 ਕਰੋੜ ਆਬਾਦੀ ਹੈ ਠੀਕ ਹੈ ਔਰ ਬਕੌਲ ਕੱਲ ਇੱਥੇ ਖੁਦ ਬੰਦਾ ਇੱਥੇ ਇਕਰਾਰ ਕਰਕੇ ਗਿਆ ਕਿ ਜਦੋਂ ਇਹਨਾਂ ਦੇ ਖਲੀਫੇ ਦਾ ਖੁਤਬਾ ਲੱਗ ਰਿਹਾ ਸੀ 10,000 ਕਿੱਥੇ 2 ਅਰਬ ਤੇ ਕਿੱਥੇ 5 ਕਰੋੜ ਤੇ ਕਿੱਥੇ 25 ਲੱਖ ਤੇ ਕਿੱਥੇ 10,000 ਆਪ ਤੁਸੀਂ ਅੰਦਾਜ਼ਾ ਲਾ ਲਓ ਕਿੰਨਾ ਇਹਨਾਂ ਨੂੰ ਆਪਣੇ ਖਲੀਫੇ ਨਾਲ ਪਿਆਰ ਹੈਗਾ ਉਹ ਮੈਂ ਨਾ ਜੀ ਕਿ ਜੁਮੇ ਦਾ ਖੁਤਬਾ ਹੋ ਰਿਹਾ ਹੁੰਦਾ ਵੇ ਤੇ ਉਹ ਵੇਖ ਲੋ 15 16 17 ਬੰਦੇ ਬੈਠੇ ਹੁੰਦੇ ਨੇ ਉਹ ਯਾਰ ਗੱਪਾਂ ਕੋਈ ਮਾਰਿਆ ਕਰੋ ਕੋਈ 25 ਕਰੋੜ ਆਬਾਦੀ ਹੋਵੇ ਦੁਨੀਆ ਦੇ ਵਿੱਚ ਇਹਨਾਂ ਦੇ ਖਲੀਫੇ ਦੀ ਤੇ ਕਮ ਸੇ ਕਮ 25 ਕਰੋੜ ਦੇ ਵਿੱਚੋਂ ਕਰੋੜ ਨੂੰ ਤੇ ਸੁਣਨਾ ਚਾਹੀਦਾ ਹਾਂਜੀ ਤੇ ਇੱਕ ਦੂਜੀ ਗੱਲ ਹੈ ਵੇ ਕਿ ਕੀ ਇਹਦਾ ਨਾਮ ਹੈ ਇਹ ਜਿਹੜਾ ਹਜੇ ਹੁਣ ਅਸੀਂ ਯੂਕੇ ਤੇ ਹਜੇ ਥੋੜੀ ਜਿਹੀ ਗੁਫ਼ਤਗੂ ਕਰਨੇ ਆ ਹਜੇ ਹੁਣ ਹਮਜ਼ਾ ਸਾਹਿਬ ਬੈਠੇ ਨੇ ਉਹ ਕਹਿੰਦੇ ਨੇ ਮੈਂ ਕਦੀ ਇੱਥੇ ਮਿਲੇ ਨਹੀਂ ਕਿਸੇ ਨੂੰ ਲੱਭੇ ਕੋ ਨਹੀਂ ਕੋਈ ਉਹ ਭਾਈ ਇੰਨੀਆਂ ਤੁਹਾਡੀਆਂ ਤਦਾਦਾਂ ਹੋਣ ਤੇ ਤੁਸੀਂ ਤੇ ਕੁਰਬਲ ਕਰੋ ਹੈ ਤੇ ਕੁਝ ਵੀ ਨਹੀਂ ਹੈ ਕੱਖ ਨਹੀਂ ਹਿਸਾਬ ਤਾਂ ਵੀ ਕੋਈ ਨਹੀਂ ਰੋਲਾ ਇਹਨਾਂ ਦੇ ਅਸਮਾਨ ਨੂੰ ਛੂ ਰਹੇ ਨੇ ਇੰਜ ਜਿਵੇਂ ਪਤਾ ਨਹੀਂ ਕਿੰਨੀ ਕੁਕਾ ਦਿਆਨੀਆਂ ਤੋਂ ਅੱਛਾ ਇੱਕ ਗੱਲ ਕਰਨੀ ਹੈ ਇੱਥੇ ਇਹ ਜਿਹੜੀ ਅਸੀਂ 3 ਲੱਖ ਤੋਂ ਘੱਟ ਆਬਾਦੀ ਦੱਸ ਰਹੇ ਨਾ ਕਾਦੀਆਨੀਆਂ ਦੀ ਇਹ ਕਾਦੀਆਨੀਆਂ ਦੇ तमाम ਫਿਰਕਿਆਂ ਦੀ ਆਬਾਦੀ ਦੱਸ ਰਹੇ ਆ ਇਹ ਲੋਰੀ ਵੀ ਜੰਬਾ ਗਰੁੱਪ ਵੀ ਸੁਲਤਾਨੀ ਗਰੁੱਪ ਵੀ ਤੇ ਇੱਧਰ ਉੱਧਰ ਦੇ ਜਿੰਨੇ ਵੀ ਇਹ ਕੰਨ ਟੁੱਟੇ ਕਾਦੀਆਨੀ ਇਹਨਾਂ ਦੇ ਫਿਰਕੇ ਬਣ ਚੁੱਕੇ ਨੇ ਇਹਨਾਂ ਸਭ ਦੀ ਟੋਟਲੀ ਜਿਹੜੀ ਤਾਦਾਦ ਹੈ ਮਿਲਾ ਕੇ ਸੀ ਇhtiyatan ਉਹ ਵੀ 3 ਲੱਖ ਤੋਂ ਥੱਲੇ ਅਸੀਂ ਕਾਊਂਟ ਕੀਤੀ ਹੈ ਮੁਫਤੀ ਸਾਹਿਬ ਡਾਕਟਰ ਸਾਹਿਬ ਆ ਗਏ ਨੇ ਐਗਜ਼ਾਮੀਨੇਸ਼ਨ ਅੱਛਾ ਕਰਦੇ ਨੇ ਤਾਦਾਦ ਤੇ ਡਾਕਟਰ ਸਾਹਿਬ अस्सलाम वालेकुम मुफ्ती साहब वालेकुम अस्सलाम माशाल्लाह जी डॉक्टर साहब जी मुफ्ती साहब मैं ਤੁਹਾਨੂੰ ऑफिशियल फिगर ਦੱਸਣਾ ਜੀ ਕਿੱਥੇ ਯੂਰਪ ਚ ਕਿੰਨੇ ਕਾਦੀਆਨੀ ਨੇ ਇਹ ਫਿਗਰ ਹੈ ਜੀ 2018 ਦੀ ਫਰਾਂਸ ਚ ਇਹਨਾਂ ਦੇ 318 ਲੋਕ ਨੇ ਪੂਰੇ ਫਰਾਂਸ ਚ ਜੀ ਕਾਦੀਆਨੀ 318 ਜਿਨ੍ਹਾਂ ਨੇ ਸੈਂਸਸ ਚ ਕਿਹਾ ਕਿ ਅਸੀਂ ਕਾਦੀਆਨੀ ਆ ਇਹਨਾਂ ਨੇ ਆਪਣੀ ਵਿਕੀਪੀਡੀਆ ਤੇ ਲਿਖਿਆ ਹੈ ਕਿ ਫਰਾਂਸ 'ਚ 1000 ਨੇ ਠੀਕ ਹੈ ਸਭ ਝੂਠ ਯੂਕੇ 'ਚ ਕਾਦੀਆਨੀਆਂ ਦੀ ਤਾਦਾਦ ਜੀ ਯੂਕੇ ਦਾ ਸੈਂਸਸ ਜਿਹੜਾ ਹੋਇਆ ਸੀ ਕੋਈ 7-8 ਸਾਲ ਉਹਨੂੰ ਹੋ ਗਏ ਨੇ ਉਸ ਸੈਂਸਸ ਦੇ ਮੁਤਾਬਕ ਯੂਕੇ 'ਚ ਇਹਨਾਂ ਦੀ ਤਾਦਾਦ 6819 ਹੈ ਇਹਨਾਂ ਨੇ ਵਿਕੀਪੀਡੀਆ ਤੇ ਲਿਖਿਆ ਹੈ ਅਸੀਂ 30000 ਹੈ ਠੀਕ ਹੈ ਤੇ ਇਹ 7000 ਤੋਂ ਘੱਟ ਨੇ 6000 ਤੇ ਕੁਛ ਨੇ ਯੂਕੇ 'ਚ ਇਹਨਾਂ ਦੀ ਜਿਹੜੀ ਅਸਲ ਤਾਦਾਦ ਹੈ ਜਿਹੜੀ ਮਾਡਰਨ ਹੈ ਨਾ ਜਿੱਥੇ ਇਹਨਾਂ ਦੀ ਸਭ ਤੋਂ ਵੱਡੀ ਮਸਜਿਦ ਹੈ ਬੈਤੁਲ ਫਤੂਹ ਉਸ ਇਲਾਕੇ 'ਚ ਇਹਨਾਂ ਦੀ ਤਾਦਾਦ 118 ਹੈ ਇਹ ਤੁਸੀਂ ਹਿਸਾਬ ਕਰ ਲਓ ਪਟਨੀ ਜਿਹੜਾ ਇਹਨਾਂ ਦੀ ਸਭ ਤੋਂ ਪੁਰਾਣੀ ਮਸਜਿਦ ਹੈ ਨਾ SW 1816 ਗ੍ਰੈਸਨ ਹਾਲ ਰੋਡ ਨੂੰ ਤੇ ਹੈ ਉੱਥੇ ਇਹਨਾਂ ਦੀ ਤਾਦਾਦ 228 ਦੇ ਕਰੀਬ ਲੋਕ ਉਸ ਏਰੀਆ 'ਚ ਰਹਿੰਦੇ ਨੇ ਇਹ ਇਹਨਾਂ ਦੀ ਮੈਂਬਰਸ਼ਿਪ ਹੈ ਜੀ ਯੂਨਾਈਟਿਡ ਸਟੇਟਸ ਆਫ ਅਮਰੀਕਾ 'ਚ ਇਹਨਾਂ ਦੀ ਤਾਦਾਦ ਜਿਹੜੀ ਹੈ ਨਾ 3929 ਲੋਕ ਨੇ ਯੂਨਾਈਟਿਡ ਸਟੇਟਸ ਅਮਰੀਕਾ 'ਚ ਸੈਂਸਸ ਦੇ ਮੁਤਾਬਿਕ ਸੈਂਸਸ ਸਭ ਤੋਂ 3929 ਲੋਕ ਹਾਂ ਜੀ 4000 ਦੇ ਕਰੀਬ
ਇਹਨਾਂ ਨੇ ਵਿਕੀਪੀਡੀਆ ਤੇ ਲਿਖਿਆ ਹੋਇਆ ਹੈ ਕਿ ਅਸੀਂ 15,000 ਹੈ। ਕੈਨੇਡਾ 'ਚ ਇਹਨਾਂ ਦੀ ਤਾਦਾਦ ਜਿਹੜੀ ਹੈ ਨਾ 7,841 ਹੈ ਉਹਨਾਂ ਦੇ ਸੈਂਸਸ ਦੇ ਮੁਤਾਬਿਕ। ਇਹਨਾਂ ਨੇ ਵਿਕੀਪੀਡੀਆ ਤੇ ਲਿਖਿਆ ਹੋਇਆ ਹੈ ਅਸੀਂ 25,000। ਇੱਥੇ ਇੱਕ ਮੁਲਕ ਹੈ ਕੈਮਰੂਨ। ਕੈਮਰੂਨ 'ਚ ਜਿਹੜੀ ਹੈ ਨਾ ਉਹਨਾਂ ਦੀ ਆਪਣੀ ਤਾਦਾਦ ਵੀ ਬੜੀ ਥੋੜੀ ਹੈ, ਲੇਕਿਨ ਇਹਨਾਂ ਨੇ ਉਹ 2-2.5 ਮਿਲੀਅਨ ਲੋਕ ਨੇ ਕੈਮਰੂਨ ਦੇ। ਸ਼ਾਇਦ ਮੈਨੂੰ ਉਹਦੀ ਐਗਜ਼ੈਕਟ ਤਾਦਾਦ ਨਹੀਂ ਮਿਲੀ ਪਤਾ। ਉੱਥੇ ਇਹ ਲਿਖਦੇ ਨੇ ਕਿ 500,000 ਅਸੀਂ ਆ। ਕੈਮਰੂਨ 'ਚ ਟੋਟਲ ਮੁਸਲਮਾਨਾਂ ਦੀ ਤਾਦਾਦ ਜਿਹੜੀ ਹੈ ਨਾ ਕੋਈ 2 ਲੱਖ ਦੇ ਕਰੀਬ ਹੈ, ਤੇ ਇਹ ਕਹਿੰਦੇ ਨੇ ਅਸੀਂ 500,000 ਹੈ। ਹਕੀਕਤ ਹੈ ਕਿ ਉਸ ਮੁਲਕ 'ਚ ਇਹਨਾਂ ਦੀ ਤਾਦਾਦ 10-12 ਹਜ਼ਾਰ ਤੋਂ ਜ਼ਿਆਦਾ ਨਹੀਂ। ਪਾਕਿਸਤਾਨ 'ਚ ਉਹ ਤੇ ਦੇਖੋ ਮੁਫਤੀ ਸਾਹਿਬ ਤੁਹਾਨੂੰ ਵੀ ਪਤਾ ਹੋਏਗਾ, ਪਾਕਿਸਤਾਨ 'ਚ ਤੁਸੀਂ ਦੇਖੋ ਇਹਨਾਂ ਦੇ ਮੁਤਾਬਿਕ ਪਾਕਿਸਤਾਨ 'ਚ ਇਹਨਾਂ ਦੀ ਤਾਦਾਦ 5 ਮਿਲੀਅਨ ਹੈ। ਇਹ ਕਾਦੀਆਨੀਆਂ ਦਾ ਅੱਜ ਤੋਂ 5 ਸਾਲ ਪਹਿਲਾਂ ਦਾ ਹੈ 5 ਮਿਲੀਅਨ। ਤੇ ਉਹ ਕਹਿੰਦੇ ਨੇ ਕਿ ਜਿਹੜੇ ਲੋਕ ਆਪਣੇ ਆਪ ਨੂੰ ਪਾਕਿਸਤਾਨ ਕਾਦੀਆਨੀ ਡਿਕਲੇਅਰ ਕਰਦੇ ਨੇ ਉਹ 6 ਲੱਖ ਨੇ। ਹਕੀਕਤ ਹੈ ਕਿ ਰਬਵਾ ਟਾਈਮਸ ਦੇ ਮੁਤਾਬਿਕ ਇਹਨਾਂ ਦੀ ਤਾਦਾਦ ਪਾਕਿਸਤਾਨ 'ਚ 2020 'ਚ 1,80,000 ਸੀ, ਤੇ 1998 'ਚ ਇਹਨਾਂ ਦੀ ਤਾਦਾਦ 2 ਲੱਖ ਤੋਂ ਉੱਪਰ ਸੀ। ਅਸਲ ਹਕੀਕਤ ਹੈ ਕਿ ਚਨਾਬ ਨਗਰ 'ਚ ਅੱਧੀ ਤਕਰੀਬਨ 40% ਆਬਾਦੀ ਕਾਦੀਆਨੀ ਨਹੀਂ ਹੈ, ਲੇਕਿਨ ਉਹ ਡਿਕਲੇਅਰ ਨਹੀਂ ਕਰਦੇ। ਦੂਸਰੀ ਜਿਹੜੀ ਹੈ ਕਿ ਚਨਾਬ ਨਗਰ ਦੀ ਟੋਟਲ ਕਾਦੀਆਨੀ ਆਬਾਦੀ ਜਿਹੜੀ ਹੈ ਨਾ 20,000 ਤੋਂ ਘੱਟ ਹੈ। ਉਹ ਕਹਿੰਦੇ ਨੇ ਕਿ ਅਸੀਂ 45,000 ਲੋਕ ਹਾਂ ਉੱਥੇ ਚਨਾਬ ਨਗਰ 'ਚ। ਪਤਾ ਨਹੀਂ ਉਹ ਕਿੱਥੇ ਲੁਕੇ ਹੋਏ ਨੇ। ਪੂਰੀ ਦੁਨੀਆ 'ਚ ਕਾਦੀਆਨੀਆਂ ਦੀ ਤਾਦਾਦ ਇਹਨਾਂ ਦੇ ਆਪਣੇ ਕੰਪਿਊਟਰ ਦੇ ਮੁਤਾਬਿਕ 3.5 ਲੱਖ ਦੇ ਕਰੀਬ ਹੈ। ਲੇਕਿਨ ਇਹ ਕਲੇਮ ਇਹਨਾਂ ਨੇ ਜਲਸਾ ਸਾਲਾਨਾ ਇਸ ਸਾਲ ਇਹ ਕਲੇਮ ਕੀਤਾ ਕਿ ਉਹਨਾਂ ਦੀ ਤਾਦਾਦ ਦੁਨੀਆ 'ਚ ਜਿਹੜੀ ਹੈ ਨਾ 220 ਮਿਲੀਅਨ ਹੋ ਗਈ। ਹੁਣ ਇਹਨਾਂ ਦੀ ਪ੍ਰੋਬਲਮ ਹੈ ਕਿ ਇਹ ਕਿਸੇ ਇੱਕ ਨੰਬਰ ਤੇ ਠਹਿਰਦੇ ਨਹੀਂ ਹੈਗੇ। 2011 'ਚ ਇਹਨਾਂ ਦੇ ਖਲੀਫੇ ਨੇ ਕਿਹਾ ਕਿ ਅਸੀਂ 20 ਮਿਲੀਅਨ ਆ, 2013 'ਚ ਕਿਹਾ 150 ਮਿਲੀਅਨ ਆ, 2014 'ਚ ਕਿਹਾ ਅਸੀਂ ਇੱਕਦਮ 200 ਮਿਲੀਅਨ ਹੋ ਗਏ ਨੇ, 2018 'ਚ ਕਹਿਣ ਲੱਗਾ ਜੀ ਅਸੀਂ 80 ਮਿਲੀਅਨ ਆ। ਹੁਣ ਕੋਈ ਬੰਦਾ ਮੈਨੂੰ ਦੱਸੇ ਕਿ ਕਾਦੀਆਨੀਅਤ ਝੂਠ ਦੇ ਇਲਾਵਾ ਕੁਝ ਹੈ ਹੀ ਨਹੀਂ ਹੈ। ਕਾਦੀਆਨੀਅਤ 'ਚ ਹਿਸਾਬ ਕਿਤਾਬ ਇਸ ਤਰ੍ਹਾਂ ਹੈ ਕਿ ਇਹਨਾਂ ਦੀ ਤੰਜ਼ੀਮ ਇੱਕ ਮੁਜਰਮਾਨਾ ਤੰਜ਼ੀਮ ਹੈ। ਜਿਹੜਾ ਪਹਿਲੇ ਦਿਨ ਬੱਚਾ ਪੈਦਾ ਹੁੰਦਾ ਹੈ ਨਾ, ਕਾਦੀਆਨੀ ਜਾ ਕੇ ਉਹਦਾ ਨਾਂ ਆਪਣੇ ਉਹ ਟੈਂਪਲ 'ਚ ਲਿਖਾਉਂਦਾ, ਆਪਣੇ ਕਾਹਨ ਜਿਹੜੇ ਹੁੰਦੇ ਨੇ ਮੁਰੱਬੀ ਕਹਿਲਾਉਂਦੇ ਨੇ, ਉਹ ਜਨਾਬ ਉੱਥੋਂ ਉਸੇ ਹੀ ਦਿਨ ਉਹ ਨਾਂ ਜਾਂਦਾ ਮਰਕਜ਼ 'ਚ, ਤੇ ਮਰਕਜ਼ ਦੀ ਲਿਸਟ 'ਚ ਸ਼ਾਮਲ ਹੋ ਜਾਂਦਾ ਹੈ। ਦੁਨੀਆ 'ਚ ਅਗਰ ਕਿਸੇ ਵੀ ਕਲਟ ਨੂੰ ਆਪਣੀ ਬਿਲਕੁਲ ਸਹੀ ਤਾਦਾਦ ਮਾਲੂਮ ਹੈ ਤੇ ਉਹ ਕਾਦੀਆਨੀ ਕਲਟ ਹੈ। ਮੈਂ ਤੁਹਾਨੂੰ ਦੱਸਾਂ, ਇਹਨਾਂ ਨੂੰ ਹਮੇਸ਼ਾ ਤੋਂ ਜਦੋਂ ਦਾ ਮਿਰਜ਼ਾ ਕਾਦੀਆਨੀ ਆਇਆ ਇੱਕ ਬੰਦੇ ਦਾ ਠੀਕ ਹਿਸਾਬ ਹੈ। ਇਸ ਦੇ ਬਾਵਜੂਦ ਇਹ ਝੂਠ ਬੋਲਦੇ ਨੇ ਤੇ ਸਰਾਸਰ ਝੂਠ ਬੋਲਦੇ। ਵਜ੍ਹਾ ਵੀ ਦੱਸ ਦਿਓ ਸ਼ਾਹ ਸਾਹਿਬ ਕਿ ਚੰਦੇ ਦਾ ਇਹਨਾਂ ਨੇ ਹਿਸਾਬ ਰੱਖਣਾ ਹੁੰਦਾ, ਕਿਹਦੇ ਕੋਲੋਂ ਕਿੰਨਾ ਚੰਦਾ ਆ ਗਿਆ, ਕਿਹਦੇ ਕੋਲੋਂ ਨਹੀਂ ਆਇਆ, ਕਿਹਨੂੰ ਖਰਾਜ ਦਾ ਖਾਤੇ ਲਿਖਣਾ ਹੈ। ਨਹੀਂ ਚੰਦਾ ਤੇ ਇੱਕ ਤਰਫ ਰਿਹਾ ਨਾ। ਦੇਖੋ ਤੁਸੀਂ ਇਹਨਾਂ ਦਾ ਇੱਕ ਮਹਿਕਮਾ ਹੈ ਜਿਹਨੂੰ ਮਹਿਕਮਾ ਤਬਸ਼ੀਰ ਕਿਹਾ ਜਾਂਦਾ ਹੈ, ਸੁਣਿਆ ਹੋਣਾ ਤੁਸੀਂ। ਤਬਸ਼ੀਰ ਦੇ ਜਿਹੜੇ ਲੋਕ ਨੇ ਨਾ, ਜਿਸ ਤਰ੍ਹਾਂ ਇਹਨਾਂ ਨੇ ਆਪਣੀ ਇੱਕ ਹਕੂਮਤ ਬਣਾਈ ਹੋਈ ਹੈ ਜਿਸ ਤੇ ਮਹਿਕਮਾ ਤਬਸ਼ੀਰ ਹੈ, ਫਾਰਨ ਅਫੇਅਰਸ ਹੈ, ਤੇ ਫਿਰ ਇੰਟਰਨਲ ਅਫੇਅਰਸ ਹੈ, ਤੇ ਇਸ ਤਰ੍ਹਾਂ ਤਬਲੀਗ ਹੈ, ਪ੍ਰੋਪੇਗੈਂਡਾ, ਪਤਾ ਨਹੀਂ ਇਸ ਕਿਸਮ ਦੇ ਹਰ ਚੀਜ਼। ਕਜ਼ਾ ਇਹਨਾਂ ਦੀ ਆਪਣੀ ਹੈ। ਤੇ ਗੱਲ ਹੈ ਕਿ ਇਹਨਾਂ ਦਾ ਜਿਹੜਾ ਨਾ ਚੰਦਾ ਉਹ ਤੇ ਇੱਕ ਤਰਫ ਰਿਹਾ। ਇਸ ਬਾਰੇ ਬੜੇ ਕੀਨ ਨੇ ਕਿ ਇਹਨਾਂ ਦੀ ਟੋਟਲ ਕੌਣ ਇਹਨਾਂ ਦਾ ਮੈਂਬਰ ਹੈ। ਇਹਨਾਂ ਦੀ ਮੈਂ ਇੱਕ ਚੀਜ਼ ਸਕਰੀਨ ਤੇ ਵਿਖਾ ਰਿਹਾ ਵਾਂ। ਇਹ ਜੀ ਹੁਣ ਜਲਸਾ ਸਾਲਾਨਾ ਹੋਇਆ, ਜੇ ਸਿਰਫ ਇੱਕ ਜਲਸਾ ਸਾਲਾਨਾ ਨੂੰ ਵੇਖ ਲੈਨੇ ਆ ਤੇ ਆਪੇ ਕਾਊਂਟਰ ਕਰ ਲਵਾਂਗੇ ਕੀ ਹਿਸਾਬ ਕਿਤਾਬ ਹੈ। ਅਸੀਂ ਮੰਨ ਲੈਨੇ ਆ ਕਿ ਇਹਨਾਂ ਨੇ ਜਿਹੜਾ ਕੈਮਰਾ ਲਾਇਆ ਵੇ ਇਹ ਬਿਲਕੁਲ ਦਰਮਿਆਨ ਚ ਲਾਇਆ, ਬਿਲ ਫਰਜ਼ ਮੰਨ ਲੈਨੇ ਆ। ਇਹ ਇਹਨਾਂ ਦੀਆਂ ਸਫਾਂ ਪਹਿਲੇ ਗਿਣ ਲੈਨੇ ਆ ਤੇ ਇਹ ਕੈਲਕੂਲੇਟ ਕੋਈ ਬੰਦਾ ਕਰੇਗਾ ਮੇਰੇ ਨਾਲ ਤੇ ਫਿਰ ਕੰਮ ਆਸਾਨ ਹੋ ਜਾਏਗਾ। ਇਹ ਵੇਖੋ ਜੀ ਸਫਾਂ ਵੇਖਿਆ ਜੇ ਕਿ ਇਹ ਜਿਹੜੀ ਬਾਉਂਡਰੀ ਲੱਗੀ ਇਹਦੇ ਤੋਂ ਅੱਗੇ ਕਿੰਨੀਆਂ ਸਫਾਂ ਨੇ, 1 2 3 ਤੇ 4 ਤੇ 5, ਟੋਟਲ 5 ਸਫਾਂ ਬਣੀਆਂ ਨੇ। ਇਹ ਅੱਗੇ 1
1 2 3 4 5 6 7 8 9 ਤੇ ਇਹ 10 ਇਹ ਆਖਰੀ ਮੁੰਡੇ ਤੱਕ 10 ਸਫਾ ਨੇ। 10 ਤੇ ਚਲੋ ਉਤਲੀਆਂ ਕਰ ਲਓ 5 ਤੇ 15 ਤੇ ਮੰਨ ਲੈਨੇ ਅਸੀਂ 15 ਸਫਾ ਇਹਨਾਂ ਦੀਆਂ ਪਿੱਛੇ ਨੇ। ਟੋਟਲ 30 ਸਫਾ ਹੋ ਗਈਆਂ। ਹੁਣ ਇੱਕ ਲਾਈਨ 'ਚ ਅਸੀਂ ਗਿਣ ਲੈਨੇ ਆ ਬੰਦੇ ਕਿੰਨੇ ਨੇ। ਇਹ ਖੁੱਲੇ ਖੁੱਲੇ ਵੇਖ ਲਓ, ਤੁਸੀਂ ਬੰਦੇ ਬਿਠਾਏ ਜਿਨ੍ਹਾਂ ਨੇ ਆਪ ਹੀ ਹਿਸਾਬ ਲਾ ਲਓ। ਅੱਛਾ ਜੀ, 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 30 ਬੰਦੇ ਇੱਕ ਸਫ 'ਚ ਬੈਠੇ ਜੇ। 30 ਨੂੰ 30 ਨਾਲ ਜ਼ਰਾ ਜ਼ਰਬ ਦੇ ਆ ਜਾਏ ਭਾਈ, ਕਿੰਨੇ ਬੰਦੇ ਨੇ? 900 900। ਇਹ ਤੇ 1000 ਵੀ ਨਹੀਂ ਟੱਪਿਆ ਪੁੱਤਰ। ਮੁਫਤੀ ਸਾਹਿਬ ਇਹ ਜੇ ਤੁਹਾਡੀ ਕਰਤੂਤ ਲੱਖਾਂ ਤੇ ਕਰੋੜਾਂ ਦੇ ਵਿੱਚ ਖੇਡਣ ਵਾਲਿਓ। ਗੋਤਾ ਦੇ ਸਾਡੇ ਕਾਂ ਵਾਲੇ ਮੇਲੇ ਤੇ ਬੰਦਾ ਹੋ ਜਾਂਦਾ ਗੁਜਰਾਤ। ਮੁਫਤੀ ਸਾਹਿਬ ਸਾਰੇ ਕੌਂਸਲ ਨੂੰ ਪੁੱਛਿਆ, ਜਿੱਥੇ ਇਹ ਜਲਸਾ ਹੁੰਦਾ ਨਾ ਉਹ ਸਰੇ ਕਾਉਂਟੀ ਹੈ ਉਹਦਾ ਨਾਂ। ਇੱਕ ਕਾਉਂਸਲਰ ਜਿਹੜਾ ਇਸ ਦਾ ਰਿਸਪੌਂਸਿਬਲ ਹੈ ਸੇਫਟੀ ਦਾ, ਸੇਫਟੀ ਵਾਸਤੇ ਇਹਨਾਂ ਨੂੰ ਦੱਸਣਾ ਪੈਂਦਾ ਕਿੰਨੇ ਲੋਕ ਆਏ ਤੇ ਕਿੰਨੀ ਸੇਫਟੀ ਦਾ ਕੀ ਇੰਤਜ਼ਾਮ ਹੈ। ਤਾਂ ਉਹਨੂੰ ਮੈਂ ਕਿਹਾ ਭਾਈ ਸਾਹਿਬ ਇਹਨਾਂ ਨੇ ਕਿਹਾ ਕਿ 45,000 ਲੋਕ ਆਏ ਇਹਨਾਂ ਦੇ ਜਲਸੇ 'ਚ। ਕਹਿੰਦਾ no there were no 45,000 people, there were only 4,000 people। ਮੈਂ ਕਿਹਾ no they are saying there are 45,000, 45,000 ਲੋਕ ਆਏ ਨੇ। ਕਹਿੰਦਾ ਹੈ ਕਿ ਉਹ ਮਲਟੀਪਲ ਐਂਟਰੀਜ਼ ਨੇ। ਹੁਣ ਇਹ ਲੋਕਾਂ ਨੂੰ ਇਹਨਾਂ ਨੇ ਜਲਸੇ 'ਚ ਤਾਸਰ ਦਿੱਤਾ ਕਿ ਸਾਡੇ 45,000 ਲੋਕ ਆਏ। ਬਿਲਕੁਲ ਝੂਠ, ਫਰਾਡ, ਧੋਖਾਧੜੀ। ਜਲਸੇ 'ਚ ਹਕੀਕਤ ਹੈ ਕਿ 4,000 ਤੋਂ ਵੀ ਘੱਟ ਲੋਕ ਆਏ ਜੇ ਸਾਰੇ ਤੁਸੀਂ ਮਿਲਾ ਲਓ। ਤੇ ਉਹ ਵੀ ਪੂਰੀ ਦੁਨੀਆ 'ਚ ਜਦੋਂ ਯੂਕੇ ਦਾ ਜਲਸਾ ਸਾਲਾਨਾ ਹੁੰਦਾ ਹੈ ਨਾ, ਇੱਕ ਐਲਾਨ ਕੀਤਾ ਜਾਂਦਾ ਹੈ ਪੂਰੀ ਦੁਨੀਆ 'ਚ کہ جناب حضور وہاں رہتے ہیں، آپ جائیں، سارے احباب جماعت کوشش کر کے جلسہ کینیڈا تو بھی پرابلم نہیں تے جڑے نہیں جھوٹ بولتے نے، وہ ایڈے جھوٹے نے تسی اندازہ ہی نہیں کر سکتے۔ جھوٹ دا جھوٹ، صرف مسلسل جھوٹ ہے۔ میں تے آپ گیا ہوئے ہیں انہاں دے جلسیاں چ مفتی صاحب، میں اکھاں دیکھیا حال تان دسنا کہ اینا جھوٹ بولتے نے۔ 45,000 تے دور دی گل ہے، 5,000 بھی نہیں سن انہاں دے اس سال دے جلسے چ لوگ۔ کونسلر آپ کہہ رہے سی کہ وہ تے ملٹی مرزا کہندا جی 5 لاکھ تے ہون گے، کتے نہیں گئے۔ 1911 چ سینسس ہویا، 9,000 بھی نہیں سن۔ ایک دن ایک مینوں قادیانی کہندا نہیں جی اوتھے تے 18,000 تھا۔ میں کہ تو 20,000 بھی لا لے، 20,000 دا کی تعلق ہے 5 لاکھ؟ اور یہ بھی غور کرو کہ جڑا نا چھوٹے چھوٹے بچے بٹھائے نے انہوں نے، چھوٹے چھوٹے بچے بھی، وہ بھی تعداد کھچا تروئی کر کے نا پوری کیتی نے۔ نہیں کوئی نہیں آندا جاندا۔ تسی اے تے انہاں نے مطلب دیکھو بےایمانی دی حد ہے کہ ایک سال 20 ملین ہوندے نے، دوجے سال 200 کر دیندے نے، تیجے سال 200 تے اوتے جاندے نے، سال نہیں لنگدا تے اونوں ادھا کر دیندے نے۔ اے دھوکھا بازی ہے۔ حالانکہ حقیقت اے قادیانی کلٹ او کلٹ ہے جنہاں نوں ایک بندے دا حساب موجود ہے۔ انہاں دا جڑا تجنید دا کمپیوٹر ہے نا جی، اس چ اے بھی لکھیا کنے جماعت چھوڑتی ہے، لیکن انہاں نوں گنی جاندے نے، انہاں دا نام کڈدے نہیں ہیگے، لیکن انہاں نوں بالکل ٹھیک پتہ ہے کنے جماعت چھوڑ چڈی ہے۔ بلکہ ایک انہاں دا مربی سی، بڑا ہی سینئر مربی، انہیں مینوں کہا کہ دیکھ یار اے کمپیوٹر چ جڑا لکھیا ہویا نا، انہاں چو اے او لوگ نے جڑے کئی سالاں تو جدا جماعت نال کوئی تعلق نہیں، او لوگ سن جڑے خاموشی نال چھوڑ گئے نے۔ انہاں دی تعداد انہاں دے تجنید دے کمپیوٹر دے مطابق 70,000 تو زیادہ سی، جڑے 5 سال یا اس تو زیادہ عرصے تو کدی جماعت نال تعلق ہی نہیں رہا۔ اندازہ کرو تسی۔
ਮਤਲਬ ਤਾਦਾਦ ਦੇ ਲਿਹਾਜ਼ ਨਾਲ ਕੁਛ ਨਹੀਂ ਨੇ, ਇਹ ਝੂਠ ਇਸ ਕਰਕੇ ਬੋਲਦੇ ਨੇ ਤਾਂ ਕਿ ਆਪਣੇ ਫਾਇਦੇ ਹਾਸਲ ਕਰਨ। ਮੁਫਤੀ ਸਾਹਿਬ ਤੁਸੀਂ ਵੀ ਮਾਸ਼ਾਅੱਲਾ ਇੱਥੇ ਮੌਜੂਦ ਹੋ, ਡਾਕਟਰ ਸਾਹਿਬ ਤੁਸੀਂ ਵੀ ਮੌਜੂਦ ਹੋ, ਦੋਵੇਂ ਮੇਰੇ ਮੁਹਤਰਮ ਦੋਸਤ ਜਿਹੜੇ ਨੇ ਜਮਾਤ ਨੂੰ ਬੜਾ ਅੱਛੀ ਤਰ੍ਹਾਂ ਜਾਣਦੇ ਹੋ। ਇਹ ਤੁਸੀਂ ਜਾਣਦੇ ਹੋ ਕਿ ਜਿਸ ਤਰ੍ਹਾਂ ਮੁਸਲਮਾਨ ਵਾਸਤੇ ਕਿਸੇ ਉਮਰੇ ਦਾ ਕਨਸੈਪਟ ਹੈਗਾ ਨਾ ਕਿ ਉਮਰਾ ਕਰਨ ਜਾਈਏ, ਇਹ ਕਾਦੀਆਨੀਆਂ ਦੇ ਨਜ਼ਦੀਕ ਸਾਲਾਨਾ ਜਲਸਾ ਅਟੈਂਡ ਕਰਨੇ ਦਾ ਬਿਲਕੁਲ ਉਸੇ ਤਰ੍ਹਾਂ ਦਾ ਸਿਸਟਮ ਹੈਗਾ, ਬਿਲਕੁਲ ਉਸੇ ਤਰ੍ਹਾਂ ਦਾ ਇਹਨਾਂ ਦਾ ਸਾਲਾਨਾ ਜਲਸੇ ਦਾ ਮਰਤਬਾ ਹੈਗਾ। ਇਹ ਮੈਂ ਕਰੈਕਟ ਅੰਡਰਸਟੈਂਡਿੰਗ ਹੈ ਕਿ ਗਲਤ ਹੈ ਜਾਂ ਕੋਈ ਕਾਦੀਆਨੀ ਥੱਲੇ ਬੈਠਾ ਤੇ ਉਹ ਵੀ ਇਖਤਲਾਫ ਕਰਨਾ ਚਾਹੇ ਕਰ ਸਕਦਾ ਹੈ। ਮੈਂ ਦੱਸ ਦੇਣਾ ਤੁਹਾਨੂੰ, ਹਾਂ, ਇਹਨਾਂ ਦੀ 25 ਕਰੋੜ ਬਕੌਲ ਇਹਨਾਂ ਦੇ 25 ਕਰੋੜ ਸਾਡੀ ਦੁਨੀਆ ਦੇ ਵਿੱਚ ਆਬਾਦੀ ਹੈ ਤੇ ਇਹਨਾਂ ਦੇ ਸਾਲਾਨਾ ਜਲਸੇ ਦੇ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਫਿਗਰ ਜਿਹੜੇ ਆਪ ਕੋਟ ਕਰਦਾ ਪਿਆ ਨਾ ਉਸ ਜਲਸੇ ਤੁਹਾਡੀ ਆਵਾਜ਼ ਬੰਦ ਹੋ ਗਈ ਫੈਸਲ ਸਾਹਿਬ। ਕੋਈ ਕਾਲ ਆ ਗਈ ਨਾ ਮੇਰਾ ਖਿਆਲ ਹੈ। जी हज दे बारे सुन लो जी, खुतबाते महमूद सफ़ा 254। आज का जलसा का पहला दिन है और हमारा जलसा भी हज की तरह है। हज खुदा ताला ने मोमनों की तरक्की के लिए मुकर्रर किया था। आज अहमदियों के लिए दीनी लिहाज से हज तो मुफीद है, मगर इससे जो असल गर्ज यानी कौम की तरक्की थी वो इन्हें हासिल नहीं हो सकती। तरक्की हो रही है जी जलसियां च, क्योंकि हज का मुकाम ऐसे लोगों के कब्जा में है जो अहमदियों को कत्ल कर देना भी जायज समझते हैं। इसलिए खुदा ताला ने कादियान को इस काम के लिए मुकर्रर किया। चलो नवी सुन लो। अच्छा, मैं यहाँ पे बात चलते चलते एक थोड़ी सी बात का इजाफा करना चाहूंगा यार, जरा फैज भाई एक मिनट। अच्छा, ये जो है ना क्या इसका नाम है, सऊदीया गवर्नमेंट इस लिहाज से सेकुलर है, बिल्कुल लिबरल है कि उनकी गरज से कोई भी आए होना मुसलमान चाहिए। वो नहीं किसी के ऊपर कोई कैदोबंद लगाते, कोई सुन्नी शिया वाबी देवबंदी या कोई मतलब और भी बड़े लोग हैं जो इस्लाम के नाम लेवा हैं, लेकिन उनके अकायद ठीक नहीं है। तो गवर्नमेंट को, सऊदीया गवर्नमेंट को इससे कोई गरज नहीं है। उनको सिर्फ पैसा चाहिए और उनका वीजा वगैरह प्रोसेस जो होता है वो होना चाहिए, बस ठीक है, बंदा करे। मैं उधर रह के आया हूँ मक्के मदीने के अंदर, कभी नहीं मैंने देखा कभी गवर्नमेंट ने कोई, हालांकि शियों के साथ इनकी बड़ी लगती है, समझ आई कि नहीं, लेकिन नहीं कभी नहीं उधर शिये नमाज पढ़ते हैं, सब कुछ करते हैं, अपने जो है मामला कभी नहीं हुआ। बरेलवियों को चलो मान लेते हैं कि वाबी लोग बरेलवियों को सही नहीं समझते और वाजिबुल कत्ल समझते हैं, उनके कई जगह फतवे भी मिलते हैं, लेकिन कभी कोई सुना हो कि किसी बरेलवी को उधर कत्ल कर दिया हो या मतलब मार दिया हो, कभी भी नहीं हुआ। ये ड्रामेबाजी इन्होंने की है जी। अहमदियों को चूंकि वो वाजिबुल कत्ल कहते हैं तो लिहाजा इस वजह से नहीं जाते, तो ड्रामेबाजी। असल में रोला ये है कि वो वाजिबुल कत्ल नहीं, तुम्हें काफर कहते हैं, जिंदीक कहते हैं कि तुम नॉन मुस्लिम हो, हाँ वो ये कहते हैं, और नॉन मुस्लिम का दाखिला वहां पे ममनू है। वो वजह असल में ये है जी। फैसल भाई जी, मुफ्ती साहब आपने रेफरेंस भी पेश कर दिया कि इनका जो सालाना जलसा अटेंड करना इसी तरह है जिस तरह मुसलमानों की मक्के मदीने हाजिरी है। तो ये जो सो कॉल्ड 25 करोड़ कादियानी दुनिया में फैले हुए हैं ना, पाकिस्तान में तो नहीं है, दुनिया में ही फैले हुए हैं ना, है? तो वहां पर मतलब ये 25 करोड़ सालाना जलसे में कितने आए हैं वो इनका खलीफा खुद बयान कर रहा है, वो जरा नहीं। एक फैसल साहब एक और बात ऐड कर दूंगा आपकी बात में। डॉक्टर साहब भी इसको बैकअप शायद करें कि ये लोग मॉनिटर होते हैं कि कितने लोग जा रहे हैं, फैमिली से कोई बंदा जा रहा है नहीं जा रहा। इनकी जो जमात है उसका जो इंफ्रास्ट्रक्चर है उसके अंदर ऐसे बंदे हैं जो मॉनिटर करते हैं और लोगों को मेक श्योर करते हैं कि लोग जलसे पर जाएं। डॉक्टर साहब इस तरह की बात आपको पता है? हाँ देखें जी, जब जलसा सालाना होता है ना, उससे 1 महीना पहले जमात में पूछा जाता है कौन कौन जलसा सालाना में जाएगा।
आजकल इनके पास वो कार्ड हैं और कार्ड का नंबर वो ले लेते हैं कि ये लोग आएंगे। आप कार्ड के साथ भी जा सकते हैं, लेकिन अगर आप बगैर बताए जलसे पर पहुंच जाएं तो आप एंटर तो हो सकते हैं अगर तजनीद कार्ड है आपके पास। लेकिन होता ये है कि आपकी ज़रा चेकिंग होती है कि तजनीद कार्ड ठीक है, लेकिन अगर आपने बता कर गए हैं तो आपका नाम पहले से कंप्यूटर में दर्ज होता है। आजकल ये कंप्यूटर यूज करते हैं, तो आप आराम से आ जा सकते हैं। आप गेट से, उन्हें पता होता है आपने आना है। अगर आपने किसी मेहमान को साथ लेकर जाना है तो आपसे पूछा जाता है कि ये कादियानी है या गैर कादियानी है, जैसे अहमदी या गैर अहमदी कहते हैं। तो उसके लिए एक स्पेशल पास इशू होता है, उस पास पर वो लोग जा सकते हैं। इनकी बड़ी टाइट कंट्रोल है। इन्हें जलसा सालाना शुरू होने से एक अरसा पहले ये मालूम होता है कि इसमें कितने आदमी आएंगे। ये जो इस साल का जलसा सालाना था, तो एक होता है इनका जलसा सालाना, अफसर जलसा सालाना उसे कहते हैं। वो बड़ा सीनियर मुरब्बी होता है। जो इस साल का अफसर जलसा सालाना था, मेरा ख्याल इनका एक नायब अमीर था जो लंदन मस्जिद का इमाम भी होता था, ताउल मुजीब राशिद, या शायद रफीक हयात इनका अमीर भी है। लेकिन एक शख्स होता है अफसर जलसा सालाना, उसको बिल्कुल ठीक पता होता है किस किस ने आना है, कौन कौन आएगा। उसको ये भी पता होता है कि अगर किसी ने स्पेशल डाइट है तो उसके लिए क्या इंतजाम किया जाएगा। तो ये पास इशू होते हैं खाने के भी। अगर आप ऑर्डिनरी खाना खाना है तो आप सबके लिए होता है वो, लेकिन अगर किसी को स्पेशल डाइट है उसको पास इशू किया जाता है। तो बड़ा टाइटली कंट्रोल्ड है, इन्हें बहुत ठीक पता होता है। इस साल जलसा सालाना जब हुआ था तो जून में मेरे एक आदमी से बात हुई, मैंने कहा भी कितने बंदे आ रहे हैं, तो वो ये बात मैंने इनके नायब अफसर जलसा सालाना से पूछी थी। आप सोचें उसे ठीक पता होगा। कहता है जी बस 3-4 हज़ार तो आ ही जाएंगे, इतना ही अंदाजा है हमारा, कोई 4 हज़ार के करीब है। और बिल्कुल ठीक उसने मुझे बताया था। इनकी असल तादाद जलसा सालाना में 3,941 लोग थे। ये जो सारे लोग एज ए सिंगुलर आदमी आप, और उनमें से 2000 से ज्यादा लोग वो थे जो यूके से, जिनका कोई ताल्लुक ही नहीं था। इसमें से 60% लोग बाहर के मुल्कों से आए थे, या यूरोप से, या अमेरिका से, या कनाडा से, या अफ्रीका से। और आप देखें कि ये कहते हैं कि हमारे बहुत ज्यादा तादाद अफ्रीका में है। आप जलसा सालाना की वीडियो चलाकर देख लें कितने अफ्रीकन होते हैं। कोई नजर आता है, कोई 10-12 मैक्सिमम अफ्रीकन काले चेहरे होंगे। हालांकि यूके भरा पड़ा है, अमेरिका भरा पड़ा है अफ्रीकन से, कनाडा भरा पड़ा है, यूरोप भरा पड़ा है अफ्रीकन से। इनके ये सब झूठ बोलते हैं, फ्रॉड करते हैं, धोखेबाज हैं ये लोग। यार साहब, जब आपकी और मुफ्ती साहब की गुफ्तगू खत्म हो जाए तो जोसेफ साहब शायद कोई बात करना चाहते हैं, ऊपर तशरीफ लाएं। जोसेफ खत्म हो गई आमिर साहब। अच्छा, वो एक बंदा और भी मैंने क्रॉस क्वेश्चनिंग के लिए बुलाया था ऊपर। मैंने कहा था मुफ्ती साहब पर और डॉक्टर साहब पर क्रॉस क्वेश्चन करो। मैं ना थोड़ा मसले में फंस गया हूँ, मेरी गाड़ी स्टार्ट नहीं हो रही, मैं रुका हुआ पिछले 2-3 घंटों से यहाँ पे। तो वो मैकेनिक आया था, मैं इसलिए बिजी हो गया था, वरना मैंने आप पर क्रॉस क्वेश्चनिंग करवानी थी वो अहमद सुल्तान से। जरूरी बात हो रही थी। बुलाएं, किसी को जरूर बुलाएं। नहीं, मैं तो बड़ा खुश होता हूँ कि आके मुझसे पूछे, तो फिर मुझे भी पता लगे कि ये कौन है जो पूछने वाला। नहीं, वो मैसेज लिख के गए हैं BRB का, बी राइट बैक। जी राजा साहब, वो असल में जरूरी बात हो रही थी तादाद के हवाले से, इसलिए उसको मैंने रहने दिया, वरना उसको मैं बीच में ले आता। बहरहाल ये जरूरी बात हो रही नहीं थी। देना चाहिए। जब मौका मिले तो क्रॉस क्वेश्चन जब तक ना होंगे। वो आपका दोस्त है। नहीं, दोस्त तो आपको पता है मेरी तो सबसे मोहब्बत है, सवाए उनके जो दुश्मन हो दीन के, बाकी तो सबसे मोहब्बत है। अब वो पता नहीं है किस तरह का बंदा है, लेकिन बहरहाल कई दफा वो क्रॉस क्वेश्चनिंग में अच्छे पॉइंट्स उठाता है, उससे फायदा होता है। क्रॉस क्वेश्चनिंग से राजा साहब लोगों का फायदा होता है। जब तक आप सिर्फ वन वे बात करते हैं ना, तो लोगों के इल्म में उतनी बातें नहीं आती। जब कोई बंदा आप पर इस तरह का क्वेश्चन करता है तो बात मजीद खुल के आती है। तो मैं बिजी था तो वो मैसेज लिख गया BRB का। सर जी, हम तो फैक्ट एंड फिगर की बात कर रहे थे, हमने तो कोई ऐसी बात नहीं की। एक तो ये बात है, दूसरी बात है इसके, ये जो आपका दोस्त है इसको उन्होंने एज ए एक्सपर्ट बिठाया होता है, और फिर ये फिर उधर अपना ओपिनियन देता है। हाँ, वो तो अच्छी बात है। अगर कोई बंदा अहमद सुल्तान साहब को एज एक्सपर्ट वहां पे बिठाए
और ये अपना राय दे, तो हमारा क्या एतराज है? ये उनका है ना जी प्लेटफॉर्म, जिस तरह वो चाहें इसको इस्तेमाल करें। वैसे मैंने तो उसको किसी की तस्दीक तो नहीं करने देता करने लगा, पर उन्होंने एक कमेंट में बोला था कि देखें जी मैंने डिबोर्ड का बोला है और इन्होंने कंटूटे दे दिए। नहीं, उसमें हमारा कोई कसूर नहीं है। उसने खुद पहल उस तरफ से करवाई थी। उसने कहा था भाई अपने बंदे दो डिबेटर के तौर पर दो, उन्होंने दिया भाई मुफ्ती साहब, डॉक्टर साहब, उन्होंने दिया एक जज्जे को और एक इमरान कालू को। तो ये अहमद सुल्तान हमारे पास है, तो हमने कहा हमारी तरफ से शार्प शूटर है, और दूसरा शायद रॉयल मुगल हमने दिया। तो ये चीखने लगा, कहता है ये तो मनाजरा नहीं होगा, ये तो सिर्फ लड़ाई होगी। नहीं आमिर भाई, ਤੁਸੀਂ ਜਿਹੜਾ ਨਹੀਂ ਬੰਦੇ ਸਹੀ ਨਹੀਂ ਦਿੱਤੇ, ਜਿੰਜ ਦਾ ਮੂੰਹ ਉਂਝ ਦੀ ਚਪੇੜ ਇਹਨਾਂ ਦੇ ਸਾਹਮਣੇ ਫਿਰ ਲਿਆ ਕੇ ਖੜੇ ਕਰੋ। ਉਹ ਅਬਿਊਜ਼ਰ ਸਾਡੇ ਵੀ ਕਈ ਬੈਠੇ ਨੇ, ਤੇ ਉਹਨਾਂ ਦੇ ਨਾਂ ਦਿਆ ਕਰੋ। हाँ वो बंदे तो हैं, इनसे भी बढ़कर हैं। ਤੇ ਵੇਖੋ ਇਹ ਸ਼ਾਰਪ ਸ਼ੂਟਰ ਨੇ ਜਾਂ ਮਤਲਬ ਉਮਰ ਭਾਈ ਨੇ, ਇਹ ਸੰਜੀਦਾ ਗੁਫ਼ਤਗੂ ਕਰਨ ਵਾਲੇ ਨੇ। ਤੇ ਤੁਸੀਂ ਇਮਰਾਨ ਕਾਲੂ ਤੇ ਜੱਜਾ ਵਗੈਰਾ ਅਬਿਊਜ਼ਰ ਨੇ ਜਿਹੜੇ ਔਰ ਸ਼ਾਤਮੀਨ ਨੇ, ਇਹਨਾਂ ਦੇ ਮੱਦੇ ਮੁਕਾਬਲੇ ਫਿਰ ਉਂਝ ਦੇ ਬੰਦੇ ਲਿਆ ਖੜੇ ਕਰਾਂਗੇ ਅਸੀਂ। ਤੁਸੀਂ 100% ਸਹੀ ਕਹਿ ਰਹੇ ਹੋ, ਲੇਕਿਨ ਮੇਰਾ ਕਿਉਂਕਿ ਉਹਨਾਂ ਲੋਕਾਂ ਨਾਲ ਰਾਬਤਾ ਨਹੀਂ ਨਾ ਹੁੰਦਾ, ਤੇ ਇਸ ਗੱਲੇ ਮੇਰੇ ਕੋਲ ਬੰਦੇ ਅਵੇਲੇਬਲ ਨਹੀਂ ਸਨ। ਜਿਹੜੇ ਬੰਦੇ ਅਵੇਲੇਬਲ ਸਨ ਮੈਂ ਕਿਹਾ ਇਹ ਬੰਦੇ ਆ ਜਾਣਗੇ, ਤੇ ਇਹ ਚਿਕਨ ਲਾ ਪਿਆ, ਕਹਿੰਦਾ ਇਹ ਤੇ ਤੁਸੀਂ ਭਾਈ ਇੱਕ ਮਿੰਟ ਠਹਿਰਿਓ। ਮੁਫਤੀ ਸਾਹਿਬ ਇਹਨਾਂ ਵਾਸਤੇ ਮਰਦੂਦ ਕਾਫੀ ਸੀ, ਇੰਡੀਅਨ ਮਰਦੂਦ ਨਹੀਂ ਹੈ, ਉਹਨੂੰ ਲੈ ਕੇ ਉਹ ਜੱਜੀ ਦੇ ਮੁਕਾਬਲੇ ਤੇ ਕਦੀ ਨਹੀਂ। ਉਹ ਤੇ ਇਹਨਾਂ ਦੀ ਆਪਸ ਦੇ ਵਿੱਚ ਹੀ ਘੁਲਦੇ ਨੇ, ਪਿਓ ਵੀ ਕਾਦੀਆਨੀ ਤੇ ਇਹ ਵੀ ਕਾਦੀਆਨੀ, ਇਹ ਆਪਸ 'ਚ ਹੀ ਵੱਢ ਖਾਂਦੇ ਨੇ ਪੇ ਇੱਕ ਦੂਜੇ ਨੂੰ। ਤੇ ਮੁਸਲਮਾਨਾਂ ਨਾਲ ਗੱਲ ਕਰ ਰਿਹਾ ਵਾਂ ਕਿ ਪੇੜ ਪਵਾਵਾਂਗੇ ਅਸੀਂ ਅਬਿਊਜ਼ਰ ਦਾ ਅਬਿਊਜ਼ਰ ਦੇ ਨਾਲ। हाँ बिल्कुल ठीक। नहीं, इमरान कालू की ये कंटूटा बोलता है, कंटूटा ਕਹਿੰਦਾ ਉਹਨਾਂ ਕੰਨ ਟੁੱਟੇ ਮੈਨੂੰ ਦੋ ਦੇ ਦਿੱਤੇ, ਤੇ ਮੈਂ ਆਇਆ ਤੇ ਇਹਨਾਂ ਵੀ ਅੱਗੋਂ ਉਸ ਤਰ੍ਹਾਂ ਦੇ ਬੰਦੇ ਦੇ ਦਿੱਤੇ। बहरहाल जोसेफ साहब ਜੋਜ਼ਫ ਸਾਹਿਬ ਕਰ ਲੋ ਗੱਲ। 2 ਵਾਰੀ ਕੱਲ ਕੋਰਟ ਹੋਇਆ, 2 ਕੋਰਟ ਕੱਲ ਹੋਏ ਨੇ ਲੜਾਈ ਦੇ ਮਰਜ਼ਾਈਆਂ ਦੇ ਆਪਸ ਵਿੱਚ, ਤੇ 2 ਹੀ ਪਰਸੋਂ ਕੋਰਟ ਹੋਏ ਨੇ। ਤੇ ਤਰਸੋਂ ਨੇ ਕਿਹਾ ਸੀ ਬਈ ਹੁਣ ਬਸ ਅੱਜ ਤੋਂ ਬਾਅਦ ਆਪਸ ਚ ਲੜਨਾ ਬੰਦ ਕਰ ਦਿਓ, ਨਹੀਂ ਤੇ ਮੈਂ ਤੁਹਾਡੀ ਟਿਕਟਾਕ ਦੀ ਸਾਰੀ ਐਕਟੀਵਿਟੀ ਬੰਦ ਕਰਾ ਦੇਂਗੇ। ਇੱਕ ਪਿਆ ਕਹਿੰਦਾ ਸੀ ਲੰਬੜਦਾਰ। ਤੇ ਜਾਰੀ ਹੈ ਉਹਨਾਂ ਦਾ ਆਪਸ ਸਿਲਸਿਲਾ ਜਾਰੀ ਹੈ, ਮਰਜ਼ਾਈਆਂ ਦਾ ਆਪਸ ਜਿਹੜੀ ਦਿੰਗਾ ਮੁਸ਼ਤੀ। ये बड़ा अच्छा हो गया टिकटॉक ने आके ना, जो पसे पर्दा इन लोगों के मसले मसाइल थे उनको बिल्कुल मंजर आम पे लेके आ गए ये लोग खुद ही। वरना ये कहते थे जी वो इमाम मेहदी दी जमात है, इमाम मेहदी दी जमात है, ਅਸੀਂ ਤੇ ਬੜੇ ਮੁਨੱਜ਼ਮ ਲੋਕ ਹਾਂ, ਅਸੀਂ ਤੇ ਜੀ इमाम मेहदी ਨੂੰ ਮੰਨਣ ਵਾਲੇ ਹਾਂ, ਮਸੀਹ मौद ਨੂੰ ਮੰਨਣ ਵਾਲੇ ਹਾਂ, ਸਾਡੇ ਤੇ कोई लड़ाई नहीं होती। वो फैसल भाई से मैंने असल में ना उस दिन वो जज्जा बयान कर रहा था, सहीफे जो है तौरात के, वो जज्जा बयान कर रहा था कि जी जनाब एलिया आसमान पे चले गए, और वो पढ़ के सुना रहा था बाइबल। वो फैसल भाई उस दिन बैठे हुए थे, तो मैं तो उसके लिए आया था। मैंने कहा चले उसके ऊपर थोड़ी सी बात कर लेते हैं, लेकिन वो मेरे हाल में चले ही गए। फैसल भाई अगर हैं तो थोड़ी देर के लिए उनको कहें आ जाएं। नहीं, वो इतना संजीदा टॉपिक भी आज वो इल्मी नहीं है। ये जो बात हो रही है ना, अभी वो अहमद सुल्तान साहब आएंगे तो वो मुफ्ती साहब को और सैयद उल इस्पिर को टफ टाइम देंगे। अच्छा जोसेफ भाई, एक सवाल है कि इस्लाम मसीह के नजूल के बाद के वाक़यात को दर्ज करता है और बताता है कि बाद अज़ नजूल हजरत मसीह अलैहिस्सलाम क्या क्या काम करेंगे और क्या जिंदगी के अंदर मामलात उनके होंगे। बाइबल इस हवाले से क्या कहती है कि बाद अज़ नजूल जीसस जो होंगे वो क्या क्या करेंगे? बाइबल अज़रूए बाइबल जी, अज़रूए बाइबल मैं बताता हूँ आपको। सबसे पहले तो मसाया ने हैकल तामीर करनी है, जो कुर्बानियां मैं ना अभी मैं खुद भी नोट करूंगा। अच्छा, लेकिन उसका ना मुझे पीडीएफ फिर ढूंढना पड़ेगा, हवाले जात नहीं है। हवाले जात मैं आपको बल्कि पूरा पीडीएफ भेज दूंगा, मैं आपको सरसरी वर्बली बता देता हूँ। बेहतरीन हो गया, बेहतरीन, चले लिखवाते रहे आप, ठीक है। क्योंकि वो पुराने अहदनामे से जिक्रिया से उनके सहीफों से सारे हवाले फिर निकालने पड़ेंगे। ठीक हो गया, ठीक हो गया। अच्छा जी, एक हैकल तमीर करेंगे? बिल्कुल जी, एक पहली तो है मसाया ने हैकल तमीर करनी है, उसके बाद कुर्बानियां वहां पे चढ़ेंगी, ठीक है। फिर मसाया का बकायदा तख्त लगेगा जिसमें 1000 साल बादशाहत होगी, और ये फिजिकली होगी। जो मसाया को नहीं मानते उनके साथ बकायदा मसाया की जंग होनी है। जो मुखालिफ मसीह होगा उसने
اکثر جو ہمارے مسلمان دوست ہیں یہ مرزا قادیانی کو کہتے ہیں کہ یہ دجال ہے، لیکن میرے حساب سے جو بائبل بتاتی ہے وہ یہ دجال نہیں ہے، کیونکہ جو مخالف مسیح ہوگا اس کا آنا صرف اور صرف نہیں، یہ ہم بھی نہیں مانتے. ہم اس کو وہ دجال لغوی طور پہ مانوی طور پہ دجال کہتے ہیں، یعنی بہت زیادہ جھوٹ بولنے والا. مطلب دجال دا پتر نہیں، مطلب جھوٹ، جو بھی زیادہ جھوٹ بولتا ہے. دجل اور داجل، داجل تو اس میں فاعل ہے، دجال اس میں مبالغہ کا صیغہ ہے، یعنی بہت زیادہ جو کوئی بھی کام کرتا ہے فعال کے وزن کے اوپر. جی، جیسے لفظ ہے قتال، ٹھیک ہے، یعنی بہت زیادہ جب قتل ہوتا ہے تو کہتے ہیں قتال ہو گیا. کفال، سمجھ آئی کہ نہیں؟ اسی طریقے سے دجال. جی نہیں، وہ حدیث میں نا مدعیان نبوت کے بارے میں بھی آیا نا، دجالین کذابین. ہاں، دجالون کذابون. اور جو مطلب حدیث میں آیا مسلم شریف کے مقدمے میں، دجالون کذابون ظاہر ہوں گے جو حدیثیں بیان کریں گے، جو تمہارے باپ دادوں نے اور تم نے کبھی نہیں سنی ہوں گی. وہ خود بھی بہکے ہوئے ہوں گے، دوسروں کو بھی بہکائیں گے. فرمایا ان سے بچ کے رہنا. تو ان لوگوں کے لیے بھی دجال کا لفظ آیا. جی اچھا، مخالف مسیح جو ہے وہ اس وقت جو موجودہ یہودی ہیں جو اپنے آپ کو اشکنازی یہودی اچھا، یہ کہتے ہیں، چار ہو گئے ہیں. جنگ کریں گے آگے. اچھا اس میں شاید ہو سکتا ہے ترتیب آگے پیچھے ہو جائے، لیکن جو میں بتا رہا ہوں ہوگا ویسے ہی. اور دجال کے اوپر تھوڑی سی میں بات کرنا چاہتا تھا کہ اس وقت جو موجودہ یہودی ہیں اصل میں ان کا اصل یہودیت سے تعلق نہیں ہے. ان کا یہ اپنے آپ کو اشکنازی یہودی کہتے ہیں. سب سے پہلی بات تو یہ ہے کہ اشکناز کا باپ ابراہیم سے کوئی تعلق نہیں ہے، مطلب ان کا وہ دور دراز کے رشتہ دار آپ کہہ سکتے ہیں ان کو، لیکن ایک لڑی میں سے نہیں آتے یہ لوگ نا، یہ بہت دور دراز کے ان کو کہہ رہے. لیکن یہ ایک سلب جناب نوح کے 3 بیٹے تھے، سم، حام اور یافت. جناب ابراہیم جو ہیں وہ سم کی نسل سے ہیں، اور یہ اشکنازی جو ہیں یہ یافت کی نسل سے ہیں. تو یہاں پہ بھی بڑا ڈفرنس ہو جاتا ہے. دوسری بات یہ ہے کہ انہوں نے ہی اپنا مسایہ کھڑا کرنا ہے. انہوں نے اس وقت کیلنڈر کے اندر بہت زیادہ کرپشن کی ہوئی ہے. جو تورات کا کیلنڈر ہے اس کو سائڈ پہ کر کے انہوں نے یونانیوں کا، بابلیوں کا کیلنڈر اڈاپٹ کیا ہوا، جس کو یہ ہلیل قمری کیلنڈر کہتے ہیں، حالانکہ یہ تورات کا کیلنڈر نہیں ہے. اور دیکھیں آپ شریعت کو بھی یہ صرف کہتے ہی ہیں کہ ہم مانتے ہیں، لیکن شریعت کو اس وقت موجودہ یہودی نہیں مانتے. آپ دیکھ لیں سب سے پہلے جو گے اور لیسبین میرج اس کے اوپر ان لوگوں نے الاؤ کیا ہے، جو موجودہ یہودی ہیں اشکنازی، کہ ہاں جی اس کو جائز قرار دینا چاہیے، حالانکہ تورات کے اندر اور نئے عہد کے اندر اس کی بڑی سخت ممانت ہے. اچھا یہ ہوگا، اور موجودہ یہودی جو ہیں انہی کی طرف سے ایک مسایہ کھڑا کیا جائے گا، اور وہ بہت بڑے بڑے اس نے کام کرنے، کوئی چھوٹے موٹے کام نہیں اس نے کرنا ہے. اس نے باقاعدہ مردوں کو بھی زندہ کرنا ہے، فزیکلی اس نے بہت بڑے کام کرنے ہیں. مسایہ کی باقاعدہ اس کے ساتھ جنگ ہونی ہے. کئی ہمارے دوست یہ کہتے ہیں کہ جی وہ مسایہ صرف آسمان پہ ہوں گے، اور وہ ایک ریپچر کا عقیدہ لے کے اٹھتے ہیں کہ جی ریپچر ہونا ہے اور وہ کلیسیا جو ہے آسمان پہ اٹھا لینی جانی ہے. یہ عقیدہ جو ہے یہ بالکل درست نہیں ہے، بدعت ہے یہ. کیونکہ مسایہ نے آنا، اور مسایہ نے باقاعدہ 1000 سالہ فزیکلی 1000 سالہ بادشاہت کرنی ہے، اور جناب داؤد کے تخت کے اوپر بیٹھ کے انہوں نے بادشاہت کرنی ہے. تو یہ چیدہ میں نے آپ کو باتیں بتا دی ہیں. اس کے علاوہ کوئی اور بات اگر آپ نے کرنی ہو تو چلے، موٹی بات تو یہی ہے نا کہ انہوں نے حکومت کرنی ہے، یہی ہمارے نزدیک ان کا کانسیپٹ ہے. حکومت بھی کرنی ہے، مسایہ نے آ کے عدالت لگانی ہے. جی، حکم اور عدل یہی الفاظ ہیں حدیث کے بھی. بالکل، مسایہ نے آ کے عدالت لگانی ہے. ان کے سامنے سارے کیس پیش کیے جائیں گے، باقاعدہ سینہڈرن جو ہے وہ دوبارہ قائم ہونی ہے. ایک عادل حکمران کی حیثیت سے ہی ہمارے پاس بھی ان کا نظریہ ہے. لیکن یہ تو کہیں نہیں نا کہ محمدی بیگم کی آ کے پیش گوئیاں کرنے والا کہہ دے کہ میں مسیح ہوں. نہیں، وہ ہے متی 24 باب کے اندر ہے کہ بہت سارے جھوٹے مسیح آئیں گے، اس میں آپ لے سکتے ہیں مرزا صاحب کو. ویسے اگر آپ نام کہیں تو حکیم نور الدین کا نام آپ کو ہو سکتا ہے، جو نئے عہد کے جو خطوط ہیں ان میں سے مل جائے کہ میں حکیموں کی حکمت کو نیست و نابود کروں گا، یہ یہوہ خدا فرماتا ہے. اس میں آپ حکیم نور الدین صاحب کو لے سکتے ہیں. اس حساب سے ہے. ہاں، حکیموں کی حکمت کو نیست و نابود، زبردست. یہ اصل میں مسیحیت کا مشورہ بھی تو مرزا حکیم نورے نے دیا تھا نا. اچھا، وہ اصل میں بات بھی وہاں پر یہی ہے کہ کئی لوگ نا وہ آسمان پہ جانے کی
मसाया की आसमान पे जाने की बातों को लेके ना तो वो मजाक उड़ाते थे ना, तो उसी तनाजर के अंदर यहाँ पे ये बात हुई है। फिर एक और बात हुई है कि जनाब पतरस फरमाते हैं, जनाब पतरस का खत है दूसरा पतरस उसके तीसरे बाब में है या शायद पहले बाब में, कि एक आखिर वक्त आएगा कि बहुत सारे ऐसे ठट्ठा और हंसी करने वाले लोग आएंगे और कहेंगे कहाँ गया उसके आने का वादा, मसाया के आने का वादा कहाँ गया, क्योंकि जब से बाप दादा सोए हैं तब से खलकत के शुरू से अभी तक वैसे का वैसा ही, ना तो कोई आसमान पे चढ़ा, ना कोई आसमान से उतरा, ना कोई मुर्दा जिंदा हुआ। तो वो मजाक करते, तो वो अपनी ख्वाहिशात के मुताबिक ही बात करेंगे। तो आप लोगों ने घबराना नहीं है, मसाया ने आना ही आना है। फैसल भाई अगर आप आ जाओ पढ़ता हूँ। ले लो जी फैसल, ले लो। ना ये वर्किंग आवर्स हैं तो काल खुद डालेंगे तो इंशाल्लाह उठाएंगे। मैंने लिया तो देखिए, अब मैंने लिया तो है उनको। जी अस्सलाम वालेकुम जी, जोसेफ भट्टी भाई मैं सुन रहा हूँ, आप बोले, मैं सुन रहा हूँ आपकी बात, गौर से सुन रहा हूँ। अच्छा, वो ना फैसल भाई, जो जनाबे एलिया का आसमान पे जाने का जो नजरिया है ना, मैं यहूदियत से आपको बता देता हूँ, उसमें मसीहत के अंदर ना काफी सारे अलग अलग मतलब अकीदे पाए जाते हैं। कोई कहता है बिल्कुल चले गए, लेकिन जो गमारा बताती है ना, जो मैं समझता हूँ कि जो फुल फाइनल अथॉरिटी है, क्योंकि जितने भी रब्बी हैं वो जितनी भी डिस्कशन करते हैं उसको गिमारा के अंदर जाके उसको फाइनलाइज किया जाता है। वहाँ पे जब आप पढ़े ना तो वो यही बताते हैं कि जो जनाब एलिया थे वो आसमान पे गए नहीं थे, उनको सिर्फ एक जगह से उठा के दूसरी जगह मतलब ट्रांसफर किया गया था। आप ये सलातीन दूसरा बाब पढ़े ना जब, तो उसमें जब जनाब एलिया आसमान पे ऐसे उठाए गए ना, तो वहाँ पे लफ्ज़ शमीम ही आया है। आसमानों के लिए भी आता है, आसमान के लिए भी आता है, लेकिन जहाँ पे ये हवा पाक खुदा है, जहाँ पे मसाया गए, वहाँ पर नहीं वो गए, उनको फिजा के अंदर ही रखा गया है। वहाँ पे रब्बी बताते हैं कि ये जो है आसमान से 10 हाथ ऊपर। अच्छा, फिर वो आगे मिसाल जनाबे मूसा की देते हैं कि जिस तरह जनाबे मूसा वहाँ पे गए थे, कोई सीना पे गए थे, तो वो भी आसमान पे, वो पहाड़ से काफी ऊपर तक वो ये हवा पाक खुदा से बातें कर रहे थे। अच्छा, इसका सबूत क्या है कि जी जनाबे एलिया जो है वो आसमान पे नहीं गए, वो उधर ही थे। पहली बात तो यह है कि अलीशा को वहां पे जो नबी ज़ादे थे ना, 16वीं आयत के अंदर लिखा है, उन्होंने कहा कि हमें इजाजत दो और हम जाके तेरे आका को यानी कि जनाबे एलिया को ढूंढें। तो जनाबे अलीशा ने कहा कि नहीं, जरूरत नहीं है। उन्होंने कहा कि नहीं हो सकता ये हवा खुदा ने उनको किसी और जगह किसी पहाड़ पे उनको मुंतकिल किया। उन्होंने कहा कि नहीं, जरूरत नहीं है, क्योंकि उनको पता था कि ये हमें से जुदा करने का प्रोग्राम हो रहा है, क्योंकि उसके बाद जनाबे अलीशा की ड्यूटी शुरू होनी थी। तो उन्होंने जिद की, तो जनाबे अलीशा ने उनको इजाजत दे दी कि जाओ जनाबे एलिया को ढूंढो। अगर तो वो उनके सामने बिल्कुल आलम बाला पे गए होते तो उनको जरूरत ही कोई नहीं थी। अच्छा, फिर दूसरे तवारीख के अंदर यहूराम को जनाबे एलिया ने खत लिखा है। अगर तो वो आसमान पे चले गए थे तो खत कहाँ से आ गया उनका? तो ये कादियानियों को असल में इन सब चीज़ों का पता को नहीं होता, इन्होंने यहूदियत को नहीं पढ़ी होती। तो जो यहूदी, मैं समझता हूँ कि इसके ऊपर ना तो क्रिश्चियन थियोलॉजी चलेगी और ना ही किसी और की, ना कोई कादियानी ना कोई और। यहाँ पे सिर्फ और सिर्फ अगर बात मानी जाएगी तो वो यहूदियों की मानी जाएगी। और यहूदी ये कहते हैं कि नहीं, जनाबे एलिया जो थे वो आसमान पे नहीं गए थे। जो लफ्ज़ आया वहाँ पे अंग्रेजी के अंदर हेवन आया है, उर्दू के अंदर आसमान आया है, आसमानों भी आया है कई जगह पे, इब्रानी के अंदर शमीम लफ्ज़ आया है। तो उससे ये मुराद लेते हैं कि जो हमारा ऊपर ये जो इस वक्त जो फिजा है ना, इससे 10 हाथ ऊपर उठा के उनको फिर जुदा कर दिया था वहाँ से, क्योंकि जनाबे अलीशा को उसके बाद ड्यूटी सौंपनी थी। तो उनकी जो चादर थी वो उनको जनाबे अलीशा को दे दी गई थी, जनाबे एलिया की। तो ये सारा सीन है। वो ये समझते हैं कि जनाबे एलिया आसमान पे चले गए, हालांकि मसाया के शागिर्दों ने भी नहीं ये कहा कि आसमान से आना है। उन्होंने कहा कि भाई आपके आने से पहले तो एलिया का आना जरूर है, हालांकि आसमान से आने का कॉन्सेप्ट यहूदियों का कोई नहीं है। दूसरी, वो शायद ये बात कर रहे थे कि जी आज तक जो दीवार गिरिया जिसको आप कहते हैं वेस्टर्न वॉल को, इसकी तरफ मुंह करके यहूदी जो है वो रोते हैं कि जी एलिया को भेज दे, ते यसू ਨੂੰ भेज दे, मसीहा ਨੂੰ ਸਾਡੇ ਨੂੰ भेज दे। कोई ऐसी बात नहीं है, सब झूठ है। हमने तो बचपन में सुना था कि यहूदी जो ना अपनी एक औरत को आज तक कमारा रखते हैं कि जी मसीह ने पैदा होना है। सब झूठ है ये,
کوئی ایسی چیز نہیں ہے. جناب داؤد نے یہ حکم دیا ہے کہ جب بھی آپ نے دعا کرنی ہے آپ ہیکل کی جانب منہ کر کے دعا کرو. بس میں بھی اب جب دعا کرتا ہوں میں نے میپ لگایا ہوا ہے, میں صبح میں میری کوشش یہی ہوتی ہے کہ میں اس میپ کے مطابق دعا کروں, کیونکہ جناب داؤد نے کہا ہے. اس بات کے اوپر تو ہماری زیادہ تر کرسچینٹی جو پڑھے لکھا طبقہ ہے, یہ دوسرے 2 نمبر پادری نہیں جنہوں نے خالی گاڈ بلیس یو کہہ دینا ہے کہ گاڈ لوز یو, ان کی میں بات نہیں کر رہا. جو پڑھا لکھا طبقہ ہے وہ یہی کہتا ہے کہ جب بھی آپ دعا کریں آپ ہیکل کی طرف منہ کر کے دعا کریں, یروشلم کی طرف منہ کر کے دعا کریں, وہ یہ ہوا پاک خدا کا شہر ہے. تو اس وجہ سے وہ لوگ ویسٹرن وال کی طرف وہ منہ کر کے دعا کرتے ہیں. اس سے کوئی وہ دعا شعا یہ نہیں ہوتی کہ وہ جی ایلیا نو کلا دیتے یسوع مسیح نو کلا دے, یہ کوئی دعا شعا نہیں ہوتی. بہت شکریہ. جوزف بھٹی بھائی بہت شکریہ, میں نے آپ کی بات سنی اور میں نے آپ کی بات سے کسی چیز کا کوئی اختلافی بات نہیں کی تھی. جس طرح آپ نے بیان کی ہے اس طرح کئی ہمارے مسیحی برادری اسی طرح اس کو انڈرسٹینڈ کرتی ہے. وہاں پر بات ہو رہی تھی قادیان کا جو ابو جہل ہے, قادیان کا ابو جہل, پتہ کیا لگ گیا نا آپ کو میں کس کی بات کر رہا ہوں. وہ الزام لگا رہا تھا سب سے پہلے تورات کے اوپر کہ تورات میں لکھا ہوا ہے کہ یہودیوں کا مسیح آسمان سے نازل ہوگا, ٹھیک ہے. اور پھر وہ کہہ رہا تھا کہ انجیل میں وہ لکھا ہوا ہے کہ جو یوحنا ہے, یعنی کہ یہ جان جس نے جان دا بائبل لکھی ہے وہ والا نہیں, ریویل کی ہے وہ والا نہیں, جان دا بیپٹسٹ, ٹھیک ہے. ان کے متعلق وہ الزام لگا رہا تھا ججا ابو جہل قادیان کہ انہوں نے اس سے جا کے پوچھا کہ اب کا دانی براڈوں سے انہوں نے بلاک کیا ہوا ہے, ٹھیک ہے, کیونکہ مجھے ان کے سارے